नहीं करन दी तू सिर्फ और सिर्फ ਉਹਦੇ ਨਾਲ ਰਲ ਕੇ ਭੌਂਕਣਾ ਛੱਡੇ। अच्छा मुसलमान ਦਾ ਇੱਕ ईमान नहीं है कि इन्ना मुसलमान ਨੂੰ ਲਿਹਾਜ਼ ਹੈ कि मैं शातमे तेरी ऑडियो रिकॉर्डिंग सुनी नहीं है तो ਤੁਸੀਂ ਜੇ ਸੁਣੀ ਨਹੀਂ ਤੇ ਤੈਨੂੰ ਤਬਾਰ ਆ ਗਿਆ ਨਾ ਫਰਕਾਨ ਕਿਉਂਕਿ ਸਾਦਿਕੁਲ ਕੋਲ ਸਿਕਰ ਆ ਗਈ ਸੀ ਉਹਦੀ ਗੱਲ ਤੇ ਤੈਨੂੰ ਤਬਾਰ ਸੀ। ਫਰਕਾਨ ਤੇ ਤਬਾਰ ਨਹੀਂ ਆ ਗਿਆ ਜਿਹੜਾ ਬੰਦਾ ਤੈਨੂੰ ਉਹਦੀ ਗੱਲ ਤੇ ਤਬਾਰ ਸੀ ਤਾਂ ਤੂੰ ਪਿਓ ਨੂੰ ਵਾਦਾ ਮਾਰਦਾ ਸੀ ਨਾ ਪਿਆ ਕਿ ਬਾਜੀ ਉੱਤੇ ਆਓ ਮੇਰੀ ਗੱਲ ਦਾ ਜਵਾਬ ਦਿਓ। ਅੱਛਾ ਤੁਸੀਂ ਰਿਕਾਰਡਿੰਗ ਸੁਣੀ ਹੈ? ਤੁਸੀਂ ਸੁਣੀ? ਮੈਂ ਵੇਖਿਆ ਤੈਨੂੰ ਉੱਥੇ ਭੌਂਕਦਿਆਂ ਤੇ ਵਾਦਾ ਮਾਰਦਿਆਂ। ਨਹੀਂ ਤੇ ਜਦੋਂ ਤੁਹਾਨੂੰ ਪੂਰੀ ਗੱਲ ਪਤਾ ਹੀ ਨਹੀਂ ਤੇ ਇੱਥੇ ਐਵੇਂ ਮੇਰੇ ਲੜਨ ਆ ਗਏ ਹੋ। ਮੈਂ ਤੈਨੂੰ ਵੇਖਿਆ ਆਪਣੀਆਂ ਅੱਖਾਂ ਨਾਲ। ਓਏ ਲਾਂਤੀ ਓਏ ਸੱਪਾ ਤੈਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਤੂੰ ਵਾਦਾਂ ਪਿਆ ਮਾਰਦਾ ਸੀ ਸ਼ਾਹ ਸਾਹਿਬ ਨੂੰ ਆਵਾਜ਼ ਮਾਰਨਾ ਕੋਈ ਗੁਨਾਹ ਹੈ? ਓਏ ਕਿਉਂ ਆਵਾਜ਼ ਮਾਰਦਾ ਸੀ ਪਲੀਤਾ? ਕਿਉਂ ਆਵਾਜ਼ ਮਾਰਦਾ ਸੀ ਉਹ ਆਸਤੀਨ ਦੇ ਸੱਪਾ? ਮੈਂ ਤੁਹਾਨੂੰ ਦੱਸਾਂ ਤੇਰਾ ਪਿਓ ਹੁੰਦਾ ਨਾ, ਮੈਂ ਗੱਲ ਸੁਣ, ਤੇਰਾ ਪਿਓ ਹੁੰਦਾ ਨਾ ਉਹਨੇ ਜਵਾਹਰ ਲਾਲ ਨਹਿਰੂ ਨਾਲ ਰਲ ਕੇ ਅੱਜ 14 ਅਗਸਤ ਮਨਾਣੀ ਸੀ। ਜਿਸ ਤਰ੍ਹਾਂ ਤੂੰ ਬਿਆਨ ਨਾ ਅਹਿਮਦੀ ਭਰਾਵਾਂ ਨਾਲ ਰਲ ਕੇ ਅਸੀਂ 14 ਅਗਸਤ ਮਨਾਈਏ। ਪਿਓ ਤੇਰਾ ਹੁੰਦਾ ਤੇ ਉਹਨੇ ਜਵਾਹਰ ਲਾਲ ਨਹਿਰੂ ਨਾਲ ਰਲ ਕੇ ਹਿੰਦੂਆਂ ਨਾਲ ਵੀ ਰਲ ਕੇ ਮਨਾਈਏ ਜਿਹੜੇ ਪਾਕਿਸਤਾਨ ਮਤਲਬ ਤੇਰੀ ਨਸਲ ਹੀ ਐਸੀ ਹੈ ਨਾ, ਤੇਰਾ ਪਿਓ ਦਾਦਾ ਪੜਦਾਦਾ ਤੁਸੀਂ ਐਸੇ ਪਲੀਤ ਹੋ। ਮੈਂ ਨਸਲ ਦਰ ਨਸਲ ਕੋਈ ਤੁਸੀਂ ਐਸੇ ਪਲੀਤ ਖਾਨਦਾਨ ਤੇ ਐਸੇ ਪਲੀਤ ਨਸਲ ਤੋਂ ਹੈ। ਤੂੰ ਐਸੀ ਕਿਸੇ ਪਲੀਤ ਨਸਲ ਤੋਂ ਪੈਦਾ ਹੋਇਆ ਹੈ ਕਿ ਤੂੰ ਉਹਨਾਂ ਨਾਲ ਨਹਿਰੂ ਨਾਲ ਰਲ ਕੇ ਤੇ ਇੰਦਰਾ ਗਾਂਧੀ ਨਾਲ ਰਲ ਕੇ ਉਹਦੇ ਪਿਓ ਨਾਲ ਰਲ ਕੇ ਨਾ ਤੇ ਤੂੰ 14 ਅਗਸਤ ਮਨਾਣੀ ਸੀ। ਉਹ ਲਾਂਤੀਆ ਉਹ ਬਗੈਰਤਾ ਬੇਸ਼ਰਮਾ ਉਹ ਖਬੀਸਾ। ਮੇਰੀ ਗੱਲ ਸੁਣ ਉਹ ਪਲੀਤਾ ਇਹ ਜਿਹਦੇ ਨਾਲ ਤੂੰ ਰਲ ਕੇ ਮਨਾਣਾ ਚਾਹੁੰਦਾ ਨਾ ਇਹ ਲਾਂਤੀ ਕਹਿੰਦਾ ਸੀ ਕਿ ਮੈਂ ਪਾਕਿਸਤਾਨ 'ਚ ਮਜਬੂਰੀ ਦੇ ਤਹਿਤ ਚੱਲਾਂ। ਪਾਕਿਸਤਾਨ ਬਣ ਗਿਆ ਤੇ ਮੈਂ ਮਜਬੂਰੀ ਦੇ ਤਹਿਤ ਪਾਕਿਸਤਾਨ 'ਚ ਸ਼ਾਮਲ ਹੋਣ ਲੱਗਾ। ਅਗਰ ਮਜਬੂਰੀ ਦੇ ਤਹਿਤ ਮੈਨੂੰ ਪਾਕਿਸਤਾਨ ਜਾਣਾ ਪੈਂਦਾ ਵੀ ਹੈ ਨਾ ਤੇ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ ਕਿ ਪਾਕਿਸਤਾਨ ਖਤਮ ਹੋ ਜਾਏ ਤੇ ਹਿੰਦੁਸਤਾਨ ਦਾ ਹਿੱਸਾ ਬਣ ਜਾਏ ਤਾਂ ਕਿ ਸਾਡੇ ਮਿਰਜ਼ਾ ਕਾਦਿਆਨੀ ਦਾ ਲਾਮ ਪੂਰਾ ਹੋ ਜਾਏ। ਉਹ ਆਰੀਓਂ ਦਾ ਬਾਦਸ਼ਾਹ ਉਹ ਤੇ ਮਜਬੂਰੀ ਦੇ ਤਹਿਤ ਉਹਨਾਂ ਨਾਲ ਰਲ ਕੇ ਤੂੰ 14 ਅਗਸਤ ਮਨਾਣਾ। ਤੂੰ ਜਾ ਦਫਾ ਹੋ ਜਾ ਉਹਨਾਂ ਦੀ ਬਰਾੜ ਤੇ, ਚੱਲ ਨਿਕਲਿਆ ਤੂੰ ਜਾ ਉਹਨਾਂ ਦੀ ਬਰਾੜ ਤੇ ਜੜ ਕੇ ਰਲ ਕੇ ਬਹਿ ਕੇ ਤੂੰ ਉਹਨਾਂ ਨਾਲ ਮਨਾ, ਆਪਣੇ ਭਰਾਵਾਂ ਨਾਲ ਰਲ ਕੇ ਬਹਿ ਕੇ 14 ਅਗਸਤ ਮਨਾ। ਚਲੋ ਮੈਂ ਕਹਿੰਦਾ ਪਾਕਿਸਤਾਨ ਵਿੱਚ ਕੋਈ ਯਹੂਦੀ ਹੈ, ਈਸਾਈ ਹੈ, ਤੇਰੀ ਪਦੈਸ਼ ਤੇ ਲਾਨਤ ਹੈ। ਯਹੂਦੀ ਹਿੰਦੂ ਸਿੱਖ ਈਸਾਈ ਸਾਰੇ ਇਹਨਾਂ ਨਾਲ ਚੰਗੇ ਨੇ। ਉਹ ਆਏ ਨੇ ਜਾਂ ਉਹਨਾਂ ਨੂੰ ਮੁਲਕ ਇਹ ਮਿਲਿਆ ਉਸ ਮੁਲਕ ਦੇ ਵਫਾਦਾਰ ਨੇ। ਤੋੜਨਾ ਨਹੀਂ ਚਾਹੁੰਦੇ ਮੁਲਕ ਨੂੰ। ਜਿਨ੍ਹਾਂ ਨੇ ਮੁਖਾਲਫਤ ਕੀਤੀ ਸੀ ਪਾਕਿਸਤਾਨ ਵਿੱਚ ਮੈਨੂੰ ਦਰਜਾ ਬੋਲ ਪਿਆ ਅੰਦਰੋਂ ਮਰਜ਼ਾਈ ਕੱਢ ਇਹਨੂੰ ਮਰਜ਼ਾਈ ਵਾਲੇ ਖੂਨ ਨੂੰ ਅੰਦਰੋਂ ਕੱਢ ਇਹਨੂੰ ਬਾਲਾ ਦੇ ਥੋੜਾ ਜਿਹਾ ਬਾਹਰ। ਮੈਂ ਕਹਿ ਰਿਹਾ ਪਾਕਿਸਤਾਨ ਦੀ ਮੁਖਾਲਫਤ ਸਭ ਨੂੰ ਪਹਿਲੇ ਜਿਨ੍ਹਾਂ ਨੇ ਮੁਖਾਲਫਤ ਕੀਤੀ ਹੈ ਉਹਨਾਂ ਦੇ ਖਿਲਾਫ ਤੂੰ ਬੋਲ। ਚੱਲ ਦੱਸ ਬਾਲਾ ਦੇ ਇਹਨੂੰ ਅੰਦਰੋਂ। ਇਹਨੂੰ ਗੱਲ ਸੁਣ, ਉਹ ਤੱਤਾ ਤਵੇ ਤੇ ਬਵੇਂਗੇ ਨਾ ਤੇ ਬਾਲਾ ਆਵੇਗਾ ਜਿਹੜਾ ਅੰਦਰ ਗੰਦਾ ਖੂਨ ਹੈ ਨਾ ਜਿਹੜਾ ਤੇਰੇ ਅੰਦਰ ਮਿਰਜ਼ਾਈਅਤ ਦਾ ਉਹ ਬਾਲਾ ਕੱਢ ਬਾਹਰ ਆਵੇਗਾ। ਬੋਲ। ਅੱਛਾ ਜਿਨ੍ਹਾਂ ਪਾਕਿਸਤਾਨ ਦੀ ਮੁਖਾਲਫਤ ਕੀਤੀ ਕੀ ਕਰੀਏ? ਉਹਨਾਂ ਨੂੰ ਮਾਰ ਛੜੀਏ? ਨਹੀਂ ਬਿਲਕੁਲ ਨਹੀਂ ਮਾਰਨਾ ਚਾਹੀਦਾ। ਮੈਂ ਕਹਤਾ ਨਹੀਂ ਕਿ ਉਹਨਾਂ ਨੂੰ ਮਾਰਨਾ ਚਾਹੀਦਾ। ਉਹਨਾਂ ਦੇ ਕੋਲ ਆਪਣੇ ਵਜੂਹਾਤ ਹੋਣਗੀਆਂ, ਠੀਕ ਹੈ, ਦਲੀਲ ਉਸ ਟਾਈਮ ਦੀ ਹੋਏਗੀ। ਉਹ ਕਿਉਂ ਮੁਖਾਲਫਤ ਕਰਦੇ ਸਨ? ਅੱਜ ਦੱਸ ਵਾਲਾ ਯਾਰ ਆਬਵੀਅਸਲੀ ਉਹ ਦੇਖੋ ਉਹ ਤਾਂ ਹੀ ਮੁਖਾਲਫਤ ਕਰਦੇ ਸਨ ਕਿ ਮੁਸਲਮਾਨਾਂ ਦਾ ਇਤਿਹਾਦ ਜਿਹੜਾ ਉਹ ਕਮਜ਼ੋਰ ਨਾ ਹੋ ਜਾਏ। ਜਿਹੜੇ ਮੁਸਲਮਾਨ ਇੱਧਰ ਉੱਧਰ ਹੋ ਜਾਣਗੇ, ਅਸੀਂ ਇਕੱਠੇ ਰਹਿ ਕੇ ਆਪਣੇ ਹਕੂਕ ਮੰਗੀਏ। ਉਹਨਾਂ ਦੀ ਆਪਣੀ ਰੀਜ਼ਨ ਸੀ। ਮੈਂ ਤਾਂ ਨਹੀਂ ਕਹਿ ਰਿਹਾ ਉਹ ਗਲਤ ਕਰਦੇ ਸੀ। ਤੇ ਇਹ ਮਿਰਜ਼ਾਈ ਕਿਉਂ ਨਹੀਂ ਸਨ ਪਾਕਿਸਤਾਨ ਬਣਾਉਣਾ ਚਾਹੁੰਦੇ? ਮਰਜ਼ਾਈਆਂ ਦਾ ਮੈਂ ਕੋਈ ਮਰਜ਼ਾਈਆਂ ਦਾ ਚਾਚਾ ਤੇ ਨਹੀਂ। ਮੇਰੇ ਤੋਂ ਮੈਨੂੰ ਕੀ ਲੱਗ ਪਤਾ ਚਾਚਾ ਤਾਂ ਨਹੀਂ ਹੈ, ਭਤੀਜਾ ਤੇ ਹੈ ਨਾ। ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਕਿ ਮਰਜ਼ਾਈਆਂ ਨੇ ਆਖਿਆ ਮਰਜ਼ਾਈਆਂ ਨੇ ਲਿਖਿਆ ਹੈ ਕਿ ਅਸੀਂ ਪਾਕਿਸਤਾਨ ਨਾ ਹੋਵੇਗਾ ਤੇ ਆਰੀਆਂ ਦਾ ਬਾਦਸ਼ਾਹ ਐਲਾਨ ਤਾਂ ਪੂਰਾ ਹੋਵੇਗਾ। ਅਗਰ ਪਾਕਿਸਤਾਨ ਹੋਵੇਗਾ ਅਸੀਂ ਪਾਕਿਸਤਾਨ ਚਲੇ ਜਾਾਂਗੇ ਰਬਵੇ ਜਾ ਕੇ। ਉਹ ਗੱਲ ਤੇ ਕਰ ਲੈਂਦੇ ਨਾ ਮੂੰਹ ਉਹ ਵਿੱਚ ਰੱਖ ਇਹਨੂੰ ਮੂੰਹ ਦੇ। ਉਹ ਇਹਨੂੰ ਮੂੰਹ ਦੇ ਵਿੱਚ ਰੱਖਾਂ 2 ਮਿੰਟ, ਇਹਨੂੰ ਵਿੱਚ ਰੱਖ ਮੂੰਹ ਦੇ। ਇਹ ਤਾਂ ਨਹੀਂ ਸਨ ਪਾਕਿਸਤਾਨ ਬਣਾਉਣਾ ਚਾਹੁੰਦੇ ਕਿਉਂਕਿ ਇਹ ਆਪਣੇ ਪਿਓ ਦਾ ਐਲਾਨ ਪੂਰਾ ਕਰਨਾ ਚਾਹੁੰਦੇ ਸੀ। ਇਹਨਾਂ ਦੀ ਤਾਂ ਖਾਸ਼ ਹੈ ਸੀ ਭਾਵੇਂ ਮੁਸਲਮਾਨ ਹਿੰਦੂਆਂ ਦੇ ਹੱਥੋਂ ਕਤਲ ਹੋਣ, ਭਾਵੇਂ ਮੁਸਲਮਾਨਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਣ, ਭਾਵੇਂ ਮੁਸਲਮਾਨਾਂ ਦੇ ਬੱਚੇ ਮਰ ਜਾਣ, ਲੇਕਿਨ ਇਹ ਚਾਹੁੰਦੇ ਸਨ ਕਿ ਸਾਡੇ ਪਿਓ ਦਾ ਐਲਾਨ ਪੂਰਾ ਹੋ ਜਾਏ। ਇਹ ਤਾਂ ਨਹੀਂ ਸਨ ਬਣਾਉਣਾ ਚਾਹੁੰਦੇ। ਜਿਹੜੇ ਮੁਸਲਮਾਨ ਪਾਕਿਸਤਾਨ ਨਹੀਂ ਸੀ ਬਣਾਉਣਾ ਚਾਹੁੰਦੇ ਉਹ ਇਸ ਵੇਲੇ ਨਹੀਂ ਸੀ ਬਣਾਉਣਾ ਚਾਹੁੰਦੇ ਕਿ ਅਸੀਂ ਮੁਲਕ ਲਹਿਦਾ ਬਣਾਉਣ ਦੀ ਬਜਾਏ ਅਸੀਂ ਖਿਲਾਫਤ ਵਾਸਤੇ ਕੋਸ਼ਿਸ਼ ਕਰੀਏ। ਅਸੀਂ ਮੁਸਲਮਾਨਾਂ ਦੇ ਤਹਿਰੀਕੇ ਖਿਲਾਫਤ ਨੂੰ ਮਜ਼ਬੂਤ ਕਰੀਏ ਤੇ ਮੁਸਲਮਾਨਾਂ ਦੀ ਇੱਕ ਯੂਨਿਟੀ ਹੋ ਜਾਏ। ਅਗਰ ਅਸੀਂ ਇੱਥੇ 2 ਟੁਕੜੇ ਹੋ ਜਾਵਾਂਗੇ, ਹਿੰਦੁਸਤਾਨ ਲਹਿਦਾ ਹੋ ਜਾਏਗਾ, ਪਾਕਿਸਤਾਨ ਲਹਿਦਾ ਹੋ ਜਾਏਗਾ ਤੇ ਮੁਸਲਮਾਨਾਂ ਦੀ ਤਾਕਤ ਡਿਵਾਈਡ ਹੋ ਜਾਏ। ਉਹਨਾਂ ਦਾ ਇੱਕ ਇਜਤਿਹਾਦ ਸੀ। ਉਹ ਇਜਤਿਹਾਦ ਗਲਤ ਸੀ ਜਾਂ ਸਹੀ ਸੀ, ਲੇਕਿਨ ਉਹ ਕਮ ਅਜ਼ ਕਮ ਕੋਈ ਜ਼ਾਤੀ ਖਾਸ਼ ਜਾਂ ਉਹਨਾਂ ਦਾ ਕੋਈ ਪਿਓ ਦਾ ਲਾਭ ਤੇ ਨਹੀਂ ਸੀ ਜਿਹਨੂੰ ਪੂਰਾ ਕਰਨ ਵਾਸਤੇ ਤੁਸੀਂ ਪਾਕਿਸਤਾਨੀ ਬਣਨਾ ਚਾਹੀਦਾ। ਇਹ ਤੇ ਪਾਕਿਸਤਾਨ ਨੂੰ ਆਂਦੇ ਸਨ ਅਗਰ ਬਣ ਵੀ ਗਿਆ ਨਾ, ਅਗਰ ਬਣ ਵੀ ਗਿਆ ਤਾਂ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ ਖਤਮ ਹੋ ਜਾਏ ਤੇ ਉਹ ਹਿੰਦੁਸਤਾਨ ਦਾ ਹਿੱਸਾ ਬਣ।
ਜਾ ਇਹਨਾਂ ਨਾਲ ਜਾ ਕੇ ਰਲ ਕੇ ਮਨਾ 14 ਅਗਸਤ। ਤੇਰੀ ਪੈਦਾਇਸ਼ ਤੇ ਲਾਨਤ ਹੈ, ਤੇਰੀ ਪੈਦਾਇਸ਼ ਮੈਨੂੰ ਸਮਝ ਨਹੀਂ ਆਉਂਦੀ ਕਿਹੜੇ ਕੰਮ ਵਾਸਤੇ ਹੋਈ। ਤੂੰ ਕਿਉਂ ਇਸ ਦੁਨੀਆ ਦੇ ਉੱਤੇ ਅੱਲਾ ਦੀ ਧਰਤੀ ਨੂੰ ਨਾਪਾਕ ਕੀਤੇ ਹੈ। ਤੇਰੇ ਪਿਓ ਦੀ ਫੋਟੋ ਇਹਨੇ ਸਿੱਧੂ ਨੇ ਲਾਈ, ਤੇਰਾ ਇਹ ਬਾਇਓਡਾਟਾ ਲੋਕਾਂ ਨੂੰ ਕੱਢ ਕੇ ਦਿੱਤਾ, ਤੇਰੀਆਂ ਗਾਲਾਂ ਲੋਕਾਂ ਨੂੰ ਕੱਢ ਕੇ ਵਹਾਈਆਂ। ਤੂੰ ਐਸਾ ਖਬੀਸ ਹੈ, ਐਸਾ ਲਾਂਤੀ ਹੈ ਕਿ ਇਹ ਵੀ ਤੇਰੇ ਚ ਗੈਰਤ ਨਹੀਂ ਆਈ ਤੇ ਤੂੰ ਟਿਕਟਾਕ ਨਹੀਂ ਛੱਡੀ। ਤੂੰ ਉੱਥੋਂ ਆਪਣੇ ਮੂੰਹ ਚੁੱਕ ਕੇ ਤੇ ਲਗਾ ਉਹਨੇ ਤੇ ਆਨੇ ਸਿੱਧਾ ਮੁਸਲਮਾਨਾਂ ਦੇ ਥੱਲੇ ਵੜ ਜਾਣਾ। ਜਿਵੇਂ ਉਹ ਨਹੀਂ ਹੁੰਦਾ ਟੋਮੀ ਪੈਰਾਂ ਦੇ ਵਿੱਚ ਆ ਕੇ ਪੁਛਲ ਮਾਰਨ ਲੱਗ ਪੈਂਦਾ, ਇੰਜ ਪੁਛਲ ਮਾਰਦਾ ਥੱਲੇ ਆ ਕੇ ਵੜ ਜਾਣਾ। ਲਾਂਤੀ ਆ, ਜਾ ਕੇ ਆਪਣੇ ਭਰਾਵਾਂ ਨਾਲ ਜਾ ਕੇ ਮਨਾ ਜਾ ਕੇ 14 ਅਗਸਤ। ਸੁਣ ਲਓ ਮੇਰੀ ਵੀ ਸੁਣ ਲਓ। ਤੇਰੀ ਪੈਦਾਇਸ਼ ਤੇ ਲਾਨਤ ਕੀ ਤੇਰੀ ਸੁਣੀਏ, ਤੇਰੀ ਪੈਦਾਇਸ਼ ਤੇ ਲਾਨਤ। ਗੁਫ਼ਤਗੂ ਦੇ ਕੁਝ ਆਦਾਬ ਹੁੰਦੇ ਨੇ। ਕਿਹੜੀ ਗੁਫ਼ਤਗੂ ਤੇਰੇ ਨਾਲ? ਕਿਹੜੀ ਗੁਫ਼ਤਗੂ? ਤੂੰ ਪਾਕਿਸਤਾਨ ਹੈ ਨਾ, ਤੇਰੇ ਹੱਥ ਦਾ ਲਾਂਤੀ ਪਾਕਿਸਤਾਨ ਹੈ। ਤੂੰ ਜੇਲ੍ਹ ਚ ਹੋਵੇਗਾ ਤੇ ਪਾਕਿਸਤਾਨ ਹੋ ਗਈ ਏ ਕਿਸੇ ਟਾਈਮ। ਤੂੰ ਐਸਾ ਲਾਂਤੀ ਆ ਸਕਦਾ ਹੈ। ਤੇਰੀ ਪੈਦਾਇਸ਼ ਐਸੀ ਲਾਂਤੀ ਪੈਦਾਇਸ਼ ਹੈ ਕਿ ਤੇਰੇ ਨਾਲ ਗੁਫ਼ਤਗੂ ਕਾਹਦੀ ਕਰਨੀ। ਮੈਂ ਤਾਂ ਤੇਰੀ ਸ਼ਕਲ ਨਹੀਂ ਵੇਖਣਾ ਚਾਹੁੰਦਾ ਯਾਰ। ਸੁਣ ਤੇ ਲੋ, ਤੇਰੇ ਨਾਲ ਕਲਾਮ ਨਹੀਂ ਸੁਣਨਾ। ਤੇਰੀ ਕਿਵੇਂ ਸੁਣਨਾ? ਤੇਰੀ ਮੈਂ ਸੁਣਨੀ ਨਹੀਂ ਚਾਹੁੰਦਾ। ਨਹੀਂ ਵੇਖਣਾ ਚਾਹੁੰਦੇ, ਕਲਾਮ ਨਹੀਂ ਕਰਨਾ ਚਾਹੁੰਦੇ। ਤੇਰੀ ਆਵਾਜ਼ ਨਹੀਂ ਸੁਣਨਾ ਚਾਹੁੰਦਾ। ਦਫਾ ਹੋ ਜਾ। ਇੱਥੇ ਅੰਬ ਲੈਣ ਆਇਓ, ਇੱਥੇ ਅੰਬ ਲੈਣ ਆਇਓ। ਤੇਰੇ ਪਿਓ ਦਾ ਮੈਂ ਲਾਂ ਫਲਾਂਟਿੰਗ ਪੜਨ ਆਇਆ। ਮੈਂ ਸੁਣ ਲਈ ਹੁਣ। ਨਹੀਂ ਹਿੰਮਤ ਹੈ, ਇੰਨੀ ਔਕਾਤ ਹੈ ਕਿ ਗੱਲ ਕਰ ਨਹੀਂ ਸਕਦੇ। ਸੁਣ ਕਿਹੜੀ ਤੂੰ ਗੱਲ ਕਰਨੀ ਹੈ? ਕਿਹੜੀ ਗੱਲ ਕਰਨੀ ਹੈ? ਕਿਹੜੀ ਤੈਨੂੰ ਗੱਲ ਕਰਨੀ ਆਉਂਦੀ? ਤੂੰ ਆਪਣੇ ਪਿਓ ਨੂੰ ਲਿਆ ਜਿਹੜਾ ਪੁਲਿਸ ਚ ਰਾਮ ਕਬਾਈ ਇਕੱਠੀ ਕਰਕੇ ਤੈਨੂੰ ਪਾਲ ਕੇ ਗਿਆ, ਉਹਨੂੰ ਲਿਆ, ਉਹਨੂੰ ਮੇਰੇ ਨਾਲ ਗੱਲ ਕਰਾ। ਤੂੰ ਮੇਰੇ ਨਾਲ ਕੀ ਗੱਲ ਕਰਨੀ? ਫੋਨ ਕਰ ਪਿਓ ਨੂੰ ਤੇ ਉਹਨੂੰ ਆਖ ਵੀ ਮੈਂ ਮਰਜ਼ਈਆਂ ਦਾ ਮੈਂ ਹੱਥੀ ਆ ਤੇ ਅੱਬਾ ਜੀ ਆਓ ਜਰਾ ਇੱਥੇ ਬੰਦੇ ਨਾਲ ਗੱਲ ਕਰ। ਅੱਬਾ ਜੀ ਨੂੰ ਲੈ ਕੇ ਐਸੇ ਹਰਾਮੀ ਲੋਕ, ਐਸੀ ਗੰਦੇ ਨੁਤਫੇ ਮੁਸਲਮਾਨਾਂ ਦੇ ਮੱਥੇ ਲੱਗੇ ਨੇ। ਉੱਥੇ ਬਹਿ ਕੇ ਉਸੇ ਪਿਓ ਨਾਲ ਬਹਿ ਕੇ ਇੱਕ ਮੁਸਲਮਾਨ ਆਲਮੀ ਦੀਨ ਨੂੰ ਆਵਾਜ਼ਾਂ ਪੈ ਮਾਰਦਾ ਹੈ ਜਿਹੜੇ ਇਹਦੇ ਪਿਓ ਨੇ ਇਹਦੇ ਹੀ ਸਾਹਮਣੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਮਾਸੂਮ ਜ਼ਾਤ ਦੇ ਉੱਤੇ ਤਬਰਰਾ ਕੀਤਾ। ਇਹ ਐਡਾ ਲਾਂਤੀ ਖਬੀਸ ਹੈ। ਇਹ ਉਹਦੇ ਨਾਲ ਰਲ ਕੇ ਬਹਿ ਕੇ ਮੁਸਲਮਾਨ ਆਲਮੀ ਦੀਨ ਨੂੰ ਆਵਾਜ਼ਾਂ ਪੈ ਮਾਰਦਾ ਹੈ, ਉਹ ਸ਼ਾਹ ਜੀ ਆਏ ਨੇ, ਸ਼ਾਹ ਜੀ ਅੰਦਰ ਆ ਜਾਓ, ਸ਼ਾਹ ਜੀ ਉੱਤੇ ਆਓ, ਸ਼ਾਹ ਜੀ ਉੱਤੇ ਆਓ, ਜਵਾਬ ਦਿਓ। ਲਾਨਤ ਤੇਰੀ ਪੈਦਾਇਸ਼ ਤੇ, ਤੇਰੇ ਪਿਓ ਦੀ ਵੀ ਪੈਦਾਇਸ਼ ਤੇ ਲਾਨਤ, ਜਿਹਨੇ ਇਹੋ ਜਿਹਾ ਗੰਦਾ ਨੁਤਫਾ ਜੰਮਿਆ। ਐਡਾ ਪਲੀਤ, ਐਡਾ ਪਲੀਤ। ਇਹ ਵਟਵਾਣੀ ਹੁੰਦੀ ਤੇ ਕਿਸੇ ਦੀ ਪਲੀਤੀ ਤੇ ਕਮ ਸੇ ਕਮ ਪਾਕ ਕਰਨ ਦੇ ਕਾਬਲ ਹੋ ਜਾਂਦੇ ਨੇ। ਵੱਟਾ ਹੁੰਦਾ ਤਾਂ ਚੰਗਾ ਸੀ, ਵੱਟਾ ਜੰਮਦੀ ਤੇ ਚੰਗਾ ਸੀ। ਇਹਨੂੰ ਤੇ ਲਿਆ, ਇਹਦੇ ਕੋ ਮਨਾਜ਼ਰਾ ਕਰਾਓ, ਇਹ ਮਰਜ਼ਈਆਂ ਨਾਲ ਮਨਾਜ਼ਰਾ ਕਰੇਗਾ। ਇਹ ਸੱਪ, ਸੱਪ ਇਹ ਮੁਸਲਮਾਨਾਂ ਨੂੰ ਡੰਗ ਮਾਰਨ ਨੂੰ ਫਿਰਦਾ। ਨਾ ਮਾਰੋ ਯਾਰ ਕਮਰ ਸਾਹਿਬ, ਨਾ ਮਾਰੋ, ਤੁਹਾਡੀ ਮਿਹਰਬਾਨੀ, ਜਜ਼ਾਕੱਲਾ। ਇਹ ਮੁਸਲਮਾਨਾਂ ਨੂੰ ਸੱਪ ਡੰਗਣ ਨੂੰ ਫਿਰਦਾ ਪਿਆ ਉੱਥੇ ਬਹਿ ਕੇ, ਮਰਜ਼ਾਈਆਂ ਦੀ ਬਰਾੜ ਦੇ ਉੱਤੇ ਬਹਿ ਕੇ, ਤੇ ਮੁਸਲਮਾਨਾਂ ਨੂੰ ਆਵਾਜ਼ਾਂ ਮਾਰ ਕੇ ਉਹਨਾਂ ਨੂੰ ਡੰਗ ਮਾਰਨ ਨੂੰ ਫਿਰਦਾ ਪਿਆ। ਤੁਸੀਂ ਜਾਂਦੇ ਪਿਓ ਇਹਦੇ ਨਾਲ ਬਈ ਇਹਦਾ ਮਨਾਜ਼ਰਾ ਕਰੋ ਉਹਦੇ ਨਾਲ, ਮਰਜ਼ਾਈ ਨਾਲ। ਇਹਨੇ ਕੀ ਮਨਾਜ਼ਰਾ ਕਰਨਾ? ਹਜ਼ਾਰ ਦਰਜੇ ਬਿਹਤਰ ਸੀ ਜਿਹੜੀ ਅਕਬਰ ਖਾਨ ਨੇ ਗੱਲ ਕੀਤੀ ਨਾ, 1000 ਦਰਜੇ ਬਿਹਤਰ ਸੀ। ਜਿਹੜੀ ਵਟਵਾਣੀ ਹੈ ਨਾ, ਉਹ ਇਹਦੇ ਨਾਲ 1000 ਦਰਜੇ ਬਿਹਤਰ, ਕਿਉਂਕਿ ਉਹ ਨਾਪਾਕੀ ਸਾਫ਼ ਕਰਨ ਦੇ ਕੰਮ ਆ। ਜਿਸ ਤਰ੍ਹਾਂ ਟਿਸ਼ੂ ਪੇਪਰ ਹੁੰਦਾ ਹੈ, ਤੁਸੀਂ ਤਾਂ ਇੱਥੇ ਜੰਮੇ ਪਲੇ ਹੋ ਨਾ, ਇਹ ਟਿਸ਼ੂ ਪੇਪਰ ਨਾਲੋਂ ਵੀ ਗਿਆ ਗੁਜ਼ਰਿਆ, ਐਡਾ ਪਲੀਤ ਜੀ। ਆਮਿਰ ਭਾਈਓ, ਅਸਲ ਵਿੱਚ ਨਾ ਮਨਾਜ਼ਰੇ ਮਨੂਜ਼ਰੇ ਦੀ ਉਹ ਤਾਂ ਸਾਨੂੰ ਪਤਾ ਹੀ ਹੈ ਗੱਲ। ਉਹ ਅਸੀਂ ਐਵੇਂ ਬੈਠੇ ਸਨ ਤੇ ਅਸੀਂ ਸ਼ੁਗਲ ਹੀ ਲਾ ਰਹੇ ਸਾਂ, ਇਹਦੇ ਨਾਲ ਲੱਗਦਾ ਕਿੱਥੇ ਮਨਾਜ਼ਰਾ ਕਰਾਉਣਾ। ਦੂਸਰਾ ਇਹ ਵੇ ਕਿ ਇਹ ਜਿਹੜਾ ਪੱਪੂ ਹੈ ਨਾ, ਇਹਦੇ ਨਾ ਰੀਸੈਂਟਲੀ ਮੈਨੂੰ ਦੱਸ ਰਿਹਾ ਸੀ, ਇਹਦੀ ਮੇਰੇ ਨਾਲ ਟਿਕਟੋਕ ਤੇ ਵਟਸਐਪ ਤੇ ਗੱਲ ਹੋਈ ਸੀ। ਇਹ ਮੈਨੂੰ ਦੱਸ ਰਿਹਾ ਸੀ ਕਿ ਇਹ ਹਿੰਦੂ ਜਿਹੜਾ ਨਾ, ਜਿਹੜੇ ਉਹਨਾਂ ਦੇ ਧਰਮ ਹੈ ਨਾ, ਉਹਦੇ ਕੋਲੋਂ ਬੜਾ ਇੰਪ੍ਰੈਸ ਸੀ ਪਿਛਲੇ ਸਾਲ। ਉਹ ਮੈਂ ਕੋਸ਼ਿਸ਼ ਕਰ ਰਿਹਾ ਸਾਂ ਕਿ ਇਹ ਜਿਹੜੀਆਂ ਹਰਕਤਾਂ ਕਰਦੇ ਨੇ, ਬਾਬਾ ਸ਼ਾਬਾ ਤੇ ਫਲਾਣਾ ਟਮਕਾਣਾ ਜਿਹੜੀਆਂ ਗੱਲਾਂ ਕਰ ਰਹੀਆਂ। ਪੱਪੂ ਇੰਪ੍ਰੈਸ ਹੈ ਹਿੰਦੂਆਂ ਦੇ ਕੋਲ? ਜੀ ਜੀ, ਹਿੰਦੂ ਹੋਣਾ ਚਾਹੁੰਦਾ। ਨਹੀਂ, ਇਹ ਤਾਂ ਨਹੀਂ ਉਹਨੇ ਕਿਹਾ ਕਿ ਹਿੰਦੂ ਹੋਣਾ ਚਾਹੁੰਦਾ, ਲੇਕਿਨ ਕਹਿੰਦਾ ਇੰਪ੍ਰੈਸ ਤਾਂ ਬੰਦਾ ਇੰਪ੍ਰੈਸ ਹੁੰਦਾ ਤੇ ਇਹਦਾ ਮਤਲਬ ਭਲਕੇ ਸ਼ੁਰੂ ਕਰ ਦੇਗਾ, ਮੂਰਤੀ ਪੂਜਾ ਕੁਛ ਨਾ ਕੁਛ ਕਰੇਗਾ ਨਾ। ਜੀ ਸਲਾਮ ਅਲੈਕੁਮ ਸਭ ਸਾਥੀਆਂ। ਵਾਲੇਕੁਮ ਸਲਾਮ ਰਹਿਮਤੁਲਾਹ। ਇਹ ਵੇਖ, ਦੋ ਇੱਕ ਵਾਰੀ ਸਵਾਲ ਇਸ ਬੰਦੇ ਨੇ, ਇੱਕ ਆਮਰ ਸਾਹਿਬ ਤੁਹਾਡੇ ਕੋਲ ਹੋਏ ਤੇ ਇੱਕ ਪੱਪੂ ਮਲਕ ਨੂੰ ਅਗੇ ਉਠਾਓ ਥੋੜੀ ਦੇਰ ਤੇ ਉਹਦੇ ਕੋਲ ਹੋਏ। ਇਹਨੇ ਮੇਰਾ ਖੂਨ ਗਰਮ ਕਰ ਛੱਡਣਾ ਹੈ। ਇਹ ਪੱਪੂ ਨੂੰ ਇਸਲਾਮ ਤਿੰਨੋਂ ਨਾ, ਅਮਰ ਭਾਈ ਇੱਕ ਮਿੰਟ, ਅਮਰ ਭਾਈ ਮਾਜ਼ਰਤ ਨਾਲ ਪਤਾ ਨਹੀਂ ਕੌਣ ਚੁੱਕ ਰਿਹਾ।
यार आमिर भाई जी, जब तक इधर आमिर भाई बैठे ना, प्लीज यार कोई भी मॉडरेटर जो है ना, आमिर भाई जिसको पिक करें करने दें जो है, और जिसको ड्रॉप करें, कोई और ना उठाए प्लीज। ਨਹੀਂ ਆਬਦ ਸਾਹਿਬ ਆ ਗਏ ਨੇ, ਆਬਦ ਸਾਹਿਬ ਨਾਲ ਗੱਲ ਕਰਨੇ, ਉਹਦੇ ਤੇ ਲਾਂਤ ਪਾਪਰ ਹੈ ਐਡਾ ਪਲੀਤ ਹੈ, ਮੈਨੂੰ ਵੇਖ ਕੇ ਐਡਾ ਗੁੱਸਾ ਚੜਿਆ ਵੀ ਐਡਾ ਵੀ ਕੋਈ ਬੰਦਾ ਹਰਾਮੀ ਹੋ ਸਕਦਾ। ਉਸ ਹਰਾਮਜ਼ਾਦੇ ਨਾਲ ਰਲ ਕੇ ਤੇ ਮੁਸਲਮਾਨ ਆਲਮੇ ਦੀਨ ਨੂੰ ਗਾਲਾਂ ਪਿਆ ਕੱਢਦਾ ਤੇ ਆਵਾਜ਼ਾਂ ਪਿਆ ਮਾਰਦਾ ਹੈ, ਜਿਸ ਹਰਾਮੀ ਨੇ ਇਹਦੇ ਸਾਹਮਣੇ ਨਬੀ ਪਾਕ ਦੀ ਜ਼ਾਤ ਦੇ ਉੱਤੇ ਐਸਾ ਗੰਦਾ ਤਮਸਕੁਰ ਔਰ ਤਬਰਰਾ ਕੀਤਾ ਹੈ ਕਿ ਉਹ ਸੁਣਿਆ ਨਹੀਂ ਜਾ ਸਕਦਾ। ਇਹ ਹਰਾਮੀ ਉਹਦੇ ਨਾਲ ਜਾ ਕੇ ਆਪਣੇ ਭਰਾ ਨਾਲ ਬਹਿ ਕੇ ਹਰਾਮੀ ਨਾਲ ਤੇ ਉਹ ਸੈਯਦ ਜ਼ਫਰੁੱਲਾ ਸ਼ਾਹ ਨੂੰ ਆਵਾਜ਼ਾਂ ਪੇ ਮਾਰਦਾ ਸੀ। ਇਹ ਇੱਕ ਵਾਰੀ ਆਬਦ ਸਾਹਿਬ ਨੇ ਉਹਨਾਂ ਨੂੰ ਵੇਖ ਲਿਆ ਕਿ ਬਈ ਇਹ ਹਰਾਮੀਆਂ ਦਾ ਗਰੋਹ ਹੈ, ਲਾਂਤੀਆਂ ਦਾ ਗਰੋਹ ਹੈ, ਪਲੀਤਾਂ ਦਾ। ਸਾਲ ਹੋ ਗਿਆ, 2 ਸਾਲ ਹੋ ਚੱਲੇ ਮੇਰਾ ਖਿਆਲ ਹੈ। ਇਹ ਕੱਲ ਮੈਂ ਇਹਨਾਂ ਦੀ ਵੀਡੀਓ ਵੇਖੀ, ਸਲੀਮ ਮੇਰੇ ਨਾਲ ਕਿਤੇ ਲੜਨ ਲੱਗੇ ਸੀ। ਹਾਂਜੀ, ਉਹ ਸਾਬਾਦੀ ਨੇ ਨਬੀਆਂ ਦੀ ਸ਼ਾਨ ਵਿੱਚ ਗੁਸਤਾਖੀ ਕਰ ਰਿਹਾ ਸੀ। ਦੇਖੋ ਕੈਸੇ ਕੈਸੇ ਅਲਫਾਜ਼ ਕਹਿ ਰਿਹਾ ਸੀ ਅੰਬਿਆ ਦੀ ਵਾਲਦਾ ਦੇ ਬਾਰੇ 'ਚ। ਹਾਂਜੀ ਹਾਂਜੀ, ਮੈਂ ਸੁਣਿਆ। ਤੁਹਾਨੂੰ ਜਦੋਂ ਪਤਾ ਲੱਗ ਗਿਆ ਕਿ ਇਹ ਪਲੀਤ ਨੇ, ਨਾਪਾਕ ਲੋਕ ਨੇ, ਗੰਦੇ ਲੋਕ ਨੇ, ਦੁਸ਼ਮਣ ਨੇ ਮੁਸਲਮਾਨਾਂ ਦੇ ਵੀ, ਇਸਲਾਮ ਦੇ ਵੀ, ਮੁਲਕ ਦੇ ਵੀ, ਉਹਦੇ ਬਾਅਦ ਵੀ ਲਾਂਤੀ ਆ ਕੇ ਪਿਆ ਕਹਿੰਦਾ ਉਹ ਯਾਰ ਅੱਜ ਅਹਿਮਦੀ ਭਾਈ ਤੇ ਅਸੀਂ ਰਲ ਕੇ ਨਾ ਤੇ 14 ਅਗਸਤ ਮਨਾਈਏ। ਇਹ ਕੌਣ ਕਹਿੰਦਾ? ਇਹ ਪੱਪੂ ਮਲਕ ਪੇ ਕਹਿੰਦਾ ਜੀ ਅੱਛਾ, ਕਿ ਅਸੀਂ ਅਹਿਮਦੀ ਤੇ ਅਸੀਂ ਰਲ ਮਿਲ ਕੇ ਤੇ 14 ਅਗਸਤ ਮਨਾਈਏ ਤੇ ਪਾਕਿਸਤਾਨ ਦੀ ਬਿਹਤਰੀ ਦੀਆਂ ਗੱਲਾਂ ਕਰੀਏ। ਅਹਿਮਦੀ ਤੇ ਜਿਹੜੇ ਹੈ ਨੇ, ਮਤਲਬ ਹੈ 999 ਅਹਿਮਦੀ ਨੇ, ਕੋਈ 1000 'ਚੋਂ ਇੱਕ ਅੱਧ ਹੋਏਗਾ ਜਿਹੜਾ ਪਾਕਿਸਤਾਨ ਨੂੰ ਆਪਣਾ ਮੁਲਕ ਸਮਝਦਾ ਹੈ। ਤੇ ਅਕਸਰੀਅਤ ਇਹਨਾਂ ਪਾਕਿਸਤਾਨ ਨਾਲ ਨਫ਼ਰਤ ਕਰਦੀ ਹੈ, ਪਾਕਿਸਤਾਨ ਨੂੰ ਮੰਨਦੀ ਹੀ ਨਹੀਂ, ਪਾਕਿਸਤਾਨ ਨੂੰ ਐਕਸੈਪਟ ਹੀ ਨਹੀਂ ਕਰਦੀ, ਪਾਕਿਸਤਾਨ ਨੂੰ ਆਪਣਾ ਇਹ ਮੁਲਕ ਹੀ ਨਹੀਂ ਸਮਝਦੇ। ਬਿਲਕੁਲ ਸਹੀ। ਇਹ ਉਹਨਾਂ ਨੂੰ ਹਮਦਰਦ ਸਮਝਦਾ ਮੁਲਕ ਦਾ। ਔਰ ਇਹ ਪਾਕਿਸਤਾਨ ਨਾਲ ਇਸ ਤਰ੍ਹਾਂ ਨਫ਼ਰਤ ਕਰਦੇ ਨੇ ਜਿਸ ਤਰ੍ਹਾਂ ਕੋਈ ਮਜ਼ਹਬ ਦਾ ਹਿੱਸਾ ਨਹੀਂ ਹੁੰਦਾ, ਕਿ ਮਤਲਬ ਹੈ ਜਿਸ ਤਰ੍ਹਾਂ ਬੰਦੇ ਦਾ ਕੋਈ ਅਕੀਦਾ ਹੁੰਦਾ ਹੈ, ਕੋਈ ਈਮਾਨ ਹੁੰਦਾ ਹੈ ਜਿਸ ਤਰ੍ਹਾਂ ਕਿਸੇ ਚੀਜ਼ 'ਤੇ, ਇਸ ਤਰ੍ਹਾਂ ਪਾਕਿਸਤਾਨ ਨਾਲ ਨਫ਼ਰਤ ਕਰਦੇ ਨੇ। ਇਹਨੂੰ ਕਿਉਂ ਨਹੀਂ ਸਮਝ ਆਉਂਦੀ ਆ? ਕਦੇ ਤੁਸੀਂ ਦੇਖਿਆ ਕਿ ਕਿਸੇ ਕਾਦੀਆਨੀ ਨੇ ਪਾਕਿਸਤਾਨ ਦਾ ਕੋਈ ਝੰਡਾ ਉਹਦੇ ਹੱਥ ਵਿੱਚ ਦੇਖਿਆ ਹੋਏ, ਜਾਂ ਪਾਕਿਸਤਾਨ ਦੇ ਹੱਕ ਵਿੱਚ ਬੋਲਿਆ ਹੋਏ? ਪਾਕਿਸਤਾਨ ਵਿੱਚ 100 ਮਾਮਲਾਤ ਹੋਏ ਨੇ, ਜੰਗਾਂ ਹੋਈਆਂ ਨੇ, ਕਦੇ ਇਹਨਾਂ ਨੇ ਪਾਕਿਸਤਾਨ ਦੇ ਹੱਕ ਵਿੱਚ ਕੋਈ ਗੱਲ ਕੀਤੀ ਹੋਏ? ਤਨਕੀਦ ਕਰਦੇ ਨਜ਼ਰ ਆਉਂਦੇ ਨੇ ਬਸ। ਉਲਟਾ ਖੁਸ਼ ਹੁੰਦੇ ਨੇ ਜਿਹੜੇ ਕੋਈ ਇਸ ਤਰ੍ਹਾਂ ਦੀ ਆਫਤ ਆਏ, ਕੋਈ ਮਸਲਾ ਹੋਏ, ਕੋਈ ਜੰਗ ਹੋਏ ਕਿਸੇ ਮੁਲਕ ਨਾਲ, ਤਾਂ ਇਹ ਖੁਸ਼ ਹੁੰਦੇ ਨੇ। ਜੀ ਜੀ। ਔਰ ਇਹਨਾਂ ਦੀਆਂ ਗੱਲਾਂ ਦੇਖ ਕੇ, ਇਹਨਾਂ ਦੇ ਹਾਲਾਤ ਦੇਖ ਕੇ ਇਹ ਲੱਗਦਾ ਵੇ ਕਿ ਇਸ ਗੱਲ ਵਿੱਚ ਇਹ ਰਾਜ਼ੀ ਨੇ ਕਿ ਨਾਊਜ਼ ਬਿल्ला ਅਸਤਗਫਿਰੁੱਲਾਹ ਕਿ ਪਾਕਿਸਤਾਨ ਖਤਮ ਹੋ ਜਾਏ। ਇਹ ਇਸ ਗੱਲ ਵਿੱਚ ਖੁਸ਼ ਨੇ ਕਿ ਪਾਕਿਸਤਾਨ ਇੰਡੀਆ ਦਾ ਹਿੱਸਾ ਬਣ ਜਾਏ, ਇੰਡੀਆ ਪਾਕਿਸਤਾਨ ਪਰ ਕਬਜ਼ਾ ਕਰੇ। ਇਹ ਚਾਹੁੰਦੇ ਨੇ ਕਾਦੀਆਨੀ, ਖਾਸ ਕਰ ਜਿਹੜੇ ਪਾਕਿਸਤਾਨੀ ਕਾਦੀਆਨੀ ਨੇ। ਹਾਂਜੀ ਹਾਂਜੀ। ਉਹ ਇਹਨਾਂ ਦਾ ਇਲਾਮ ਵੀ ਆਏ ਨਾ, ਅੱਗੇ ਉਹ ਦੱਸ ਰਿਹਾ ਸੀ ਸਾਹਿਲ ਖਾਨ, ਜਿਸ ਤਰ੍ਹਾਂ ਉਹ ਮਿਰਜ਼ਾ ਗੁਲਾਮ ਕਾਦੀਆਨੀ ਦਾ ਇੱਕ ਇਲਾਮ ਨਹੀਂ ਸੀ ਕਿ ਮੈਂ ਆਰੀਆਂ ਦਾ ਬਾਦਸ਼ਾਹ ਵਾਂ। आर्यों का बादशाह, आर्यों का बादशाह। हाँ, आरियों का बादशाह। लेकिन ये वो अगर पाकिस्तान अगर मौजूद है, कायम दायम है, तो वो इलाम इन्हां दा सच्चा साबित नहीं होता। इस तरह का कुछ मैनू सारी गल दा नहीं पता, सही पढ़िया नहीं मैं। एक वजह यह भी हो सकती है इन्हां दी पाकिस्तान नाल नफरत करन दी। ਜਿਹੜੇ ਬੰਦੇ ਪਾਕਿਸਤਾਨ ਨਾਲ ਨਫ਼ਰਤ ਕਰਦੇ ਨੇ, ਉਹ ਕਾਦੀਆਨੀ ਹੋਵੇ, ਮਿਰਜ਼ਈ ਹੋਵੇ, ਜਾਂ ਇਸ ਤਰ੍ਹਾਂ ਦੇ ਜਿਹੜੇ ਕੁਛ ਹੈ ਨੇ, ਕੀ ਨਾ ਇਹਨਾਂ ਦੇ ਆਸਤੀਨ ਦੇ ਸੱਪ ਵਗੈਰਾ, ਤੇ ਪਾਕਿਸਤਾਨ ਵਿੱਚ ਰਹਿੰਦੇ ਕਿਉਂ ਨੇ? ਕਿਸੇ ਦੂਸਰੇ ਮੁਲਕ 'ਚ ਚਲੇ ਜਾਓ, ਪਾਕਿਸਤਾਨ ਦੀ ਨੈਸ਼ਨੈਲਿਟੀ ਖਤਮ ਕਰ ਦਿਓ, ਖਤਮ ਕਰਕੇ ਦੂਸਰੇ ਮੁਲਕ ਜਿਹਨੂੰ ਆਪਣਾ ਮੁਲਕ ਸਮਝਦੇ ਉੱਥੇ ਚਲੇ ਜਾਓ। ਉਹਨਾਂ ਜੋਗੇ ਵੀ ਨਹੀਂ ਨਾ, ਜੋਗੇ ਵੀ ਨਹੀਂ, ਮਜਬੂਰੀ ਇਹਨਾਂ ਨੂੰ। ਜਿਸ ਮੁਲਕ ਦਾ ਖਾਂਦੇ ਨੇ ਉਹਦੇ ਖਿਲਾਫ ਹੀ ਬੋਲਦੇ ਨੇ, ਜਿੱਥੇ ਰਹਿੰਦੇ ਨੇ, ਜਿਹਨੇ ਇਹਨਾਂ ਨੂੰ ਤਹਫੁਜ਼ ਦਿੱਤੇ ਆ, ਇਹਨਾਂ ਦੀਆਂ ਇਜ਼ਤਾਂ महफूज ने ਉੱਥੇ, ਮਾਲ महफूज है। नहीं करें, जो भी मोड पिक कर रहे ना करें, मना किया। ਮੈਂ ਇਹਨੂੰ ਚੁੱਕਿਆ ਇਹਨੂੰ ਆਮਨ ਦੇ 1 ਮਿੰਟ। ਮੈਂ ਇਹਨੂੰ ਟੋਰਾਂ ਉੱਥੇ ਬਲੋਚੀ ਦੇ ਕੋਲ ਜਾ ਕੇ, ਬਲੋਚੀ ਨਾਲ ਰਲ ਕੇ ਬਹਿ ਕੇ ਤੇ ਮਰਜ਼ਾਈਆਂ ਦੀ ਬਰਾੜ ਤੇ ਟੁਰ ਜੋ ਦੋਏ ਭਰਾ ਤੇ ਜਾ ਕੇ ਮਨਾਓ 14 ਅਗਸਤ, ਪਾਕਿਸਤਾਨ ਦੇ ਖਿਲਾਫ ਭੌਂਕੋ ਜਾ ਕੇ। ਅੱਛਾ, ਇਹ ਰਾਂਗ ਨੰਬਰ ਉੱਤੇ ਆ ਗਿਆ। ਪੱਪੂ ਮਲਕ, ਇੱਕ ਸਵਾਲ ਪੁੱਛਣਾ ਹੈ ਤੁਹਾਡੇ ਕੋਲੋਂ, 2 ਹੋ ਗਏ ਨੇ ਬਲਕਿ ਸਵਾਲ। ਇੱਕ ਸਵਾਲ ਤੇ ਇਹ ਤੁਹਾਨੂੰ ਮੈਂ ਇੱਕ ਦਿਨ ਸੁਣਿਆ ਸੀ, ਕਾਫੀ ਮਹੀਨੇ 2-3 ਹੋ ਗਏ ਨੇ, ਇੱਥੇ ਹੀ ਅਸੀਂ ਸਭ ਬੈਠੇ, ਅਮਨ ਅਜ਼ੀਜ਼ ਸਾਹਿਬ ਵੀ ਹੈ ਸਨ, ਤੇ ਤੁਸੀਂ ਆ ਕੇ ਅਮਨ ਅਜ਼ੀਜ਼ ਸਾਹਿਬ ਨੂੰ ਕਹਿੰਦੇ ਸੋ ਜੀ ਕਿ ਇਹ ਗਾਲੀਬਾਜ਼ ਨੇ, ਤੇ ਇਹ ਤੇ ਮਿਰਜ਼ਾ ਸਾਹਿਬ ਤੱਕ ਨੂੰ ਗਾਲੀ ਦਿੱਤੀਆਂ ਨੇ ਇਹਨਾਂ ਨੇ।
ਤਾਂ ਮੇਰਾ ਸਵਾਲ ਤੁਹਾਡੇ ਕੋਲ ਇਹ ਹੈ ਕਿ ਜਿਸਲੇ ਕਾਦੀਆਨੀ ਹਜ਼ਰਾਤ ਮੁਸਲਮਾਨਾਂ ਨੂੰ ਗਾਲਾਂ ਕੱਢਦੇ ਨੇ ਉਸਲੇ ਤੁਹਾਡਾ ਕਦੀ ਖੂਨ ਨਹੀਂ ਖੋਲਿਆ, ਕਦੀ ਤੁਸੀਂ ਸਵਾਲ ਨਹੀਂ ਉਠਾਇਆ ਉਹਨਾਂ ਦੀ ਬਰੋਡ ਤੇ ਜਾ ਕੇ ਜਾਂ ਮੁਸਲਮਾਨਾਂ ਦੀ ਬਰੋਡ ਤੇ ਆ ਕੇ? ਫਿਰ ਇਸ ਤੋਂ ਇਲਾਵਾ ਦੂਸਰੇ ਨੰਬਰ ਤੇ ਇਸ ਤੋਂ ਬੜੀ ਗੱਲ ਇਹ ਹੈ ਕਿ ਕਾਦੀਆਨੀ ਨੇ ਜਿਹੜੇ ਉਹਨਾਂ ਦੇ ਮੁਰੱਬੀ ਨੇ ਜਿਹੜੇ ਉਹ ਅੰਬਿਆ ਦੀ ਸ਼ਾਨ ਵਿੱਚ ਗੁਸਤਾਖੀ ਕਰਦੇ ਨੇ, ਗਾਲਾਂ ਤੱਕ ਦਿੰਦੇ ਨੇ, ਤੇ ਉਸ ਲਈ ਤੁਹਾਡੀ ਕਦੇ ਕੋਈ ਇਮਾਨੀ ਜਾਂ ਅਖਲਾਕੀ ਜ਼ਰੂਰਤ ਮੈਂ ਨਹੀਂ ਦੇਖੀ ਕਿ ਤੁਸੀਂ ਨੇ ਕੋਈ ਸਵਾਲ ਉਠਾਇਆ ਹੋਏ। ਤੇ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਦੇ ਬਾਰੇ ਤੇ ਕਾਦੀਆਨੀਆਂ ਦੇ ਬਾਰੇ ਕਹਿੰਦੇ ਹੋ, ਅਮਰ ਰਜ਼ੀਕ ਸਾਹਿਬ ਦੇ ਉੱਤੇ ਝੂਠਾ ਇਲਜ਼ਾਮ ਲਾ ਕੇ ਕਹਿੰਦੇ ਹੋ ਗਾਲੀਬਾਜ਼ ਨੇ, ਉਹਨਾਂ ਨੂੰ ਗਾਲੀਆਂ ਦਿੰਦੇ ਨੇ। ਜਵਾਬ ਸੁਣ ਲਓ। ਅਮਨ ਰਜ਼ੀਕ ਸਾਹਿਬ ਦੇ ਬਾਰੇ 'ਚ ਮੈਂ ਗੱਲ ਨਹੀਂ ਕਰਾਂਗਾ ਕਿਉਂਕਿ ਇੱਥੇ ਨਰਮ ਨਾਜ਼ੁਕ ਭਾਈ ਬੈਠੇ ਹੋਏ ਨੇ, ਉਹ ਸਨੋਫਲੇਕਸ ਮੈਨੂੰ ਥੱਲੇ ਛੱਡ ਦੇਣਗੇ, ਲਿਆਦਾ ਉਹ ਮੈਂ ਨੋ ਕਮੈਂਟ। ਹਾਂ, ਜਿੱਥੇ ਤੱਕ ਮਿਰਜ਼ਾ ਸਾਹਿਬ ਦੀ ਗੱਲ ਹੈ ਜਾਂ ਕਾਦੀਆਨੀਆਂ ਦੀ, और यार मैं तो थोड़ी देर पहले अकबर खान साहब ने किया है, तुसी ते मिर्जा साहब दी तालीमात ते बेशक अहमदी काम करो, वो गालीबाज सन। ए अमन नज़ीर साहब जी जिसले तशरीफ लाए ने ना ते वड्डे सोफे ते आके बैठे ने, इन्होंने थले लाया, मेरे मुँह च यही गल सी कि मिर्जा साहब गालीबाज ने, अहमदी बेशक गाली कढ़न। यार उस दिन कह रहे थे अमर रज़ीक साहब नु कि गालीबाज ने, कादियानियां गालां देंदे ने, गालीबाज ने ना केड़ा नाल ए भी क्या सी कि इन्हां ने मिर्जा साहब तक नु गालां दित्तियां ने, कड्डियां ने, बिल्कुल कड्डियां। तुसी दो इल्जाम लाए सन ਤੇ ਮੈਂ ਇਹ ਪੁੱਛ ਰਿਹਾ ਕਿਹੜੀ ਗੱਲ ਜਿਹੜੇ ਹਕੀਕਤ ਵਿੱਚ ਗਾਲਾਂ ਦਿੰਦੇ ਨੇ, ਨਬੀਆਂ ਨੂੰ ਗੁਸਤਾਖੀ ਕਰਦੇ, ਉਹਨਾਂ ਨੂੰ ਤੁਸੀਂ ਕਦੀ ਸਵਾਲ ਨਹੀਂ ਉਠਾਇਆ, ਉਹਨਾਂ ਦੇ ਉੱਤੇ ਕਦੀ ਇਤਰਾਜ਼ ਨਹੀਂ ਲਾਇਆ। ਇਹ ਕੀ ਵਜ੍ਹਾ? ਮਿਰਜ਼ਾ ਸਾਹਿਬ ਤੇ ਕਾਦੀਆਨੀ ਨਾਲ ਆਗੋ ਚਲੋ ਇੱਕ ਫਰਜ਼ ਕਰੋ 2 ਮਿੰਟ ਵਾਸਤੇ ਗੱਲ ਮੰਨ ਹੀ ਲਿਓ ਕਿ ਆਮਰ ਸਾਹਿਬ ਨੇ ਉਹਨਾਂ ਨੂੰ ਗਾਲਾਂ ਦਿੱਤੀਆਂ ਨੇ, ਲੇਕਿਨ ਜਿਹੜੇ ਨਬੀਆਂ ਨੂੰ ਗਾਲਾਂ ਦੇ ਦੇਣ, ਮੁਸਲਮਾਨਾਂ ਪੂਰੀ ਉਮਤ ਨੂੰ ਗਾਲਾਂ ਦੇ ਦੇਣ, ਉਹਦੇ ਤੁਹਾਨੂੰ ਕਦੇ ਕੋਈ ਪਰੇਸ਼ਾਨੀ ਨਹੀਂ ਹੋਈ? ਯਾਰ ਸ਼ਾਰਪ ਸ਼ੂਟਰ ਨੂੰ ਇੱਥੇ ਬੁਲਾਓ, ਉਦੋਂ ਕੋ ਪਤਾ ਕਰੋ। ਸਟੂਡੈਂਟ ਭਾਈ ਦੀ ਬਰਾਤ ਤੇ ਮੈਂ ਗਿਆ ਸਾਂ, ਉਹਨਾਂ ਮੰਨਿਆ ਸੀ ਮਿਰਜ਼ਾ ਸਾਹਿਬ ਨੇ ਅੰਬੀਆ ਦੀ ਤੋਹੀਨ ਕੀਤੀ ਹੈ, ਗਾਲੀਬਾਜ਼ ਨੇ, ਮਿਰਜ਼ਾ ਸਾਹਿਬ ਨੇ ਮੁਸਲਮਾਨਾਂ ਦੀ ਔਰਤਾਂ ਨੂੰ ਡੈਸ਼ ਬੋਲਦੇ ਹੈ, ਉਹ ਮੰਨੇ ਸਨ। ਮੇਰਾ ਮੁਨਾਜ਼ਰਾ ਹੋ ਗਿਆ ਅਲਹਮਦੁਲਿਲਾ। ਸ਼ਾਰਪ ਸ਼ੂਟਰ ਭਾਈ ਜਿਹੜਾ ਇੱਥੇ ਮੇਰੇ ਤੇ ਤੁਹਾਨੂੰ ਇਤਬਾਰ ਨਹੀਂ ਆਏਗਾ, ਉਹਦੇ ਤੇ ਸ਼ਾਇਦ ਆ ਜਾਏ, ਮੇਬੀ ਤੁਸੀਂ ਆਜੋ ਤੇ ਵੀ ਇਤਬਾਰ ਨਾ ਕਰੋ। ਪੱਪੂ ਉਹ ਮੇਰੀ ਗੱਲ ਤੇਰੀ ਤੇ ਪਦਾਇਸ਼ ਤੇ ਵੀ ਨਹੀਂ ਸਾਨੂੰ ਤਬਾਰ ਤੇ ਪੱਪੂ ਤੂੰ ਆਪਣੀ ਯਾਰ ਨਜ਼ੀਰ ਸਾਹਿਬ ਟਿਕਟੌਕ ਤੇ ਬਹਿ ਕੇ ਨਾ ਇੰਜ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ। ਚਲਿਏ ਪਾਕਿਸਤਾਨ, ਕੋਈ ਬੰਦਾ ਆ ਕੇ ਗੱਲ ਕਰੇ ਨਾ। ਚਲਿਏ ਪਾਕਿਸਤਾਨ। ਮੈਂ ਤੇ 2 ਵਾਰ ਇਟਲੀ ਆਇਆ ਸਾਂ, ਤੁਸੀਂ ਮੈਨੂੰ ਨਹੀਂ ਮਿਲੇ। ਕਦੋਂ ਤੂੰ ਇਟਲੀ ਆਇਆ? ਮੈਂ ਤੇ 2 ਵਾਰ ਇਟਲੀ ਆਇਆ। ਓਏ ਪੱਪੂ ਆਪਣੀ ਜਿਹੜੀ ਮਾਫੀ ਤਲਾਫੀ ਕਰਨੀ ਹੈ ਨਾ, ਉਹ ਮਾਫੀ ਤਲਾਫੀ ਕਰ, ਪੰਗੇ ਨਾ ਲੈ। ਫਿਰ ਤੂੰ ਕਾਲ WhatsApp ਤੇ ਕਾਲਾਂ ਤੇ ਕੋਈ ਹੋਰ ਗੱਲਾਂ ਕਰਨਾ, ਇੱਥੇ ਬਹਿ ਕੇ ਕੋਈ ਹੋਰ ਗੱਲ ਕਰ ਰਹੇ ਆ। ਨਹੀਂ ਯਾਰ, ਮੈਂ ਕੋਈ ਅੱਲਾ ਮਾਫ ਕਰੇ, ਮੈਂ ਕੀ ਬਹਿਸ ਕਰਨੀ ਹੈ? ਸਾਡੇ ਜੋ ਵੀ ਸਾਡੇ ਮੁਸਲਮਾਨ ਭਾਈ ਨੇ ਆਪਸ ਵਿੱਚ ਇਖਤਲਾਫਾਤ ਹੋ ਜਾਂਦੇ ਨੇ। ਤੂੰ ਜੋ ਮੈਨੂੰ ਤੂੰ ਕੋਈ ਨਹੀਂ, ਸਾਨੂੰ ਨਹੀਂ ਪਤਾ ਤੂੰ ਮੁਸਲਮਾਨ ਹੈ ਕਿ ਤੂੰ ਮਰਜ਼ਾ ਇਨਸਾਨ ਨਹੀਂ, ਤੇਰਾ ਨਹੀਂ ਪਤਾ ਤੇ ਤੁਹਾਨੂੰ ਠੱਪਾ ਲੱਗੇ ਐ। ਮੈਂ ਕਮ ਸੇ ਕਮ ਮੈਨੂੰ ਮੇਰੇ ਤੇ ਵੀ ਤੂੰ ਸ਼ੱਕ ਕਰਨਾ ਕਰ, ਮੈਂ ਤੈਨੂੰ ਨਹੀਂ ਜਾਣਦਾ ਕਿ ਤੂੰ ਮੁਸਲਮਾਨ। ਮੈਂ ਸ਼ੱਕ ਕਰਾਂ ਭਾਈ? ਮੈਂ ਤੇਰੇ ਤੇ ਸ਼ੱਕ ਕਰਨਾ ਹੈ, ਮੈਂ ਤੈਨੂੰ ਨਹੀਂ ਜਾਣਦਾ ਐਜ਼ ਅ ਮੁਸਲਿਮ, ਮੈਂ ਨਹੀਂ ਤੈਨੂੰ ਜਾਣਦਾ। ਨਾ ਜਾਣੋ, ਮੈਂ ਤੁਹਾਡੀ ਕੋਈ ਮਿੰਨਤਾਂ ਕਰ ਰਿਹਾ ਕਿ ਤੇਰੀ ਹਰਕਤਾਂ ਸਾਰੀਆਂ ਲਾਂਤੀਆਂ ਵਾਲੀਆਂ ਤੇ ਹਰਾਮੀਆਂ ਵਾਲੀਆਂ ਨੇ, ਬਗੈਰਤਾਂ ਵਾਲੀਆਂ ਨੇ, ਗੱਦਾਰਾਂ ਵਾਲੀਆਂ ਨੇ, ਕੁੱਤਿਆਂ ਵਾਲੀਆਂ ਨੇ। ਅੰਬੀਆ ਦੀ ਤੋਹੀਨ, ਇਹ ਮੈਂ ਤੁਹਾਨੂੰ ਦੱਸਿਆ, ਅੰਬੀਆ ਦੀ ਤੋਹੀਨ ਤੁਸੀਂ ਕਰਾਈਏ, ਉਮਹਾਤ ਦੀ ਤੋਹੀਨ ਤੁਸੀਂ ਕਰਾਈਏ। 1 ਮਿੰਟ, ਓਏ ਹਰਾਮੀਆਂ, ਓਏ ਕੁੱਤਿਆ, ਬਕਵਾਸ ਬੰਦ ਕਰ। ਆਇਸ਼ਾ ਦੀ ਤੋਹੀਨ, ਓਏ ਤੇਰੇ ਪਿਓ ਨੇ, ਓਏ ਹਰਾਮੀਆਂ, ਓ ਜਾ ਆਪਣੇ ਪਿਓ ਨੂੰ ਬੁਲਾ। ਓਏ ਹਰਾਮੀ, ਜਾ ਆਪਣੇ ਪਿਓ ਨੂੰ ਬੁਲਾ ਕੇ ਲਿਆ। ਮੈਂ ਤੇਰੇ ਪਿਓ ਨੂੰ ਪੁੱਛਾਂ ਕਿ ਉਹਨੇ ਇਹੋ ਜੀ ਗੰਦੀ ਜ਼ੁਰੀਅਤ ਕਿਉਂ ਜੰਮੀ ਹੈ ਕਿ ਜਿਹੜਾ ਤੂੰ ਹਰਾਮਜ਼ਾਦਾ ਜਾ ਕੇ ਫੁਰਕਾਨਾ ਨਬੀ ਪਾਕ ਦੀ ਜ਼ੌਜਾ ਦੇ ਉੱਤੇ ਭੌਂਕਦਾ ਸੀ ਪਿਆ, ਉਹਦੇ ਨਾਲ ਰਲ ਕੇ ਹਰਾਮੀਆਂ ਤੂੰ ਸੈਯਦ ਜ਼ਫਰੁੱਲਾ ਸ਼ਾਹ ਨੂੰ ਆਵਾਜ਼ਾਂ ਪਿਆ ਮਾਰਦਾ ਸੀ। ਉਹ ਲਾਂਤੀਆ, ਉਹ ਮਿਰਜ਼ੇ ਕਾਦੀਆਨੀ ਦੀ ਗੰਦੀ ਜ਼ੁਰੀਅਤ, ਉਹ ਹਰਾਮਜ਼ਾਦਾ, ਉਹ ਫਰਕਾਨਾ ਜਿਹਨੇ ਨਬੀ ਪਾਕ ਦੀ ਮਾਸੂਮ ਜ਼ਾਤ ਦੇ ਉੱਤੇ ਕੁੱਤੇ ਦੀ ਤਰ੍ਹਾਂ ਭੌਂਕ ਰਿਹਾ ਸੀ, ਤੂੰ ਉਹਦੀ ਬਰਾੜ ਤੇ ਮੌਜੂਦ ਸੀ। ਨਹੀਂ ਦੇ ਸਕਦਾ ਉੱਥੇ ਤੂੰ ਉੱਥੇ ਬਰਾੜ ਉਹਦੀ ਤੇ ਗਿਆ ਸੈਂ, ਤੇ ਉਹ ਮਿਰਜ਼ੇ ਕਾਦੀਆਨੀ ਦੀ ਗੰਦੀ ਜ਼ੁਰੀਅਤ ਉਹ ਨਬੀ ਪਾਕ ਦੀ ਮਾਸੂਮ ਜ਼ਾਤ ਦੇ ਉੱਤੇ ਉਹ ਇਤਰਾਜ਼ ਪਿਆ ਕਰਦਾ ਸੀ ਜਿਹੜਾ ਫਤਿਹ ਮਸੀਹ ਨੇ ਕੀਤਾ ਸੀ। ਮੈਨੂੰ ਦੱਸ ਕਿ ਉਹਦੇ ਚ ਮੇਰਾ ਕੀ ਕਸੂਰ ਸੀ ਜਦੋਂ ਤੇਰੀ ਪਦੈਸ਼ ਲਾਂਤੀ ਹੋਈ ਸੀ? ਜਦੋਂ ਤੇਰੀ ਗੰਦੀ ਪਦੈਸ਼ ਹੋਈ ਸੀ ਤੇ ਤੂੰ ਉੱਥੇ ਗਿਆ ਸੈਂ ਤੇ ਉਹਨੇ ਬਕਵਾਸ ਕੀਤੇ ਸਨ, ਤੇਰੇ ਉੱਥੇ ਗਿਆ, ਉਹਦੇ ਚ ਮੇਰਾ ਕੀ ਗੁਨਾਹ ਸੀ? ਦੱਸ, ਉਹਦੇ ਚ ਮੇਰਾ ਕੀ ਕਿਰਦਾਰ ਅਦਾ ਕੀਤਾ ਸੀ ਜਦੋਂ ਤੂੰ ਉੱਥੇ ਗਿਆ ਸੈਂ ਤੇ ਨਬੀ ਪਾਕ ਦੀ ਜ਼ਾਤ ਤੇ ਕੁੱਤਾ ਭੌਂਕਦਾ ਸੀ? ਜਿਹੜੇ ਕਾਲੂ ਦੇ ਨਾਲ ਮੁਨਾਜ਼ਰਾ ਹੋਇਆ ਸੀ ਤੇ ਗਾਲਾਂ ਪਵਾਈਆਂ ਸਨ ਤੁਸੀਂ, ਉਹਦੀ ਗੱਲ ਕਰ ਰਿਹਾ ਮੈਂ। ਉਮਹਾਤ ਤੇ ਜਿਹੜਾ ਭੌਂਕਿਆ ਸੀ, ਕਾਲੂ ਕਿਉਂ ਭੌਂਕਿਆ ਸੀ? ਕਾਲੂ ਉਮਹਾਤ ਤੇ ਕਿਉਂ ਭੌਂਕਿਆ ਸੀ? ਜਿਹੜਾ ਤੇਰੇ ਕੋ ਸਵਾਲ ਦਾ ਲਾ ਹੌਲਾ ਵਲਾ ਓਏ, ਜਿਹੜਾ ਮੈਂ ਤੇਰੇ ਕੋ ਸਵਾਲ ਪਿਆ ਕਰਨਾ ਲਾਂਤੀਆ, ਮੈਂ ਉਹਦਾ ਜਵਾਬ ਪਿਆ ਮੰਗਣਾ, ਤੂੰ ਦੂਜੇ ਸਵਾਲ ਨਾਲ ਜਾਣੇ ਮੇਰੇ ਨਾਲ ਮੁਨਾਜ਼ਰਾ ਸ਼ੁਰੂ ਕਰ ਦਿੱਤਾ। ਦੇਖੋ ਮੈਂ ਤੇ ਕਹਿਣਾ ਫੁਰਕਾਨ ਬਦਤਮੀਜ਼ ਜਾਹਿਲ ਬੰਦਾ ਹੈ। ਉਹ ਪਲੀਤਾ, ਓਏ ਉਹ ਵਟਵਾਣੀ ਨਾਲ ਪਲੀਤਾ, ਓਏ ਵਟਵਾਣੀ ਨਾਲ ਪਲੀਤ, ਮੇਰੀ ਗੱਲ ਸੁਣ। ਵਕੀਲ ਆ ਓਏ ਤੂੰ ਤੂੰ ਵਕੀਲ ਹੁੰਦਾ, ਤੂੰ ਉਹਦੇ ਕੋਲ ਖਲੋ ਕੇ ਸੈਯਦ ਜ਼ਫਰੁੱਲਾ ਸ਼ਾਹ ਨੂੰ ਆਵਾਜ਼ਾਂ ਮਾਰੀਆਂ ਨੇ। ਸ਼ਾਹ ਸਾਹਿਬ ਨੇ ਕੋਈ ਅਲਾਮਾਤ, ਤੂੰ ਹਰਾਮਜ਼ਾਦਗੀ ਕੀਤੀ ਹੈ ਪਰਸੋਂ ਮੇਰੀਆਂ ਅੱਖਾਂ ਦੇ ਸਾਹਮਣੇ। ਤੇਰੇ ਪਿਓ ਤੇ ਲਾਨਤ, ਤੇਰੇ ਤੇ ਲਾਨਤ।
ਉਹ ਤੁਹਾਡੀ ਸਾਹਿਬ ਨੂੰ ਨਸਲ ਤੇ ਛੇੜ ਲਾਨਤ, ਦਿੱਤਾ ਹੈ। ਜਿੰਨਾ ਇਹੋ ਜਿਹੇ ਸੱਪ ਜਿਹੜੇ ਮਰਜ਼ਾਈਆਂ ਦੀਆਂ ਬਰਾਡਾਂ ਤੇ ਜਾ ਕੇ ਬਹਿ ਕੇ ਉਹ ਮੁਸਲਮਾਨਾਂ ਦੇ ਭੌਂਕਣ ਵਾਲੇ, ਉਹ ਤੁਹਾਡੀ ਨਹੀਂ। ਪਦੈਸ਼ ਤੇ ਲਾਨਤ। ਇੱਕ ਮਿੰਟ ਉਹ ਤੁਹਾਡੇ ਮਾਂ ਪਿਓ ਦਾ ਲਾਨਤ ਜਿਨ੍ਹਾਂ ਤੁਹਾਨੂੰ ਹਰਾਮੀ ਜੰਮਿਆ। ਯਾਰ ਇੱਕ ਸੈਕਿੰਡ ਅਮਨਜੀਤ ਸਾਹਿਬ, ਉਹਨਾਂ ਤੇ ਲਾਨਤ ਹੈ। ਸ਼ਾਹ ਸਾਹਿਬ ਨੂੰ ਆਵਾਜ਼ ਮਾਰਨਾ, ਕੋਈ ਸ਼ਾਹ ਸਾਹਿਬ ਨੂੰ ਮੈਂ ਛੇੜਿਆ ਆਵਾਜ਼ ਅਗਰ ਮਾਰ ਤੂੰ ਇਨਸਾਨ ਦਾ ਬੱਚਾ ਹੁੰਦਾ, ਅगर तू हलाल ज़्यादा ਹੁੰਦਾ, मिर्जा कादियानी कहता है हलाल ज़्यादे की ये निशानी है कि वो सीधी राह इख्तियार करता है, हराम ज़्यादे की ये निशानी है कि वो सीधी राह इख्तियार नहीं करता। अगर तू हलाल ज़्यादा ਹੁੰਦਾ तो तू शाह साहब ਨੂੰ ਜਾ ਕੇ ਉਹਨਾਂ ਦੀ ਬਰਾੜ ਤੇ ਪੁੱਛ ਲੈਂਦਾ, शाह साहब ਦਾ ਫੋਨ ਤੇਰੇ ਕੋਲ ਹੈ, ਤੂੰ ਫੋਨ ਤੇ ਪੁੱਛ ਲੈਂਦਾ। लेकिन हराम ज़्यादे की ये निशानी है कि तो सीधी राह इख्तियार नहीं करता, वो इस तरह की राह इख्तियार करता है कि उस हराम ज़ादे के पास जो मिर्ज़ा कादियानी की वो गंदी ज़ुर्रियत फुरकाना, वो इस जैसे गंदे पलीत नापाक नुत्फे वो छोड़ के मरा है जो नबी पाक की ज़ात पर भौंकने वाले हैं। उस कुत्ते के साथ मिलकर तू एक मुसलमान आलमे दीन को आवाज़ें दे रहा था, तू वो लानती। भाई सुन तो लो ना, फुरकान ते मैं लानत ही नहीं भेजदा। ਉਹਦੇ ਤੇ ਨਾ ਲਾਨਤ, ਓਏ ਉਹਦੇ ਤੇ ਨਾ ਆਪਣੇ ਤੇ ਲਾਨਤ ਪਾ, ਪਹਿਲਾਂ ਆਪਣੇ ਤੇ ਲਾਨਤ ਪਾ, ਤੂੰ ਲਾਨਤੀ ਹੈ ਕਿਉਂ? ਮੈਂ ਕਿਉਂ ਲਾਨਤ ਪਾ? ਉਹਦੀ ਵਜ੍ਹਾ ਹੈ ਨਾ, ਮੈਂ ਤੈਨੂੰ ਦੱਸਣਾ ਨਾ ਭਾਈ ਮੈਂ ਓਏ ਤੂੰ ਉਹਦੇ ਤੇ ਲਾਨਤ ਨਹੀਂ ਪਾਉਂਦਾ, ਆਪਣੇ ਤੇ ਪਾ ਨਾ, ਕਿਉਂਕਿ ਤੂੰ ਉਹਦੇ ਕੋਲ ਬਹਿ ਕੇ ਸੁਣ ਲੈ ਨਾ, ਉਹਦੀ ਬਰਾੜ ਦੇ ਉੱਤੇ ਬਹਿ ਕੇ ਲਾਂਤੀਆ, ਉਹਦੀ ਬਰਾੜ ਦੇ ਉੱਤੇ ਬਹਿ ਕੇ ਤੂੰ ਸ਼ਾਹਰਾਂ ਆਵਾਜ਼ਾਂ ਪੇ ਮਾਰਦਾ ਸੀ। ਦੇਖੋ ਅੱਛਾ ਮੇਰੇ ਕੋਲ ਸੁਣ तो ਆਪਣੇ ਉੱਤੇ ਲਾਨਤ ਪਾ, ਸ਼ੀਸ਼ਾ ਕਰਕੇ ਨਾ ਸਾਹਮਣੇ ਜਾਂ ਕੈਮਰਾ ਆਨ ਕਰਕੇ ਆਪਣੇ ਮੂੰਹ ਦੇ ਉੱਤੇ ਲਾਨਤ ਪਾ, ਆਪਣੇ ਤੇ ਲਾਨਤ ਪਾ। ਚਲੋ ਯਾਰ ਤੁਸੀਂ ਇਹ ਹੁਣ ਆਪਣੀ ਆਈ ਤੇ ਆ ਗਏ ਹੋ, ਇਹ ਮੈਂ ਤੈਨੂੰ ਗਲਤ ਗੱਲ ਆਖੀ, ਤੈਨੂੰ ਆਪਣੇ ਆਪ ਦੇ ਉੱਤੇ ਲਾਨਤ ਪਾਣੀ ਚਾਹੀਦੀ। ਨਹੀਂ ਅਮਨ ਨਜ਼ੀਰ ਸਾਹਿਬ, ਇਹਦਾ ਇੱਕ ਹੋਰ ਤਰੀਕਾ ਵੀ ਹੈ ਵੇ, ਸ਼ੀਸ਼ੇ ਅੱਗੇ ਖੜਿਆ ਹੋ ਕੇ ਆਪਣੇ ਆਪ ਨਾਲ ਸਵਾਲ ਕਰਿਆ ਕਰ, ਮੈਨੂੰ ਸਾਰੇ ਲਾਂਤੀ ਆਂਦੇ ਨੇ, ਵਾਕਈ ਮੈਂ ਲਾਂਤੀ ਆ। ਚਲੋ ਤੁਸੀਂ ਦੱਸੋ ਮੈਨੂੰ ਯਾਰ, ਫੁਰਕਾਨ ਦੀ ਬਰਾੜ ਤੇ ਉਹ ਕੋਈ ਗੱਲ ਹੋਈ ਸੀ, ਅਗਰ ਸ਼ਾਹ ਸਾਹਿਬ ਥੱਲੇ ਆਏ, ਮੈਂ ਕਿਹਾ ਯਾਰ ਮੇਰੇ ਕੋਲ ਜਵਾਬ ਨਹੀਂ, ਅਗਰ ਚਲੋ ਸ਼ਾਹ ਸਾਹਿਬ ਸਾਡੇ ਉਸਤਾਦ, ਓਏ ਲਾਂਤੀਆ ਫੁਰਕਾਨਾ ਸਵਾਲ ਕਰਦਾ, ਇੱਥੇ ਕਿਉਂ ਨਹੀਂ ਆਉਂਦਾ? ਫੁਰਕਾਨੇ ਨੇ ਸਵਾਲ ਕਰਨੇ ਨੇ, ਹੁਸੈਨੀ ਸਾਹਿਬ ਦੀ ਬਰਾੜ ਤੇ ਕਿਉਂ ਨਹੀਂ ਆਉਂਦਾ? ਠੀਕ ਹੈ, ਮੈਂ ਉਹਨੂੰ ਕਹਿ ਦਿਆਂਗਾ ਕਦੀ ਨਜ਼ਰ ਜੇ ਆਇਆ ਉਹ ਐਨੇ ਜੋ ਪੁੱਤਰ ਏ ਤੇ ਮੇਰੀ ਬਰਾੜ ਤੇ ਆ ਜੇ, ਹੁਸੈਨੀ ਸਾਹਿਬ ਦੀ ਬਰਾੜ ਤੇ ਆ ਜੇ, ਤੇ ਜਿਹੜਾ ਵੱਡੇ ਤੋਂ ਵੱਡਾ ਸੀ ਉਹਨੂੰ ਲੈ ਕੇ ਆਵੇ। ਹਾਂ ਤੇ ਅਗਰ ਫੁਰਕਾਨ ਮੇਰੇ ਕੋਲ ਪੁੱਛ ਲਿਆ, ਅਮਨ ਨਜ਼ੀਰ ਮੇਰੇ ਕੋਲ ਕਿਉਂ ਨਹੀਂ ਆਂਦਾ? ਓਏ ਹਰਾਮੀਆਂ ਮੈਂ ਤੈਨੂੰ ਪਿਆਨਾ ਲਾਂਤੀਆ ਕਿ ਤੂੰ ਉਹਦੀ ਬਰਾੜ ਦੇ ਉੱਤੇ ਚੜ ਕੇ ਤੂੰ ਸ਼ਾਹਰਾਂ ਨੂੰ ਆਵਾਜ਼ਾਂ ਕਿਉਂ ਮਾਰੀ? ਨਹੀਂ ਤੇ ਮੈਂ ਆਪੇ ਵੀ ਜਵਾਬ ਦੇਣਾ, ਅਲਹਮਦੁਲਿਲਾ ਮੈਂ ਆਪੇ ਵੀ ਜਵਾਬ ਦੇਣਾ, ਲੇਕਿਨ ਜਿੱਥੇ ਜ਼ਰੂਰਤ ਪੈ ਜੇ ਉਲਮਾ ਦੀ, ਦੇਖੋ ਉਲਮਾ ਦੇ ਕੁਝ ਸਟੂਡੈਂਟ ਨੇ ਜਿਹੜੇ ਗਾਲੀਬਾਜ਼ ਨੇ, ਓਏ ਲਾਂਤੀ, ਓਏ ਹਰਾਮੀ, ਓਏ ਤੇਰੇ ਨਾਲ ਵੱਟਾ ਜੰਮਦੀ ਤੋਂ ਚੰਗਾ ਸੀ ਜਿਹਦੇ ਨਾਲ ਕੋਈ ਵਟਵਾਣੀ ਕਰ ਲੈਂਦਾ। ਲਾਂਤੀਆ ਮੈਂ ਸਵਾਲ ਕਰਦਾ, ਸਟੂਡੈਂਟ ਅਗਰ ਸ਼ਾਤਮੀਅਤ ਓਏ ਮਿਰਜ਼ੇ ਦਜਾਲ ਦੇ ਪੈਰੋਕਾਰ ਦੇ ਭਰਾਵਾ, ਮੈਂ ਤੈਨੂੰ ਪਿਆ ਪੁੱਛਣਾ ਵਾ ਕਿ ਲਾਂਤੀਆ, ਜੇ ਤੈਨੂੰ ਸ਼ਾਹ ਹੋਰਾਂ ਨਾਲ ਕੋਈ ਸਵਾਲ ਕਰਨਾ ਸੀ ਤਾਂ ਤੂੰ ਸ਼ਾਹ ਹੋਰਾਂ ਦੀ ਬਰਾੜ ਤੇ ਜਾ ਕੇ ਕਰਨਾ ਸੀ। ਸ਼ਾਹ ਸਾਹਿਬ ਨੂੰ ਆਪਣੀ ਬਰਾੜ ਤੇ ਚੁੱਕਦੇ ਨਹੀਂ ਹੈ ਨਾ, ਬੁਲਾ ਕੀਤੇ ਆ ਸ਼ਾਹ ਸਾਹਿਬ। ਅਗਰ ਨਹੀਂ ਚੁੱਕਦੇ ਤੇ ਫਿਰ ਮੈਂ ਤੈਨੂੰ ਦੱਸਿਆ ਕਿ ਇਹਦਾ ਇਲਾਜ ਹੈ ਵੇ ਕਿ ਸ਼ੀਸ਼ੇ ਅੱਗੇ ਖਲੂ ਕੇ ਤੇ ਮੂੰਹ ਤੇ ਆਪਣੇ ਤੇ ਮੂਤਰ पेशाब करेंगे, शीशे तो रिफ्लेक्ट होकर तेरे मुंह ਦੇ ਉੱਤੇ ਆਵੇਗਾ। ਚਲੋ ਠੀਕ ਹੈ। ਅੱਛਾ ਅਗਰ ਤੈਨੂੰ ਕੋਈ ਮੁਸਲਮਾਨ ਨਹੀਂ ਚੁੱਕਦਾ, ਤੈਨੂੰ ਕੋਈ ਮੁਸਲਮਾਨ ਮੂੰਹ ਨਹੀਂ ਲਾਂਦਾ ਨਾ, ਇਹਦਾ ਮਤਲਬ ਇਹ ਵੇ ਕਿ ਤੈਨੂੰ ਸ਼ੀਸ਼ੇ ਅੱਗੇ ਖਲੋ ਕੇ ਆਪਣੇ ਮੂੰਹ ਦੇ ਉੱਤੇ ਲਾਨਤ ਪਾਣੀ ਚਾਹੀਦੀ। ਚਲੋ ਇੱਕ ਗੱਲ ਦਾ ਜਵਾਬ ਦੇ, ਆਪਣੀ ਪਦਾਇਸ਼ ਤੇ ਲਾਨਤ ਪਾਣੀ ਚਾਹੀਦੀ ਹੈ। ਆਪਣੇ ਮੂੰਹ ਦੇ ਉੱਤੇ ਮੂਤਰਨਾ ਚਾਹੀਦਾ। ਜੂ ਤਾਂ ਕਰਕੇ ਨਾ ਮੇਰੀ ਗੱਲ ਸੁਣ, ਤਰੀਕਾ ਮੈਂ ਤੈਨੂੰ ਦੱਸਾਂ, ਤੈਨੂੰ ਮੈਂ ਤਰੀਕਾ ਦੱਸਣਾ ਮੇਰੇ ਬੱਚੇ, ਮੈਂ ਤੈਨੂੰ ਤਰੀਕਾ ਦੱਸਾਂ। ਠੀਕ ਹੈ, ਇਹਦਾ ਤਰੀਕਾ ਮੇਰਾ ਬੇਟਾ ਇਹ ਵੇ, ਮੇਰੀ ਗੱਲ ਤਾਂ ਸੁਣ ਲੈ ਨਾ, ਮੇਰੀ ਗੱਲ ਸੁਣ। ਵਾਸ਼ਰੂਮ 'ਚ ਜਾ, ਲਾ ਕੇ ਨਾ ਕੱਪੜੇ ਐਂ ਜੂਤਾਂ ਨੂੰ ਕਰਕੇ ਧਾਰ ਮਾਰੇਂਗੇ, ਤੇਰੇ ਮੂੰਹ ਦੇ ਉੱਤੇ ਆ ਜਾਏਗੀ। ਜ਼ਬਰਦਸਤ। ਆਪਣੇ ਮੂੰਹ ਦੇ ਉੱਤੇ ਮੂਤਰ। ਅੱਛਾ ਦੱਸੋ ਮੈਨੂੰ, ਤੁਸੀਂ ਅਗਰ ਤੈਨੂੰ ਕੋਈ ਮੁਸਲਮਾਨ ਮੂੰਹ ਨਹੀਂ ਲਾਂਦਾ, ਤੈਨੂੰ ਕੋਈ ਮੁਸਲਮਾਨ ਆਪਣੀ ਬਰਾੜ ਤੇ ਨਹੀਂ ਚੁੱਕਦਾ, ਤੈਨੂੰ ਤੇ ਤੇਰੇ ਦੂਜਿਆਂ ਦਊ ਤਰੋਂ ਸੱਪਾਂ ਨੂੰ ਅਗਰ ਮੁਸਲਮਾਨ ਮੂੰਹ ਨਹੀਂ ਲਾਂਦੇ ਤੇ ਲਾਂਤੀਓ ਆਪਣੇ ਮੂੰਹ ਦੇ ਉੱਤੇ ਮੂਤਰੋ। ਅੱਛਾ ਮੈਨੂੰ ਦੱਸੋ, ਪਿਸ਼ਾਬ ਕਰੋ, ਤੁਹਾਨੂੰ ਪਤਾ ਲੱਗੇ ਕਿ ਤੁਸੀਂ ਮਰਜ਼ਾਈਆਂ ਦੀ ਬਰਾੜ ਦੇ ਉੱਤੇ ਜਾ ਕੇ ਰਲ ਕੇ ਉਹਨਾਂ ਨਾਲ ਤੇ ਮੁਸਲਮਾਨਾਂ ਦੇ ਉੱਤੇ ਤਬਰਰਾ ਕਰਦੇ ਹੋ। ਮੈਂ ਤੇ ਸ਼ਾਇਦ ਤੁਹਾਡੀ ਉਹ ਜਿਹੜਾ ਪਿਸ਼ਾਬ ਹੁੰਦਾ ਨਾ, ਮੇਰੀ ਗੱਲ ਸੁਣ, ਜਿਹੜਾ ਪਿਸ਼ਾਬ ਹੁੰਦਾ ਨਾ, ਜਿਹੜਾ ਸਾਡਾ ਪਿਸ਼ਾਬ ਉਹਦੇ ਤੇ ਤਜ਼ਾਬ ਹੁੰਦਾ ਹੈ, ਐਸਿਡ ਹੁੰਦਾ। ਹੋ ਸਕਦਾ ਤੇਰਾ ਵੀ ਜਿਹੜਾ ਪਿਸ਼ਾਬ ਹੈ ਉਹਦੇ 'ਚ ਕੋਈ ਐਸਿਡ ਹੋਵੇ ਤੇ ਤੇਰੇ ਅੰਦਰ ਜਿਹੜਾ ਗੰਦ ਹੈ, ਜ਼ੰਗ ਲੱਗੇ ਹੈ, ਤੇਰੇ ਮੂੰਹ ਦੇ ਅੰਦਰ ਜਿਹੜਾ ਜ਼ੰਗ ਲੱਗਿਆ ਹੈ, ਜਿਹੜੀ ਕੋਈ ਤੈਨੂੰ ਉੱਲੀ ਲੱਗੀ ਹੈ ਜ਼ਬਾਨ ਦੇ ਅੰਦਰ, ਹੋ ਸਕਦਾ ਲੈ ਜੇ ਉਹਦੇ ਨਾਲ, ਤੇਰੇ ਮੂਤਰ ਨਾਲ। ਮੂਤਰ ਕਰਕੇ ਤੇ ਵੇਖ ਆਪਣੇ ਮੂੰਹ ਦੇ ਉੱਤੇ, ਚੈੱਕ ਤੇ ਕਰ ਆ ਜਾ ਕੀ ਹੈ ਰਜੇ। ਮੈਂ ਕਹਿ ਰਿਹਾ ਆਪਣੇ ਮੂੰਹ ਦੇ ਉੱਤੇ ਪਿਸ਼ਾਬ ਕਰਕੇ ਚੈੱਕ ਤੇ ਕਰ। 14 ਅਗਸਤ ਓਏ 14 ਅਗਸਤ ਵਾਲੇ ਦਿਨ ਕरेंगे ਜ਼ਿਆਦਾ ਜ਼ੰਗ ਲਵੇਗਾ, ਤੇਰੀ ਜ਼ਬਾਨ ਬਿਲਕੁਲ ਜਿਹੜਾ ਜ਼ਬਾਨ ਨੂੰ ਉੱਲੀ ਲੱਗੀ ਹੈ, ਜ਼ੰਗ ਲੱਗਿਆ ਹੈ, ਸਾਰਾ ਲੈ ਜਾਏਗਾ, ਸਾਫ਼ ਹੋ ਜਾਏਗਾ। ਅੱਛਾ ਮੈਂ ਇਹ ਬਿਹਤਰ ਦਿਨ ਚੰਗਾ ਯਾਰ, ਅੱਜ ਦਾ ਦਿਨ ਛੱਡ ਕੇ ਅੱਜ ਦੇ ਦਿਨ ਜ਼ੰਗ ਲਵੇ ਤੇ ਚੰਗਾ ਹੈ ਨਾ। ਹੁਣ ਤੋਂ ਲੋਨਾ ਯਾਰ ਸੋਨੀ ਸਾਹਿਬ, ਅੱਜ ਦੇ ਦਿਨ ਗੱਲ ਸੁਣ, ਅੱਜ ਦੇ ਦਿਨ ਤੇਰੇ ਜ਼ਬਾਨ ਦੇ ਅੰਦਰ ਵਾਰ ਜਿਹੜਾ ਗੰਦ ਲੱਗਿਆ, ਜਿਹੜਾ ਮਿਰਜ਼ੇ ਕਾਦੀਆਨੀ ਦੀ ਉਸ ਗੰਦੀ ਜ਼ੁਰੀਅਤ ਨਾਲ ਰਲ ਕੇ, ਉਸ ਲਾਂਤੀ ਦੀ ਲਾਂਤੀ ਜ਼ੁਰੀਅਤ ਨਾਲ ਰਲ ਕੇ ਤੇ ਤੂੰ ਭੌਂਕਣਾ ਮੁਸਲਮਾਨਾਂ ਦੇ ਉੱਤੇ।
ਅੱਜ 14 ਅਗਸਤ 2012 ਨੂੰ 2026 ਨੂੰ ਅਗਰ ਲੈ ਜੇ ਤੇ ਕੀ ਹੈ ਰਜੇ ਅਗਲੇ ਜਿਹੜੇ ਸਾਲ ਨੇ ਉਹ ਬਿਹਤਰ ਹੋ ਜਾਣਗੇ ਨਾ ਤੇਰੇ ਮੂਤਰ ਮੂੰਹ ਦੇ ਉੱਤੇ ਆਪਣੇ ਦੇ ਅਗਰ ਤੈਨੂੰ ਕੋਈ ਮੁਸਲਮਾਨ ਘਾਹ ਨਹੀਂ ਪਾਉਂਦਾ ਤੈਨੂੰ ਕੋਈ ਮੁਸਲਮਾਨ ਆਪਣੀ ਬਰਾੜ ਤੇ ਨਹੀਂ ਚੁੱਕਦਾ ਤੇ ਤੂੰ ਉਸ ਫਰਕਾਨੇ ਨਾਲ ਰਲ ਕੇ ਤੇ ਮੁਸਲਮਾਨਾਂ ਨੂੰ ਵਾਜ਼ਾ ਮਾਰੇਂਗਾ ਉਸ ਹਰਾਮਜ਼ਾਦੇ ਨਾਲ ਰਲ ਕੇ ਉਹ ਜਿਹਦੇ ਗੁਰੂ ਨੇ ਫਤਿਹ ਮਸੀਹ ਦੇ ਸਵਾਲਾਂ ਦੇ ਜਵਾਬ ਦਿੱਤੇ ਸਨ ਉਸੇ ਹਰਾਮਜ਼ਾਦੇ ਨੇ ਆਪਣੇ ਗੁਰੂ ਦੇ ਮੂੰਹ ਦੇ ਉੱਤੇ ਪਿਸ਼ਾਬ ਕੀਤਾ ਉਹਨੇ ਮਿਰਜ਼ੇ ਕਾਦੀਆਨੀ ਦੇ ਮੂੰਹ ਦੇ ਉੱਤੇ ਮੂਤਰਿਆ ਫਰਕਾਨੇ ਨੇ ਉਹਨੇ ਉਹੀ ਸਵਾਲ ਕੀਤਾ ਜਿਹੜਾ ਸਵਾਲ ਫਤਿਹ ਮਸੀਹ ਕਰਦਾ ਸੀ ਤੇ ਨੂਰੁਲ ਕੁਰਾਨ ਚ ਉਹਨੇ ਜਵਾਬ ਦਿੱਤਾ ਇਹਦਾ ਹਰਾਮਜ਼ਾਦਿਓ ਉਹ ਸਵਾਲ ਕਰਨ ਵਾਲੇ ਨਾਲ ਜਾ ਕੇ ਰਲ ਕੇ ਤੂੰ ਮੁਸਲਮਾਨਾਂ ਦੇ ਉੱਤੇ ਭੌਂਕੇਗਾ ਹੁਣ ਖਤਮੇ ਨੂੰ ਉਹਦਾ ਕੰਮ ਕਰਨਾ ਹੀ ਨਹੀਂ ਹੁਣ ਇਹਨਾਂ ਹਰਾਮਜ਼ਾਦਿਆਂ ਨਾਲ ਹੀ ਨਿਬੜਨਾ ਚਾਹੀਦਾ ਸਿਰਫ ਤੇ ਉਹਨਾਂ ਹਰਾਮਦਿਆਂ ਨਾਲ ਜਿਹੜੇ ਇਹਨਾਂ ਨੂੰ ਮੁਸਲਮਾਨ ਮੰਨਦੇ ਨੇ ਇਹਨਾਂ ਨੂੰ ਆਪਣੇ ਨਾਲ ਬੰਨ੍ਹਦੇ ਨੇ ਤੇ ਸਮਝਦੇ ਨੇ ਸਾਡੇ ਮੁਸਲਮਾਨ ਭਾਈ ਆ ਇਹਨਾਂ ਪਲੀਤਾਂ ਨਾਲ ਨਿਬੜਨਾ ਚਾਹੀਦਾ ਬਸ ਮਜਾਈਆਂ ਦੀ ਤੇ ਇੰਨੀ ਹਿੰਮਤ ਹੀ ਕੋਈ ਨਹੀਂ ਤਦਾਦ ਹੀ ਕੋਈ ਨਹੀਂ ਹੈ ਉਹ ਉੱਤੇ ਢਹਿਣ ਲੱਗੇ ਨੇ ਸਾਡੇ ਇਹਨਾਂ ਪਲੀਤਾਂ ਨੂੰ ਛਿੱਤਰ ਫੇਰੋ ਜਿਨ੍ਹਾਂ ਨੂੰ ਸ਼ੌਕ ਹੈ ਟਿਕਟਾਕ ਦੇ ਉੱਤੇ ਯਬ ਕਰਨ ਦਾ ਉਹ ਤੁਹਾਨੂੰ ਗਲਤੀ ਪਈ ਲੱਗਦੀ ਜੇ ਮਿਰਜ਼ਾ ਮਹਿਮੂਦ ਦੀ ਜ਼ੁਰੀਅਤ ਜੇ ਸਾਰੀ ਯਕੀਨ ਕਰੋ ਸਾਰੀ ਮੇਰਾ ਗੰਦੀ ਜ਼ੁਰੀਅਤ ਹੈ ਸਾਰੀ ਜੀ ਉੱਤੋਂ ਲੈ ਕੇ ਥੱਲੇ ਤਾਈਂ ਗੰਦੀ ਜ਼ੁਰੀਅਤ ਪਰ ਇਹ ਮੰਨੋ ਇਹਦੇ ਤੇ ਵੇਖ ਇਹ ਹਰਾਮੀ ਆਪਣੇ ਆਪ ਨੂੰ ਮੁਸਲਮਾਨ ਕਹਿਣ ਵਾਲੇ ਤੈ ਝਾਰ ਸੱਪ ਇਹ ਮੁਸਲਮਾਨਾਂ ਨੂੰ ਛੱਡਦੇ ਹੀ ਨਹੀਂ ਹਨ ਉੱਥੇ ਉਹਦੇ ਨਾਲ ਰਲ ਕੇ ਤੇ ਉਹਨਾਂ ਨੂੰ ਵਾਜ਼ਾਂ ਸ਼ਾਹਰਾਂ ਨੂੰ ਵਾਜ਼ਾਂ ਮਾਰਦਾ ਉਹਨੇ ਐਡਾ ਸਵਾਲ ਕੀ ਕਰਨਾ ਉਹਨੂੰ ਇੱਥੇ ਲਿਆ ਮੇਰੇ ਕੋਲ ਜਾਂ ਉਹਨੂੰ ਫੋਨ ਕਰਕੇ ਆਪਣੇ ਭਰਾ ਨੂੰ ਬੁਲਾ ਕੇ ਲਿਆ ਇੱਥੇ ਉਹਦੇ ਮੈਂ ਸਵਾਲ ਦਾ ਜਵਾਬ ਦੇ ਇਸ ਹਰਾਮਜ਼ਾਦੇ ਨੂੰ ਇੰਨਾ ਹੀ ਨਹੀਂ ਪਤਾ ਕਿ ਬਈ ਮਿਰਜ਼ਾਈ ਤੇ ਦਾਇਰਾ ਇਸਲਾਮ ਤੋਂ ਖਾਰਜ ਨੇ ਉਹਨਾਂ ਦਾ ਕਿਸੇ ਮੁਸਲਮਾਨ ਦੇ ਉੱਤੇ ਸਵਾਲ ਕਰਨ ਦਾ ਕੋਈ ਹੱਕ ਹੈ ਵੇ ਕਿ ਫਲਾਣੇ ਮੁਸਲਮਾਨ ਨੇ ਸ਼ਾਤਮੀਅਤ ਕੀਤੀ ਹੈ ਜਾਂ ਸ਼ਾਤਮੀਅਤ ਕਰਵਾਈ ਹੈ ਉਹਨਾਂ ਦਾ ਕੀ ਲੈਣ ਦੇਣ ਸ਼ਾਤਮੀਅਤ ਕਿਸੇ ਨੇ ਪੁੱਛਿਆ ਫਤਿਹ ਮਸੀਹ ਕੌਣ ਸੀ ਫਤਿਹ ਮਸੀਹ ਇੱਕ ਈਸਾਈ ਸੀ ਤੇ ਉਹ ਨਬੀ ਪਾਕ ਦੀ ਮਾਸੂਮ ਜ਼ਾਤ ਦੇ ਉੱਤੇ ਭੌਂਕਦਾ ਸੀ ਕੁੱਤੇ ਦੀ ਤਰ੍ਹਾਂ ਇਹ ਉਹਦਾ ਤਾਰਫ ਆਓ ਤੇ ਅਗਲੀ ਸਟੋਰੀ ਵੀ ਸੁਣਾਓ ਨਾ ਕਿਸੇ ਨੇ ਸਵਾਲ ਕੀਤਾ ਥੱਲੇ ਹੁਣ ਠੀਕ ਹੈ ਬਾਤ ਰਾਜਪੂਤ ਸਾਹਿਬ ਹੁਣ ਮੈਂ ਬੰਦ ਹੁਣ करता ठीक है बात और बड़ी प्यारी बात अस्सलाम वालेकुम अस्सलामुअलैकुम आमिर भाई आपसे आपने एक वीडियो शेयर की हुई थी मिर्जा ताहिर की जिसमें वो कहता है फरिश्ता तस्वीर से छलांग मार के बाहर आ गया वो वीडियो आपने डिलीट कर दी अपनी ब्राड नहीं ਉੱਥੇ ਹੀ ਉਹ ਦੋ ਮੇਰੀਆਂ ਆਈਡੀਆਂ ਨੇ ਨਾ ਇੱਕ ਆਮਰ 3340 ਇੱਕ ਨਜ਼ੀਰ 3340 ओ मैं ढूंढ ਤੁਹਾਡੀ ਆਈਡੀਆਂ ਤੇ ਮੈਨੂੰ ਦੋਵਾਂ ਤੇ ਚੈੱਕ ਕਰੋ ਨਾ ਇਹ ਤੇ ਉਹ ਕੱਲ ਪਰਸੋਂ ਦੀ ਵੀਡੀਓ ਤੇ ਕੋਈ ਪੁਰਾਣੀ ਆਈ ਨਹੀਂ हाँ जी बिल्कुल ਉੱਪਰ ਵਾਲੀਆਂ ਤਿੰਨ ਚਾਰ ਵੀਡੀਓ ਛੱਡੋ ਕਿ ਥੱਲੇ ਨਜ਼ਰ ਆ ਜਾਏਗੀ ਦੋਵੇਂ ਆਈਡੀਆਂ ਚੈੱਕ ਕਰੋ ਮਿਲ ਜਾਏਗੀ ਮੈਂ ਇਹ ਕੱਲ ਵੇਖੀ ਰਾਤ ਨੂੰ अच्छा जी ਸਾਡੇ WhatsApp ਤੇ ਮੈਂ ਇਨਵੀਟੇਸ਼ਨ ਭੇਜੀ ਹੈ ਤੁਸੀਂ ਉਹਦੇ ਤੇ ਇਨਵੀਟੇਸ਼ਨ ਲਾਈ ਹੈ ਤੁਸੀਂ ਵਾਪਸ ਉਹਨੂੰ ਖੋਲਿਆ ਹੀ ਨਹੀਂ ਅਮਰ ਨਜ਼ੀਰ ਸਾਹਿਬ ਮੈਂ ਨਹੀਂ ਵੇਖਿਆ ਆ ਤੇ ਵੀ ਚੈੱਕ ਕਰਿਆ ਜੇ ਨਾ ਮੈਂ ਚੈੱਕ ਕਰਨਾ अमर भाई तबीयत बेहतर हुई है ਅੱਗੇ ਨਾਲੋਂ ਖਰਾਬ ਹੋਈ ਹੋਰ नहीं वो तो बगैरत आ गया सी वो है ਇਹਨਾਂ कि ਪਲੀਤਾਂ बस ਨੂੰ ਵੇਖ ਕੇ ਇਹਨਾਂ ਨਪਾਕਾਂ ਨੂੰ ਇਹ ਵਟਵਾਣੀਆਂ ਨੂੰ ਵੇਖ ਕੇ ਗੰਦੀਆਂ ਵਟਵਾਣੀਆਂ ਨੂੰ ਵੇਖ ਕੇ ਹੋਰ ਤਬੀਅਤ ਖਰਾਬ ਹੁੰਦੀ ਇਹਨਾਂ ਨਾਲ ਇਹਨਾਂ ਦੀਆਂ ਬੇਬੀਆਂ ਵੱਟਾ ਜੰਮ ਛੱਡਦੀਆਂ ਤੇ ਚੰਗਾ ਨਹੀਂ ਸੀ ਅੱਛਾ ਅਹਿਮਦ ਸਾਹਿਬ ਇਹ ਪੱਪੂ ਮਲਕ ਨੂੰ ਦੇਖ ਕੇ ਨਾ ਕਾਫੀ ਮਤਲਬ 2-2.5 ਸਾਲ ਹੋ ਗਏ ਦੇਖਣੇ ਨੂੰ ਲੱਗਦਾ ਇਹਨੂੰ ਆਪਣੀ ਤਜ਼ਲੀਲ ਕਰਾਣਾ ਬੇਇੱਜ਼ਤੀ ਕਰਾਣਾ ਇਹਨੂੰ ਮਜ਼ਾ ਆਉਂਦਾ ਵੇ ਇਸ ਤਰ੍ਹਾਂ ਕਰਾ ਕੇ ਇਹਨੂੰ ਮੈਂ ਅੱਜ ਤੋਂ 4 ਸਾਲ ਪਹਿਲੇ ਆਖਿਆ ਸੀ ਕਿ ਮੈਨੂੰ ਸ਼ੱਕ ਪੈਂਦਾ ਹੈ ਤੇਰਾ ਤਲਕ ਫਿਰਕਾ ਮਲਾਮਤੀਆਂ ਨਾਲ ਹੈ ਹਿੰਦੁਸਤਾਨ 'ਚ ਇੱਕ ਸੀ ਫਿਰਕਾ ਮਲਾਮਤੀਆ ਉਹ ਫਿਰਕਾ ਮਲਾਮਤੀਆਂ ਦਾ ਤਾਰਫ ਇਹ ਵੇ ਕਿ ਉਹਦੇ ਜਿਹੜੇ ਲੋਕ ਸਨ ਨਾ ਉਸ ਫਿਰਕੇ ਦੇ ਉਹ ਕਹਿੰਦੇ ਹੁੰਦੇ ਸੀ ਕਿ ਜਿੰਨਾ ਹੀ ਬੰਦੇ ਦੀ ਬਿਜ਼ਤੀ ਹੋਵੇ ਜਿੰਨਾ ਬੰਦੇ ਨੂੰ ਮੁਆਸ਼ਰੇ ਦੇ ਵਿੱਚ ਜ਼ਲੀਲ ਕੀਤਾ ਜਾਏ ਝੂਠਾ ਕੀਤਾ ਜਾਏ ਉਹਨੂੰ ਜੁੱਤੀਆਂ ਮਾਰੀਆਂ ਜਾਣ ਉਹਦਾ ਮੂੰਹ ਕਾਲਾ ਕੀਤਾ ਜਾਏ ਉਹਨੂੰ ਗਾਲਾਂ ਕੱਢੀਆਂ ਜਾਣ ਉਹਨਾਂ ਉਹਦੇ ਤੇ ਅੱਲਾ ਚੋਖਾ ਰਾਜ਼ੀ ਹੁੰਦਾ ਹੈ ਉਹਨਾਂ ਉਹਦੇ ਤੇ ਬਰਕਾਤ ਨਾਜ਼ਿਲ ਹੁੰਦੀਆਂ ਨੇ ਉਹਨਾਂ ਉਹਦੇ ਤੇ ਨੂਰ ਦੀ ਬਾਰਿਸ਼ ਹੁੰਦੀ ਹੈ ਜਾਂ ਪਤਾ ਨਹੀਂ ਕੀ ਖਿਆਲਾਤ ਸਨ ਉਹਨਾਂ ਦੇ ਮਤਲਬ ਉਹਨੂੰ ਫਾਇਦਾ ਹੁੰਦਾ ਹੋਵੇ ਰੂਹਾਨੀ ਤੌਰ ਤੇ ਹਾਂਜੀ ਮੌਲਾਨਾ ਅਸ਼ਰਫ ਅਲੀ ਥਾਨਵੀ ਨੇ ਨਾ ਉਹਨਾਂ ਦੀ ਇੱਕ ਕਿਤਾਬ ਹੈ ਜਿਹਦੇ 'ਚ ਉਹਨਾਂ ਜ਼ਿਕਰ ਕੀਤਾ ਹੈ ਕਿ ਮੇਰੇ ਖਾਲੂ ਸਨ ਤੇ ਉਹਨਾਂ ਦਾ ਤਲਕ ਫਿਰਕਾ ਮਲਾਮਤੀਆਂ ਨਾਲ ਸੀ
ਉਹਨਾਂ ਦੀ ਗੱਲ ਉਹਨਾਂ ਲਿਖੀ ਹੈ ਵੀ ਮੇਰਾ ਦਿਲ ਕਰਦਾ ਹੈ ਕਿ ਮੈਨੂੰ ਗਲੀ ਦੇ ਵਿੱਚ ਬੱਚੇ ਨੰਗਾ ਵਾਂ ਬਰਹਨਾ ਵਾਂ ਜਿਸਮ ਤੋਂ, ਗਲੀ 'ਚ ਮੈਂ ਜਾ ਰਿਹਾ ਵਾਂ ਤੇ ਬੱਚੇ ਮੇਰੇ ਤੇ ਊਟਿੰਗ ਕਰ ਰਹੇ ਹੋਣ ਤੇ ਬਲਕਿ ਮੈਨੂੰ ਪੱਥਰ ਮਾਰ ਰਹੇ ਹੋਣ ਤੇ ਮੇਰੀ ਸ਼ਰਮਗਾਹ ਨੂੰ ਧਾਗੇ ਨਾਲ ਬੰਨ੍ਹ ਕੇ ਤੇ ਖਿੱਚ ਰਹੇ ਹੋਣ ਹਾਂਜੀ ਗਲੀ ਦੇ ਵਿੱਚ। ਤੇ ਯਾਨੀ ਮੇਰੇ ਅੱਧ ਦਰਜੇ ਦਾ ਜ਼ਲੀਲ, ਜਿਸ ਤਰ੍ਹਾਂ ਮਿਰਜ਼ਾ ਸਾਹਿਬ ਨੇ ਲਿਖਿਆ ईसाइयों ने आख्या भी मेरा मुंह काला किया जाए, मेरे गले में रस्सा डाल के खींचा जाए, जितनी जलील किया जाए मुझे कर सकते हैं वो करें। ਇਹ ਉਹਨਾਂ ਦਾ ਫਿਰਕਾ ਮਲਾਮਤੀਆ ਦਾ ਮੋਟੋ ਹੁੰਦਾ ਸੀ ਕਿ ਵੀ ਜਿੰਨਾ ਜ਼ਲੀਲ ਬੰਦੇ ਨੂੰ ਜ਼ਿਆਦਾ ਹੋਵੇ ਨਾ ਬੰਦਾ, ਉਹਨੇ ਨੂਰ ਔਰ ਬਰਕਾਤ ਦੀਆਂ ਬਾਰਿਸ਼ਾਂ ਹੁੰਦੀਆਂ। ਇਹਨੂੰ ਮੈਂ 4 ਸਾਲ ਪਹਿਲੇ ਆਖਿਆ ਸੀ ਕਿ ਤੂੰ ਕੋਈ ਫਿਰਕਾ ਮਲਾਮਤੀਆ ਦਾ ਤੇ ਨਹੀਂ ਹੈ, ਲਾਂਤੀਆ ਤੈਨੂੰ ਇੰਨੀ ਜੁੱਤੀ ਵਰਦੀ ਏ। ਹੁਣ ਉਹ ਆਪੋ ਪਿਆਂਦਾ ਮੈਨੂੰ ਚੁੱਕਦਾ ਹੀ ਨਹੀਂ, ਕੋਈ ਮੁਸਲਮਾਨ ਚੁੱਕਦਾ ਹੀ ਨਹੀਂ ਮੂੰਹ, ਸਿੱਧੂ ਤੇ ਹੈ ਤੈਨੂੰ ਮੂੰਹ ਲਾਉਣ ਵਾਲਾ, ਹੋਰ ਤੈਨੂੰ ਕੋਈ ਮੁਸਲਮਾਨ ਨਹੀਂ ਚੁੱਕਦਾ। ਇਹਦਾ ਇਲਾਜ ਫਿਰ ਆਪਣੇ ਮੂੰਹ ਤੇ ਪਿਸ਼ਾਬ ਕਰ, ਤੇਰਾ ਮੂੰਹ ਸਾਫ਼ ਹੋਵੇ, ਤੇਰੇ ਮੂੰਹ ਦੇ ਉੱਤੇ ਜਿਹੜਾ ਕੋਈ ਜ਼ੰਗ ਲੱਗੇ ਹੈ, ਤੇਰੀ ਜ਼ੁਬਾਨ ਦੇ ਉੱਤੇ ਕੋਈ ਗੰਦ ਲੱਗੇ ਹੈ, ਇਹ ਮਗਰੋਂ ਲਵੇ ਹੋ ਸਕਦਾ ਤੂੰ ਪਾਕ ਹੋ ਜਾ, ਸਾਫ਼ ਹੋ ਜਾਏ ਤੇ ਤੈਨੂੰ ਕੋਈ ਮੁਸਲਮਾਨ ਮੂੰਹ ਲਾ ਹੀ ਲੇ, ਤੇਰੇ ਨਾਲ ਕੋਈ ਗੱਲ ਕਰ ਹੀ ਲੇ। ਐਡਾ ਪਲੀਤ ਵੀ ਹੋ ਸਕਦਾ ਬੰਦਾ। अस्सलाम वालेकुम आमिर भाई। वालेकुम सलाम। मैं एक बंदे से मिला था, बड़ी दाढ़ी थी, टोपी पहनी हुई थी, इंडियन था। मैंने कहा कौन हो? वो कहता है मैं शैतान हूँ, शैतान। तो मैंने कहा ये जो हम औज़ बिल्लाह मिनश शैतान रजीम पढ़ते हैं वही है? कहता है बिल्कुल मैं वही हूँ, वही हूँ। पता नहीं क्यों था वो वही है फिरका मलामतिया से होगा, उसका दिल होगा कि आप उसको गालियां दे। वो अभी भी है मेरे ਸ਼ਾਮਲ ख्याल ਭਾਈ में। ਮੈਂ ਤੁਹਾਨੂੰ ਕਾਲ ਕਰ ਰਿਹਾ ਸਾਂ ਤੇ ਮੁਨਾਸਬ ਹੋਏ ਥੋੜਾ ਜਿਹਾ ਟਾਈਮ ਮਿਲੇਗਾ ਜਦੋਂ ਫ੍ਰੀ ਹੋਵੋਗੇ ਤੇ क्यों नहीं ਮੈਂ ਤੁਹਾਨੂੰ ਜਿਸ ਟਾਈਮ ਫ੍ਰੀ ਹੋਵੇ ਮੈਨੂੰ ਦੱਸਿਓ, ਮੈਂ ਤੁਹਾਨੂੰ ਕਾਲ ਕਰ ਲਾਂਗਾ। ਬਹੁਤ मैं ਜ਼ਿਆਦਾ खाना खांदा सी disturb पिया अज मेरी ਬਈ ਯਾਰ ਅਹਿਮਦੀ ਭਾਈ ਤੇ ਅਸੀਂ ਮਿਲ ਕੇ ਅੱਜ 14 ਅਗਸਤ ਮਨਾਈ ਹੈ ਯਾਰ। ਅੱਜ 14 ਅਗਸਤ ਤੇ ਪਾਕਿਸਤਾਨ, ਇਹ ਵੀ ਪਾਕਿਸਤਾਨੀ ਨੇ, ਅਸੀਂ ਵੀ ਪਾਕਿਸਤਾਨੀ ਆ ਤੇ ਅਸੀਂ ਕੋਈ ਜਿਹੜਾ ਸਾਡਾ ਕੋਈ ਕਾਮਨ ਪੁਆਇੰਟ ਉਹਦੇ ਤੇ ਅਸੀਂ ਰਲ ਮਿਲ ਕੇ ਕੋਈ ਅੱਛੀਆਂ ਗੱਲਾਂ ਕਰੀਏ। ਐਡਾ ਇਹਨੂੰ ਪਿਆਰ ਔਰ ਲਾਂਤੀਆ ਖਬੀਸਾ ਜਾ ਕੇ ਉਹਨਾਂ ਦੀ ਬਰਾੜ ਤੇ ਬਹਿ ਕੇ ਜੱਫੀ ਪਾ ਤੇ ਉਹਨਾਂ ਨਾਲ ਪਿਆਰ ਲੈ, ਬਲਕਿ ਫਰਕਾਨੇ ਦਾ ਪਿਆਰ ਲੈ ਜਿਹੜਾ ਨਬੀ ਪਾਕ ਦੇ ਉੱਤੇ ਭੌਂਕਣ ਵਾਲਾ। ਉਹਦੇ ਬਾਅਦ ਸਲੀਮ ਮੀਰ ਦਾ ਜਾ ਕੇ ਪਿਆਰ ਲੈ ਜਿਹੜਾ ਹਰਾਮਜ਼ਾਦਾ ਕਹਿੰਦਾ ਹੈ ਕਿ ਮੌਲਾ ਅਲੀ ਵਿੱਚ ਯਜ਼ੀਦ ਵਿੱਚ ਕੋਈ ਫਰਕ ਨਹੀਂ ਮੈਂ ਸਮਝਦਾ। ਉਸ ਕੁੱਤੇ ਦਾ ਮੂੰਹ ਜਾ ਕੇ ਚੁੰਮ, ਫਿਰ ਉਹਦੇ ਬਾਅਦ ਇਮਰਾਨ ਕਾਲੂ ਦਾ ਮੂੰਹ ਜਾ ਕੇ ਚੁੰਮ, ਫਿਰ ਉਹਦੇ ਬਾਅਦ ਉਹਦਾ ਬੰਬਾਸਟਿਕ ਦਾ ਮੂੰਹ ਜਾ ਕੇ ਚੁੰਮ। ਲਾਂਤੀਆ ਮਗਰੋਂ ਲੋ ਇਹਨਾਂ ਦੇ ਮੁਸਲਮਾਨਾਂ ਨੂੰ, ਮੁਸਲਮਾਨ ਤੈਨੂੰ ਨਹੀਂ ਮੂੰਹ ਲਾਉਂਦੇ ਤੇ ਦਫਾ ਹੋ ਜਾ। ਮੈਨੂੰ ਨਹੀਂ ਮੂੰਹ ਲਾਉਂਦੇ, ਮੇਰੇ ਨਾਲ ਨਹੀਂ ਗੱਲ ਕਰਦੇ, ਮੁਸਲਮਾਨ ਮੈਨੂੰ ਨਹੀਂ ਚੁੱਕਦੇ ਬਰਾਡਾਂ ਤੇ ਤੂੰ ਮਰਜ਼ਈਆਂ ਦੀ ਬਰਾਡਾਂ ਤੇ ਜਾਇਆ ਕਰ ਤੇ ਜਾਂ ਉਹਨੂੰ ਬਲੋਚੀ ਨਾਲ ਲੈ ਜਾ ਕਰ। ਜਿਹੋ ਜਿਹਾ ਉਹ ਲਾਂਤੀ, ਇਹੋ ਜਿਹਾ ਤੂੰ ਲਾਂਤੀ ਜਾ ਕੇ ਮੁਸਲਮਾਨਾਂ ਦੇ ਖਿਲਾਫ ਤੇ ਪਾਕਿਸਤਾਨੀਆਂ ਦੇ ਖਿਲਾਫ ਭੌਂਕਿਆ ਕਰੋ ਮਰਜ਼ਾਈਆਂ ਨਾਲ ਰਲ ਕੇ। ਹੋਰ ਤੁਹਾਡਾ ਕੀ ਕੰਮ ਹੈ? ਹੁਣ ਖੁਸਰੇ ਨੂੰ ਵੀ ਨਾਲ ਲੈ ਜਾ ਕਰੋ, 3-4 ਲਾਂਤੀ ਜਾ ਕੇ ਭੌਂਕਿਆ ਕਰੋ ਮਰਜ਼ਾਈਆਂ ਦੀਆਂ ਬਰਾਡਾਂ ਦੇ ਉੱਤੇ ਚੜ੍ਹ ਕੇ। ਇੱਕ ਟਿਕ ਟਾਕ ਸੀ, ਉਹ ਵੀ ਇਹਨਾਂ ਨੇ ਪਲੀਤ ਕਰ ਦਿੱਤਾ। ਅੱਲਾ ਦੀ ਕਸਮ, ਇਹਨਾਂ ਤਰ੍ਹਾਂ ਚੋਂ ਦੇ ਆਉਣ ਤੋਂ ਪਹਿਲਾਂ ਐਡਾ ਪਾਕ ਟਿਕ ਟਾਕ ਦਿਸਦਾ ਸੀ ਨਾ। ਕਮ ਅਜ਼ ਕਮ ਹਾਲਾਂਕਿ ਸਾਨੂੰ ਮੁਸਲਮਾਨਾਂ ਨੇ ਗਾਲਾਂ ਵੀ ਕੱਢੀਆਂ, ਐਸੇ ਵੀ ਮੁਸਲਮਾਨ ਆਪਣੇ ਆਪ ਨੂੰ ਕਹਿੰਦੇ ਸਾਨੂੰ ਗਾਲਾਂ ਵੀ ਨਾ ਕੱਢੀਆਂ, ਲੇਕਿਨ ਸਾਨੂੰ ਟਿਕ ਟਾਕ ਪਾਕ ਦਿਸਦਾ ਸੀ। ਕਿਉਂ? ਉਹ ਗਾਲਾਂ ਕੱਢਦੇ ਸਨ ਆਪਣੇ ਜਜ਼ਬਾ ਇਮਾਨੀ ਨਾਲ। ਉਹ ਆਂਦੇ ਸਨ ਤੁਸੀਂ ਮਰਜ਼ਈਆਂ ਦੇ ਨਾਲ ਬੈਠੇ ਹੁੰਦੇ ਹੋ, ਮਰਜ਼ਈ ਦਰੂਦ ਸਲਾਮ ਪੜ੍ਹਦੇ, ਤੁਸੀਂ ਬੋਲਦੇ ਨਹੀਂ, ਤੁਹਾਡੀ ਐਸੇ ਉਹ ਸਾਨੂੰ ਗਾਲਾਂ ਕੱਢਦੇ ਸੀ। ਲੇਕਿਨ ਸਾਨੂੰ ਇਹ ਉਹਨਾਂ ਦਾ ਬੁਰਾ ਨਹੀਂ ਸੀ ਲੱਗਦਾ। ਕਿਉਂ? ਕਿਉਂਕਿ ਉਹ ਆਪਣੇ ਜਜ਼ਬੇ ਨਾਲ ਸਾਨੂੰ ਗਾਲਾਂ ਕੱਢਦੇ ਸੀ। ਉਹਨਾਂ ਦੀ ਨੀਅਤ ਦੇ ਵਿੱਚ ਕੋਈ ਇਹੋ ਜਿਹੀ ਗੱਲ ਤੇ ਨਹੀਂ ਸੀ ਜੋ ਕੋਈ ਇਹਨਾਂ ਪਲੀਤਾਂ ਦੇ ਅੰਦਰ ਹੈ। ਬਿਲਕੁਲ ਇਹਨਾਂ ਪਲੀਤਾਂ ਨੇ ਤੇ ਟਿਕ ਟਾਕ ਪਲੀਤ ਕਰ ਦਿੱਤੀ ਤਰ੍ਹਾਂ ਚੋਂ। ਇਹ ਨਹੀਂ ਬਈ ਆਬਦ ਸਾਹਿਬ ਛੱਡਦਾ, ਇਹਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ। ਮੈਨੂੰ ਥੱਲੇ ਹੀ ਰਹਿਣ ਦਿਓ ਯਾਰ ਪਲੀਜ਼, ਇਹਨੂੰ ਕਿਉਂ ਚੁੱਕਦੇ ਪਏ ਬੋਲਣ ਦੇ ਸਵਾਲ ਕਰਨ ਦੇ ਉਸਕੇ ਪਤਾ ਕੋਈ ਬੰਦੇ ਦਾ ਯਾਰ ਪੁੱਤ ਨਹੀਂ ਇਹ ਬਣ ਜਾਏ। ਆਬਦ ਭਾਈ ਇਹਦੇ ਕੋਈ ਬੰਦਿਆਂ ਵਾਲੇ ਸਵਾਲ ਹੈ ਨਹੀਂ ਇਹਦੇ ਨਹੀਂ ਵੈਸੇ ਪੱਪੂ ਮਲਕ ਯਾਰ ਤੁਹਾਨੂੰ ਇੱਕ ਮਤਲਬ ਬਲਾਸਫੇਮਰ ਹੈ। ਇੱਕ ਗੱਲ ਕਹਿਣਾ ਚਾਹੀਦਾ ਯਾਰ ਤੁਹਾਨੂੰ। ਓਏ ਚੁੱਪ ਕਰ ਜਾ ਪਲੀਤਾ, ਜਦੋਂ ਆਬਦ ਸਾਹਿਬ ਗੱਲ ਕਰ ਲੈਣ ਤੇ ਫਿਰ ਤੂੰ ਮਾਈਕ ਖੋਲਣਾ। ਜਦੋਂ ਆਬਦ ਸਾਹਿਬ ਦੀ ਗੱਲ ਮੁੱਕੀ ਤੇ ਫਿਰ ਮੈਂ ਪੱਪੂ ਮਲਕ 2 ਸਾਲ ਤੋਂ ਜ਼ਿਆਦਾ ਹੋ ਗਿਆ ਤੁਹਾਨੂੰ ਦੇਖਦੇ ਹੋ। ਮੈਂ ਕਸਮ ਖਾ ਕੇ ਕਹਿਣਾ ਤੁਹਾਨੂੰ ਮੈਂ ਗੈਰ ਸੰਜੀਦਾ ਹੀ ਦੇਖਿਆ ਹੈ। ਤਾਂ ਮੈਂ ਇਹ ਨੋਟਿਸ ਕੀਤਾ ਤੁਹਾਡੀ ਜਿਤਨੀ ਕੋਈ ਬੇਇੱਜ਼ਤੀ ਕਰੇ, ਗਾਲਾਂ ਕਰੇ, ਤਾਂ ਲੱਗਦਾ ਤੁਹਾਨੂੰ ਸੁਣ ਕੇ ਨਾ ਸਵਾਦ ਆਉਂਦਾ ਹੈ ਅੱਗੋਂ। ਅਤੇ ਤੁਸੀਂ ਖੁਦ ਚਾਹੁੰਦੇ ਹੋ ਉੱਤੇ ਜਾਂ ਮੁਸਲਮਾਨਾਂ ਨੂੰ ਛੇੜਾ, ਇਹਨਾਂ ਨੂੰ ਕੋਈ ਉਂਗਲੀ ਕਰਾਂ ਅਤੇ ਅੱਗੋਂ ਮੈਨੂੰ ਬੁਰਾ ਭਲਾ ਕਹਣ, ਜੋ ਮਰਜ਼ੀ ਕਹਣ, ਗਾਲਾਂ ਦੇਵਣ,
ਤੇ ਮੇਰਾ ਫਾਇਦਾ ਹੋਏਗਾ। ਇਸ ਤਰ੍ਹਾਂ ਕਿਉਂ ਕਰਦੇ ਹੋ ਬੜੀ ਯਾਰ? ਅੱਛੀ ਗੱਲ ਸੰਜੀਦਾ ਹੋ ਜੋ, ਤੁਹਾਨੂੰ ਪਤਾ ਕਾਦੀਆਨੀ ਕੌਣ ਨੇ ਕੌਣ ਨਹੀਂ, ਮਿਰਜ਼ਾ ਨੂੰ ਨਹੀਂ ਮੰਨਦੇ, ਬੜੀ ਅੱਛੀ ਗੱਲ ਕੀਤੀ ਮੁਸਲਮਾਨਾਂ ਨੂੰ ਬਦਨਾਮ ਕਰਨਾ। ਚੱਲਦੇ ਆ ਇਹ ਸ਼ਰਾਰਤ ਨਾ ਕਰੋ, ਇਹ ਨਹੀਂ ਠੀਕ। ਤੁਹਾਨੂੰ ਜ਼ਰੂਰ ਨਹੀਂ ਕਹਿੰਦਾ, ਤੁਹਾਡੀ ਏਜ ਐਟਲੀਸਟ 35 ਹੋਣੀ ਹੈ, ਤੁਹਾਡੀ ਆਵਾਜ਼ ਤੋਂ ਲੱਗ ਰਿਹਾ। ਜੀ ਜੀ, ਅੱਛਾ ਸੁਣ ਲਓ ਨਾ ਜਵਾਬ। ਤੁਹਾਡੇ ਬੱਚੇ ਵੀ ਆ ਰਹੇ ਤਾਂ ਇਸ ਤਰ੍ਹਾਂ ਦੀ ਹਰਕਤਾਂ ਛੱਡ ਦਿਓ। ਬੱਚਿਆਂ ਵਿੱਚ ਇਹ ਕਿਰਦਾਰ ਛੋੜ ਕੇ ਜਾ ਪਹਿਲੀ ਗੱਲ ਇਹ ਤੁਸੀਂ 14 ਅਗਸਤ ਵਾਲੇ ਦਿਨ ਬੜੀ ਹੱਸੀ ਆਈ, ਛੱਡ ਦਿਓ, ਮੁਸਲਮਾਨਾਂ ਦੀ ਮਰੋੜ ਤੇ ਸੁਣ ਤੇ ਲੋ ਨਾ, ਬੜੀ ਹੱਸੀ ਆਈ। ਮੁਸਲਮਾਨ ਗਾਲੀ ਕੱਢਦੇ ਨੇ ਜਜ਼ਬਾ ਇਮਾਨੀ ਨਾਲ। ਇਹ ਕੀ ਬਕਵਾਸ ਕਰ ਰਿਹਾ? ਕੁੱਤਿਆ ਭੌਂਕਣਾ, ਕੁੱਤਿਆ ਮੂੰਹ ਬੰਦ ਰੱਖ, ਮਾਈਕ ਬੰਦ ਰੱਖ, ਇਹ ਮਾਈਕ ਬੰਦ ਰੱਖ। ਜਿਸ ਵੇਲੇ ਤੇਰਾ ਕੁੱਤੇ ਦਾ ਪਤਾ ਰਿਕਾਰਡਿੰਗ ਸੁਣਿਓ ਪਹਿਲੇ ਕਿ ਜਜ਼ਬਾ। ਚੱਲ ਦਫਾ ਹੋ ਜਾ। ਤੂੰ ਵਾਕਈ, ਮੈਂ ਤੁਹਾਨੂੰ ਦੱਸਿਆ ਤੇਰੇ ਨਾਲੋਂ ਵੱਡਾ ਜਾਣ ਕੇ ਸੁਧਰਨਾ ਹੀ ਨਹੀਂ ਚਾਹੁੰਦਾ ਜੀ। ਇਹ ਬੰਦਾ ਜਾਣ ਕੇ ਨਹੀਂ ਗੈਰ ਸੰਜੀਦਾ ਰਹਿਣਾ ਚਾਹੁੰਦਾ, ਇਸ ਤਰ੍ਹਾਂ ਦੀ ਹਰਕਤਾਂ ਕਰਨਾ ਚਾਹੁੰਦਾ। ਕੁੱਤੇ ਨਾਲ ਪਲੀਤ ਨੇ ਆਪਣਾ ਆਬਦ ਸਾਹਿਬ, ਕੁੱਤੇ ਨਾਲ ਪਲੀਤ ਨੇ। 3-4 ਸੱਪ ਨੇ ਜਿਹੜੇ ਕੁੱਤੇ ਨਾਲ ਪਲੀਤ। ਕੁੱਤਾ ਕਿੰਨਾ ਪਲੀਤ ਹੁੰਦਾ? ਇਹ ਕੁੱਤੇ ਨਾਲ ਵੀ, ਕੁੱਤਾ ਵੀ ਵਫਾਦਾਰ ਹੁੰਦਾ, ਉਹ ਵੀ ਮਾਲਕ ਦੇ ਦਰ ਰਾਖੀ ਕਰਦੇ, ਸਾਬਰ ਭੁੱਖੇ ਨੰਗੇ। ਇਹ ਕੁੱਤੇ ਨੂੰ ਪਲੀਤ। ਆਮਰ ਭਾਈ, ਕੁੱਤੇ ਦਾ ਬੱਚਾ ਜਿਹੜਾ ਹੁੰਦਾ ਨਾ, ਉਹ ਵੀ 8 ਦਿਨ ਬਾਅਦ ਅੱਖਾਂ ਖੋਲ ਲੈਂਦਾ। ਇਹਨੂੰ ਤਾਂ ਕਾਫੀ ਅਰਸਾ ਹੋ ਗਿਆ, ਮੈਨੂੰ ਤਾਂ ਇਹਦੀਆਂ ਨਹੀਂ ਖੁੱਲੀਆਂ। ਖਿਲਾਫ ਸੀ ਆਪਣਾ ਆਬਦ ਸਾਹਿਬ। ਲਾਂਤੀਆ, ਮੈਂ ਪਿਆ ਕਹਿਣਾ ਵਾ ਕਿ ਉਹ ਸਾਨੂੰ ਆਪਣੇ ਜਜ਼ਬੇ ਨਾਲ ਗਾਲਾਂ ਕੱਢਦੇ ਸਨ, ਲੇਕਿਨ ਮਰਜ਼ਾਈਆਂ ਨਾਲ ਰਲ ਕੇ ਤੇ ਨਹੀਂ ਸਨ ਕੱਢਦੇ। ਤੁਸੀਂ ਉਹ ਬਗੈਰਤ ਤੇ ਖਬੀਸ ਹੋ ਕਿ ਜਿਹੜੇ ਮਰਜ਼ਾਈਆਂ ਨਾਲ ਰਲ ਕੇ ਮੁਸਲਮਾਨਾਂ ਨੂੰ ਗਾਲਾਂ ਕੱਢਦੇ। ਤੁਸੀਂ ਉਹ ਹਰਾਮੀ ਹੋ, ਤੁਸੀਂ ਉਹ ਸੱਪ ਆਸਤੀਨ ਦੇ। ਤੁਹਾਡੇ ਵਿੱਚ ਤੇ ਉਹਨਾਂ 'ਚ ਇਹ ਫਰਕ ਹੈ, ਤੁਹਾਡੇ ਨਾਲ ਉਹ 1000 ਦਰਜੇ ਬਿਹਤਰ ਨੇ। ਹਾਲਾਂਕਿ ਸਭ ਤੋਂ ਪਹਿਲਾਂ ਸਾਨੂੰ ਗਾਲਾਂ ਉਹਨਾਂ ਕੱਢੀਆਂ ਨੇ, ਪਰ ਉਹਨਾਂ ਨੇ ਜਿਹੜੀਆਂ ਗਾਲਾਂ ਕੱਢੀਆਂ ਨੇ ਨਾ, ਉਹਨਾਂ ਦੇ ਵਿੱਚ ਤੇ ਤੁਹਾਡੀਆਂ ਗੰਦਗੀਆਂ ਦੇ ਵਿੱਚ ਇਹ ਫਰਕ ਕਿ ਉਹਨਾਂ ਆਪਣੇ ਖਲੂਸ ਨਾਲ ਕੱਢੀਆਂ ਨੇ, ਤੁਸੀਂ ਆਪਣੀ ਬਦਨੀਤੀ ਨਾਲ ਕੱਢੀਆਂ ਨੇ, ਤੇ ਬੇਹਯਾਈ ਤੇ ਬੇਗੈਰਤੀ ਨਾਲ ਕੱਢੀਆਂ ਨੇ। ਤੁਸੀਂ ਮਰਜ਼ਾਈਆਂ ਨਾਲ ਰਲ ਕੇ ਤੇ ਮੁਸਲਮਾਨਾਂ ਦੀਆਂ ਮਾਵਾਂ ਭੈਣਾਂ ਪੁੜੀਆਂ ਨੇ। ਲਾਂਤੀਓ, ਕੁੱਤੇ ਨਾਲ ਪਲੀਤ ਹੋ ਤੁਸੀਂ। ਇਹਨਾਂ ਦੇ ਉੱਤੇ ਲਾਂਤਾ ਪਾਓ ਨਾ ਇਸ ਤਰ੍ਹਾਂ ਦੇ ਬੰਦੇ ਦੇ ਉੱਤੇ, ਤੇ ਇਹਦੇ ਤੇ ਵੀ ਖੁਸ਼ ਹੁੰਦੇ ਨੇ ਕਿ ਸਾਡੀ ਦੇਖੋ, ਸਾਡੀਆਂ ਗੱਲਾਂ ਕਰ ਰਹੇ ਨੇ, ਸਾਡੀ ਸ਼ਾਇਦ ਸਾਡੀ ਕੋਈ ਅਹਿਮੀਅਤ ਹੈ, ਇੰਪੋਰਟੈਂਸ ਹੈ, ਤੇ ਅਗਲੇ ਸਾਡੇ ਬਾਰੇ 'ਚ ਗੱਲਾਂ ਕਰਦੇ ਨੇ। ਇਹ ਹੁਣ ਬਿਹਤਰੀਨ ਇਲਾਜ ਹੈ ਕਿ ਇਹਨਾਂ ਨੂੰ ਇਗਨੋਰ ਕਰੋ। ਇਗਨੋਰ ਹੀ ਕਰਦੇ ਨੇ ਸਾਰੇ ਮੁਸਲਮਾਨ। ਸਿੱਧੂ ਨੇ ਇਹਨੂੰ ਬਾਇਆ। ਅਸੀਂ ਕਿਉਂ ਕਹਿੰਦੇ ਆ ਕਿ ਮੁਸਲਮਾਨ 1000 ਦਰਜੇ ਬਿਹਤਰ ਨੇ ਮਰਜ਼ਾਈ ਨਾਲੋਂ? ਉਹਦੀ ਵਜ੍ਹਾ ਇਹ ਵੇ ਕਿ ਮੁਸਲਮਾਨਾਂ ਨੇ ਤੇ ਮਿਰਜ਼ਾ ਸਾਹਿਬ ਨੂੰ ਮੰਨਿਆ ਹੀ ਨਹੀਂ। ਉਹ ਤੇ ਖੁੱਲ੍ਹਮ ਖੁੱਲ੍ਹਾ ਇਨਕਾਰ ਕਰਦੇ ਨੇ ਉਹਨਾਂ ਦੀ ਤਲੀਮ ਦਾ। ਲੇਕਿਨ ਮਰਜ਼ਈ ਐਸੇ ਬਦਬਖਤ ਕੌਮ ਹੈ ਜਿਨ੍ਹਾਂ ਨੇ ਮਿਰਜ਼ਾ ਸਾਹਿਬ ਨੂੰ ਮੰਨ ਕੇ ਉਹਨਾਂ ਦੀ ਤਲੀਮ ਦਾ ਇਨਕਾਰ ਕਰਤਾ, ਔਰ ਅੱਲਾ ਔਰ ਉਹਦੇ ਰਸੂਲ ਦੇ ਮੁਕਾਬਲੇ ਤੇ ਖੜੇ ਹੋ ਗਏ ਨੇ ਆਪਣੀ ਜਾਲੀ ਖਿਲਾਫਤ ਬਣਾ ਕੇ। ਔਰ ਇੱਕ ਸਵਾਲ ਦਾ ਜਵਾਬ ਨਹੀਂ ਦੇ ਸਕਦੇ, ਅੰਦਾਜ਼ਾ ਲਾਓ ਤੁਸੀਂ। ਇਸ ਲਈ ਇਹਨਾਂ ਨੂੰ ਛਿੱਤਰ ਪੈ ਰਹੇ ਨੇ। ਅਸਲ ਵਜ੍ਹਾ ਇਹ ਵੇ, ਔਰ ਝੂਠ ਇਹਨਾਂ ਦੀ ਨਸ ਨਸ 'ਚ ਵਾੜਤਾ ਖਲੀਫਿਆਂ ਨੇ। ਹਰ ਜਗ੍ਹਾ ਤੇ ਝੂਠ ਬੋਲਦੇ ਨੇ। 1914 ਤੋਂ ਝੂਠ ਬੋਲਣਾ ਸ਼ੁਰੂ ਕੀਤਾ ਇਹਨਾਂ ਨੇ। ਮਿਰਜ਼ਾ ਸਾਹਿਬ ਦੀ ਤਲੀਮ ਬਦਲ ਕੇ ਰੱਖਤੀ। ਹਰ ਕਦਮ ਦੇ ਉੱਤੇ ਤੁਸੀਂ ਵੇਖ ਲਓ, ਉਹ ਮਿਰਜ਼ਾ ਮਹਿਮੂਦ ਆਪਣੇ ਬਾਪ ਦੇ ਖਿਲਾਫ ਗਿਆ। ਓਏ ਉਹ ਪਾਕਿਸਤਾਨੀਆਂ ਨੂੰ ਮੁਬਾਰਕ ਪੇ ਦਿੰਦੇ ਨੇ ਸੋਨੀ ਸਾਹਿਬ। ਪੱਪੂ ਤੈਨੂੰ ਨਹੀਂ ਪੇ ਦਿੰਦੇ, ਸੱਪਾਂ ਨੂੰ ਤੇ ਨਹੀਂ ਮੁਬਾਰਕਾਂ ਪੇ ਦਿੰਦੇ। ਉਹ ਮੁਸਲਮਾਨਾਂ ਤੇ ਪਾਕਿਸਤਾਨੀਆਂ ਨੂੰ ਪੇ ਦਿੰਦੇ ਨੇ। ਉਹ ਪੱਪੂ ਕਹਿੰਦਾ ਕਾਲ ਚੁੱਕੋ ਤੇ ਮੇਰੀ ਬਿਸਤੀ ਕਰੋ। ਇਹਦਾ ਵੀ ਦਿਲ ਕਰਦਾ ਕਿ ਮੇਰੇ ਉਹ ਧਾਗਾ ਬੰਨ ਕੇ ਤੇ ਖਿੱਚਣ ਗਲੀ 'ਚ। ਉਹ ਆਪ ਦੀ ਗੱਲ ਸਹੀ ਹੈ ਕਿ ਤੈਨੂੰ ਮਜ਼ਾ ਆਉਂਦਾ ਵੇ ਬਿਸਤੀ ਕਰਾ ਕੇ। ਆਹੋ, ਉਹ ਆਂਦਾ ਕਾਲ ਚੁੱਕੋ। ਇਹਨੂੰ ਜੁੰਨੀਆਂ ਜੁੱਤੀਆਂ ਪੈਣਾ ਦਾ ਥੋੜੀਆਂ ਨਹੀਂ ਜੇ। ਅਜੇ ਜਾਂਦਾ ਇਹ ਵੀ ਨਹੀਂ ਬਰਾੜ ਤੋਂ, ਕਹਿੰਦਾ ਬਾਰ-ਬਾਰ ਮੈਨੂੰ ਚੁੱਕੋ ਉੱਤੇ ਮੇਰੀ ਬਿਸਤੀ ਕਰੋ। ਚਲੋ ਚੁੱਕ ਲਓ, ਇਹਦੀ ਕਲਾਸ ਲਓ ਫਿਰ ਥੋੜੀ ਜੀ। ਉਹਨੂੰ ਆਮਿਰ ਭਾਈ ਨੂੰ ਮੇਨ ਸਕਰੀਨ ਤੇ ਰੱਖੋ। ਤੁਸੀਂ ਕਿਉਂ ਬਾਰ-ਬਾਰ ਇਸ ਨਾਲ ਕਰ? ਨਹੀਂ, ਮੈਂ ਤੁਹਾਨੂੰ ਕਿਤੇ ਵੱਡੀ ਸਕਰੀਨ ਤੇ ਮੈਂ ਪਿਕਚਰ ਲਾਣੀ ਸੀ, ਨਾਲੇ ਮੈਂ ਪਿਕਚਰ ਲਾਣਾ। ਇਹਨੂੰ ਚੁੱਕ ਕੇ ਕੀ ਕਰਨਾ ਜਕਬਰ ਖਾਨ ਸਾਹਿਬ? ਇਹਨੂੰ ਪੁੱਛੋ ਵੀ ਲਾਮਾ ਇਕਬਾਲ ਨੇ ਸਹੀ ਆਖਿਆ, ਪੜ੍ਹ ਕੇ ਸੁਣਾ। ਇਹਨੂੰ ਪੁੱਛੋ ਵੀ ਲਾਮਾ ਇਕਬਾਲ ਨੇ ਸਹੀ ਆਖਿਆ, ਪੜ੍ਹ ਕੇ ਸੁਣਾ।
ਇਹਨੂੰ ਪੁੱਛੋ ਵੀ ਲਾਮਾ ਇਕਬਾਲ ਨੇ ਸਹੀ ਆਖਿਆ, ਪੜ੍ਹ ਕੇ ਸੁਣਾ। ਪੜ੍ਹ ਹਾਂ ਕੀ ਲਿਖਿਆ। ਓਏ ਸੱਪਾ, बार-बार आवाज रिपीट हो रही है। ਓਏ ਸੱਪਾ, नवाज ने ठुइयां। रिपीट हो रही है। ਸੱਪਾ, नवाज ने ਠੂਆਂ ਪੜ੍ਹ ਕੇ ਸੁਣਾ, ਪੜ੍ਹ ਕੇ ਸੁਣਾ ਕੀ ਲਿਖਿਆ। ਪੜ੍ਹ ਕੇ ਸੁਣਾ, ਪੜ੍ਹ ਕੇ ਸੁਣਾ। ਠੂਆਂ ਹੈ, ਠੂਆਂ ਤੂੰ दोबारा ਠੂਆਂ ਨਹੀਂ ਹੁੰਦਾ, ਠੂਆਂ। मैं दोबारा आना कॉल बैक। ਸਾਡੇ ਉੱਥੇ ਇੱਕ ਵਾਪਡਾ ਦਫ਼ਤਰ ਹੁੰਦਾ ਸੀ। ਅਜੇ ਵੇਖੋ ਨਸਿਆ ਆਂਦਾ ਵੇ ਬਿਸਤੀ ਕਰਾਣਾ। ਆ ਉੱਥੇ ਇੱਕ ਵਾਪਡਾ ਦਫ਼ਤਰ ਹੁੰਦਾ ਸੀ ਸਾਡੇ, ਤੇ ਉਹਦਾ ਨਾਂ ਹੀ ਉਹਨੇ ਸ਼ਮੇ ਨੇ ਨਾ ਰੱਖ ਛੜਿਆ ਠੂਆਂ, ਠੂਆਂ। ਇਹ ਠੂਏ ਨੇ 3-4। ਜਾਣਦੇ ਹੋ ਠੂਆਂ ਕਿਹਨੂੰ ਕਹਿੰਦੇ ਨੇ? ਠੂਆ ਠੂਆ ਬਿੱਛੂ ਨੂੰ ਕਹਿੰਦੇ ਨੇ ਨਾ। ਬਿੱਛੂ ਨੂੰ। ਇਹ ਬਿੱਛੂ ਨੇ, ਬਿੱਛੂ। ਤੇ ਬਿੱਛੂ ਦੀ ਫੀਮੇਲ ਕੀ ਹੁੰਦੀ ਏ? ਨਹੀਂ ਨਹੀਂ, ਆਪੋ ਦੇ ਠੂਆ ਉਹਨੂੰ ਆਂਦੇ ਨੇ ਜਿਹੜਾ ਕਛੂਏ ਦੇ ਉੱਤੇ ਬੈਠਾ ਸੀ। ਠੂਆ ਬਿੱਛੂ ਨੂੰ ਕਹਿੰਦੇ ਨੇ ਨਾ ਸਾਡੇ। ਬਿੱਛੂ ਨੇ, ਬਿੱਛੂ ਨਹੀਂ ਕਹਿੰਦੇ ਠੂਆਂ। ਇਹ ਠੂਏ ਨੇ 3-4। ਇਹ 3-4 ਠੂਏ ਨੇ, ਇਹਨਾਂ ਦੀ ਇੱਕ ਠੂਈ ਵੀ ਹੈ ਵੇ। ਆਹੋ ਉਹਦਾ ਕੀ ਨਾਂ ਰੱਖਣਾ? ਉਹ ਠੂਈ ਸਮਝ ਗਏ। ਠੋਏ ਦੀ ਗਿਣਤੀ ਨਾ 3 ਚ ਹੁੰਦੀ ਹੈ, ਨਾ 13 ਚ, ਨਾ ਮਰਦਾਂ ਚ ਹੁੰਦੀ ਹੈ, ਨਾ ਔਰਤਾਂ ਚ। ਅੱਗੇ ਸਮਝ ਜਾਓ। औरत ਨੂੰ आखो सुना। ऐसी चर्ब ज़बान है वो। मैं कह ਇਹਦੇ ਕੋਲੋਂ ਭਾਰਤ ਤੇ ਪੜਾਓ ਤੇ ਚੁੱਪ। ਕਿੱਧਰ ਗਿਆ ਦੂਆ? ਕੀ ਨਾਂ ਹੈ ਉਹਦਾ? ਪੱਪੂ ਮਲਕ ਕਿੱਧਰ ਗਿਆ? ਉਹਦੇ ਕੋਲ ਪੜਾਣੀ ਸੀ ਭਾਰਤ। ਆਮਿਰ ਭਾਈ ਬਾਕੀ ਗੱਲਾਂ ਆਪਣੀ ਜਗ੍ਹਾ, ਲੇਕਿਨ ਉਹ ਜਿਹੜੀ ਤੁਹਾਡੀ ਗੱਲ ਸੀ ਨਾ, ਮੈਂ ਕਿੱਥੇ ਕਿੱਥੇ ਆਪਣੀ ਜਾਨ ਧਰਾਂ, ਉਹ ਮੈਨੂੰ ਬੜੀ ਪਿਆਰੀ ਲੱਗੀ। ਉਹ ਬੜਾ ਮੈਂ ਹੱਸਿਆ ਉਸ ਗੱਲ ਤੇ। ਕਿੱਥੇ ਕਿੱਥੇ ਆਪਣੀ ਜਾਨ ਧਰਾਂ। ਉਹ ਲੇਕਿਨ ਉਹ ਪੂਰੀ ਗੱਲ ਜਿਹੜੀ ਹੈ ਨਾ, ਉਹ ਸ਼ੁਰੂ ਜਿੱਥੋਂ ਹੋਈ, ਉਹ ਫਿਰ ਜਿੱਥੇ ਇਖਤਤਾਮ ਹੋਇਆ, ਵਾਹ ਵਾਹ ਵਾਹ, ਮਜ਼ਾ ਆ ਗਿਆ। ਅੱਛਾ, ਇਹ ਜਿਹੜੀ ਇਲਾਮਾ ਇਕਬਾਲ ਸਾਹਿਬ ਦੀ ਤਹਿਰੀਰ ਹੈ, ਇਹ ਲਿਖਦੇ ਨੇ ਕਿ ਆਮਦੀ कादियानी इस्लाम और हिंदुस्तान दोनों के दुश्मन है। हाँ, ਇਹਨੂੰ ਪੜਾਓ ਹੁਣ। ਠੂਏ ਨੂੰ ਆਖੋ ਪੜ੍ਹ। नेहरू के नाम खत। ਠੂਏ ਨੂੰ ਪੜਾ ਕੇ ਆਖੋ, ਪੜਾ ਕੇ ਦਿਓ। अच्छा, ये पप्पू मलक तुसी जरा पढ़ो अपनी ज़बान नाल की लिखिया है। अच्छा, मैंने एक मिनट सिर्फ दियो, मैं पढ़ना। पढ़ना है जरा लिखिया, चवल नहीं मारनी। चवल ही मारेगा, पढ़ेगा। ਆਮਰ ਨਜ਼ੀਰ ਸਾਹਿਬ ਵਾਕਈ ਇਹ ਇਲਾਮਾ ਇਕਬਾਲ ਦੀ ਤਹਿਰੀਰ ਹੈ? हाँ हाँ, जवाहरलाल नेहरू ने खत क्यों नहीं लिखा? ਅੱਛਾ, ਜਵਾਹਰ ਲਾਲ ਨਹਿਰੂ ਨੂੰ ਖਾਤੇ 'ਚ ਲਿਖਿਆ ਵੇ। हाँ हाँ, खादी भारत। ਨਹੀਂ, ਉਹਨਾਂ ਦਾ ਇਹ ਵੀ ਇੱਕ ਜੁਮਲਾ ਹੈ ਨਾ, ਕਾਦੀਆਨੀਅਤ ਯਹੂਦੀਅਤ का चरबा है। वो भी है। ਆਹੋ ਆਹੋ। नया दसो अमन नजीर साहब, इलामा इकबाल साहब ने जो भी लिखा सच लिखे है। ओए ओए ठूया, तेनू जेडी गल आखी तू वो कर दो। नहीं पहली गल ते है ओ ठूया ओए बिच्छू, तेनू जेडी आबद साहब ने गल आखी ओदे ते अमल कर। देखो ਇਹ ਜਿਹੜੀ ਉਹਨਾਂ ਨੇ ਇਬਾਰਤ ਲਿਖੀ ਹੋਈ ਹੈ ਨਾ, ਅਗਰ ਤੇ ਉਹਨਾਂ ਨੇ ਲਿਖੀ ਹੈ, ਪਹਿਲੇ ਇਹ ਵੀ ਗੱਲ ਪਤਾ ਨਹੀਂ ਇਹ ਲਿਖੀ ਹੈ ਨਹੀਂ ਲਿਖੀ। ਪਹਿਲੀ ਗੱਲ ਇਹ ਇੱਕ ਕਿਸਮ ਦਾ ਤੁਸੀਂ ਕਹਿ ਸਕਦੇ ਹੋ। ਓਏ ਲਾਂਤੀਆ, ਓਏ ਸਵਾਲ ਤੂੰ ਉਹਨੂੰ ਆਪਣੇ ਭਰਾ ਨੂੰ ਕੱਲ ਕਿਉਂ ਨਹੀਂ ਕੀਤਾ, ਜਿਹਦੇ ਕੋਲ ਬਹਿ ਕੇ ਤੇ ਪਵਾਜ਼ਾ ਮਾਰਨ ਲੱਗਿਆ ਸੀ ਮੁਸਲਮਾਨ ਨੂੰ? ਇਹ ਉਹਨੂੰ ਪੁੱਛਣਾ ਸਹੀ, ਉਹਨੂੰ ਤਸਦੀਕ ਕਰ ਇਸ ਗੱਲ ਦੀ। ਅੱਛਾ, ਗੱਲ ਸੁਣੋ ਤੁਹਾਨੂੰ ਮੈਂ ਇੱਕ ਰਾਜ਼ ਦੀ ਗੱਲ ਦੱਸਾਂ। ਇਹ ਕੰਨ 'ਚ ਟੂਟੀਆਂ ਲਾ ਕੇ ਆਪਣੀ ਬਿਸਤੀ ਕਰਵਾਉਂਦਾ ਜੇ ਘਰਦਿਆਂ ਨੂੰ ਆਵਾਜ਼ ਨਾ ਜਾਵੇ। ਮਾਈਕ ਖੋਲ ਕੇ ਕਰਵਾ, ਤੇਰੀ ਜਨਾਨੀ ਨੂੰ ਵੀ ਪਤਾ ਲੱਗੇ ਵੀ ਇਹਨੂੰ ਇੰਨੇ ਛਿੱਤਰ ਪੈਂਦੇ ਨੇ। ਪੱਪੂ ਮਲਕ ਅਗਰ ਇਹ ਸੱਚ ਹੈ ਜਾਂ ਝੂਠ ਹੈ, ਚਲੋ ਇਸ ਗੱਲ ਨੂੰ ਰਹਿਣ ਦਿਓ। अच्छा, ਜਿਹੜਾ ਇਹਨਾਂ ਨੇ ਲਿਖਿਆ ਹੈ ਕਿਉਂ, ਇੱਕ ਮਿੰਟ ਬਸ, कादियानी इस्लाम और हिंदुस्तान दोनों के दुश्मन है, ये दसो कि दुश्मन है ने या नहीं ने पाकिस्तान दे ते इस्लाम दे? यार देखो, इलामा इकबाल समझते होंगे ते समझते रहन यार। इलामा इकबाल ने जो भी यार ਤੁਹਾਡੇ ਕੋਲ ਪੁੱਛ ਰਿਹਾ ਨੇ, ਦੁਸ਼ਮਨ ਹੈ ਨੇ ਜਾਂ ਨਹੀਂ ਹੈ ਨੇ कादियानी इस्लाम और पाकिस्तान दे? ਇਹਨੂੰ ਨਹੀਂ ਖਬਰ यार। मैं सिर्फ नो कमेंट कहांगा। मैं ਜਿਹੜੇ कादियानी ने पाकिस्तान ਦੇ ਦੁਸ਼ਮਨ ਹੈ ਨੇ ਜਾਂ ਨਹੀਂ ਹੈ? ਇਹਨੂੰ ਤਾਂ ਢਿੱਡ ਪੀੜ ਪੈ ਗਈ ਸੁਣ ਕੇ। कादियानी पाकिस्तान ਨੂੰ ਆਪਣਾ ਮੁਲਕ ਸਮਝਦੇ ਨੇ ਜਾਂ ਨਹੀਂ? ਪਾਕਿਸਤਾਨੀ ਮੁਹੱਬੇ ਵਤਨ ਹੈ ਨੇ ਜਾਂ ਨਹੀਂ ਸਮਝਦੇ। ਸੁਣੋ, ਅੱਜ ਤੱਕ ਜਿੰਨੇ ਨਾਲ ਮੈਂ ਗੁਫ਼ਤਗੂ ਕੀਤੀ ਹੈ, ਜਿੰਨੇ ਨੂੰ ਮੈਂ ਜਾਣਨਾ, ਸਭ ਆਪਣੇ ਵਤਨ ਸਮਝਦੇ ਨੇ ਪਾਕਿਸਤਾਨ ਨੂੰ। ਬਿਲਕੁਲ ਮੁਹੱਬੇ ਵਤਨ। ਨਹੀਂ, ਝੂਠ ਬੋਲ ਰਹੇ। ਮੈਂ ਕਸਮ ਖਾ ਕੇ ਕਹਿਣਾ, ਕਾदियानी ਦੀ ਅਕਸਰੀਅਤ ਹੈ ਜਿਹੜੀ। ਮੇਰੇ ਕੋਲ ਪੁੱਛ ਰਹੇ ਹੋ ਨਾ, ਮੈਂ ਤੁਹਾਨੂੰ ਤੇ ਝੂਠ ਬੋਲਦੇ, ਤੁਹਾਨੂੰ ਪਤਾ ਵੀ ਹੈ ਉਹਨਾਂ ਦੀ ਬਰੋਡਾ ਤੇ ਜਾ ਕੇ ਉਹ ਪਾਕਿਸਤਾਨ ਨਾਲ ਕਿੰਨੀ ਨਫ਼ਰਤ ਕਰਦੇ ਨੇ। ਉਹ ਕਾਦੀਆਨੀ ਮਿਰਜ਼ਾ ਸਾਹਿਬ ਦੇ ਨਹੀਂ ਹੋ ਸਕੇ, ਪਾਕਿਸਤਾਨ ਦੇ ਕਿਵੇਂ ਹੋਣਗੇ?
ਤੁਹਾਡੀ ਆਪਣੀ ਮਰਜ਼ੀ ਯਾਰ, ਹਰ ਬੰਦੇ ਦੀ ਆਪਣੀ ਰਾਏ ਦੇ ਨਾ। ਆਪਣਾ ਕੀ ਨਾਮ ਹੈ ਇਕਬਰ ਖਾਨ ਸਾਹਿਬ, ਤੁਸੀਂ ਮੇਰੇ ਕੋਲ ਮੇਰਾ ਰਾਏ ਪੁੱਛੀ ਹੈ, ਮੈਂ ਤੁਹਾਨੂੰ ਰਾਏ ਦੇ ਦਿੱਤੀ ਹੈ, ਮੈਂ ਕੋਈ ਨਾ ਮਾਫ ਲਾਮਾ ਇਕਬਾਲ ਨੂੰ ਵੀ ਆਪਣੇ ਆਪ ਨੂੰ ਸਿਆਣਾ ਸਮਝਦਾ, ਐਡਾ ਪਲੀਤ ਠੂੰ ਆਏ ਇਹ ਸਮਝਦਾ ਹੈ ਕਿ ਮੈਂ ਲਾਮਾ ਇਕਬਾਲ ਨਾਲੋਂ ਜ਼ਿਆਦਾ ਆਪਣੇ ਆਪ ਨੂੰ ਸਮਝਦਾਰ ਸਮਝਣਾ ਚਾਹੀਦਾ ਮੈਨੂੰ, ਕਿਉਂਕਿ ਲਾਮਾ ਇਕਬਾਲ ਜਿਹੜਾ ਹੈ ਉਹ ਐਡਾ ਸਿਆਣਾ ਨਹੀਂ ਸੀ ਜਿੱਡਾ ਮੈਨੂੰ ਮੇਰੀ ਬੇਬੇ ਨੇ ਸਿਆਣਾ ਜੰਮਿਆ। ਇਹ ਲੈ ਪੜ੍ਹ ਲੈ, ਇਹ ਲਾਮਾ ਇਕਬਾਲ ਦੇ ਖਤੂਤ ਦਾ ਮਜਮੂਆ ਹੀ, ਇਹਦੀ ਲੈ ਲੈ ਫੋਟੋ ਕਾਪੀ ਤੇ ਉਹ ਲਫ਼ਜ਼ ਲਿਖੇ ਨੇ, ਇਹਨੂੰ ਜ਼ੂਮ ਇਨ ਕਰਕੇ ਪੜ੍ਹ ਲੈ। ਠੀਕ ਹੈ ਮੈਂ ਪੜ੍ਹ ਲਾਂਗਾ, ਲੇਕਿਨ ਮੈਨੂੰ ਮੈਂ ਤੁਹਾਡਾ ਮੇਰਾ ਲਾਮਾ ਇਕਬਾਲ ਨਾਲੋਂ ਆਪਣੇ ਆਪ ਨੂੰ ਸਿਆਣਾ ਸਮਝਣਾ ਹੈ ਕਿ ਲਾਮਾ ਇਕਬਾਲ ਕਹਿੰਦਾ ਹੈ ਕਿ ਇਹ ਪਲੀਤ, ਸਭ ਸੱਚ ਓਏ ਪਲੀਤਾ ਚੁੱਪ ਕਰ ਜਾ, ਸੱਚ ਹੈ ਔਰ ਸੱਚ ਕੇ ਓਏ ਲਾਂਤੀਆ ਚੁੱਪ ਕਰ ਜਾ, ਠੂਇਆ ਗੱਲ ਕਰ ਲੈਂਦੇ ਠੂਇਆ। ਲਾਮਾ ਇਕਬਾਲ ਕਹਿੰਦੇ ਨੇ ਜਦੋਂ ਤੁਸੀਂ ਇਹਨੂੰ ਠੂਆ ਕਹਿੰਦੇ ਹੋ ਨਾ ਇਹਨੂੰ ਮਜ਼ਾ ਆਉਂਦਾ ਜੀ। ਆਹੋ ਇਹਦੀ ਧਾਗਾ ਬਣ ਕੇ ਖਿੱਚਣਾ ਪੈਣਾ ਅਕਬਰ ਸਾਹਿਬ ਤੁਹਾਨੂੰ। ਉਹ ਲਾਮਾ ਇਕਬਾਲ ਕਹਿੰਦੇ ਨੇ ਇਹ ਖੱਤ ਜਿਹੜਾ ਜਵਾਹਰ ਲਾਲ ਨਹਿਰੂ ਦੇ ਨਾਂ ਦਾ ਉਹ ਸਾਹਮਣੇ ਲਿਖਿਆ, ਕੁਝ ਪੁਰਾਣੇ ਖਤੂਤ ਇਸਾਵਲ ਜਵਾਹਰ ਲਾਲ ਨਹਿਰੂ, ਉਹਨਾਂ ਲਿਖਿਆ ਲਾਮਾ ਇਕਬਾਲ ਨੇ ਕਿ ਇਹਦੇ 'ਚ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੇ ਮਿਰਜ਼ਾਈ ਨੇ ਇਸਲਾਮ ਔਰ ਹਿੰਦੁਸਤਾਨ ਦੋਵਾਂ ਦੇ ਦੁਸ਼ਮਣ ਨੇ, ਲੇਕਿਨ ਇਹ ਠੂਆਂ ਪਿਆ ਕਹਿੰਦਾ ਮੈਂ ਤਾਂ ਉਹਨਾਂ ਨੂੰ ਮੁਹਿੱਬੇ ਵਤਨ ਹੀ ਪਾਇਆ। ਇਹਦਾ ਮਤਲਬ ਤੂੰ ਇਕਬਾਲ ਨੂੰ ਝੂਠਾ ਕਹਿ ਰਿਹਾ ਨਾ। ਲਾਮਾ ਇਕਬਾਲ ਦੀ ਗੱਲ ਨੂੰ ਤੂੰ ਗਲਤ ਕਹਿ ਕੇ ਤੇ ਤੂੰ ਆਪਣੇ ਆਪ ਨੂੰ ਸਹੀ ਕਹਿ ਰਿਹਾ। ਤੇਰੀ ਬੇਬੇ ਨੇ ਤੈਨੂੰ ਜੰਮ ਕੇ ਤੇ ਕਿਹੜਾ ਮਾਰਕਾ ਮਾਰਿਆ। ਲਾਮਾ ਇਕਬਾਲ ਨੂੰ ਤੇ ਮਸ਼ਰਕ ਤੋਂ ਲੈ ਕੇ ਮਗਰਬ ਤੱਕ ਦੁਨੀਆ ਜਾਣਦੀ ਹੈ। ਤੈਨੂੰ ਕੌਣ ਜਾਣਦਾ? ਆਪਣੀ ਤੈਨੂੰ ਗਲੀ 'ਚ ਤੈਨੂੰ ਕੋਈ ਨਹੀਂ ਜਾਣਦਾ। ਤੂੰ ਵੀਡੀਓ ਬਣਾਏ ਨਾ ਫਲਸਤੀਨ ਦੇ ਬਾਰੇ, 6 ਬੰਦਿਆਂ ਨੇ ਵੇਖੀ ਹੁੰਦੀ, ਮੈਂ ਵੇਖੀ ਉਹ ਵੀਡੀਓ, ਕਦੇ 6 ਬੰਦਿਆਂ ਵੇਖੀ ਹੁੰਦੀ, ਕਦੇ 7 ਨੇ। ਤੇਰੀ ਗੱਲ ਕੋਈ ਬੰਦਾ ਸੁਣਨ ਨੂੰ ਤਿਆਰ ਨਹੀਂ, ਨਾ ਤੈਨੂੰ ਗੱਲ ਕਰਨ ਦਾ ਚੱਜ ਏ, ਨਾ ਤੇਰੀ ਸ਼ਕਲ ਏ, ਨਾ ਤੇਰੀ ਅਕਲ ਏ, ਨਾ ਤੇਰੀ ਤਾਲੀਮ ਏ। ਇੱਕੋ ਕੁਆਲਿਟੀ ਏ, ਤੈਨੂੰ ਸੂਆ ਪਾਸਪੋਰਟ ਲੱਭ ਗਿਆ ਬਸ, ਇਹ ਤੇਰੀ ਕੁਆਲਿਟੀ ਹੈ। ਤੈਨੂੰ ਇੰਗਲੈਂਡ ਦਾ ਪਾਸਪੋਰਟ ਲੱਭ ਗਿਆ। ਕੁਆਲਿਟੀ ਨਹੀਂ ਜੇ, ਇਹਦੀ ਬੀਵੀ ਦੀ ਵਜ੍ਹਾ ਤੋਂ ਮਿਲਿਆ ਜੇ। ਉਹ ਵੀ ਬੀਵੀ ਦੀ ਵਜ੍ਹਾ ਤੋਂ ਮਿਲਿਆ। ਲਓ ਕਰ ਲਓ ਗੱਲ। ਆਂਦੇ ਨੇ ਰੱਬ ਵਸੇ ਤੇ ਰੂੜੀਆਂ ਤੇ ਪਿਆ ਵਸਦਾ ਹੈ, ਤੇ ਨਾ ਵਸੇ ਤੇ ਮਹੱਲਾ ਤੇ ਨਹੀਂ ਵਸਦਾ। ਓਏ ਪਲੀਤਾ ਗੱਲ ਤੇ ਸੁਣ ਲੈ। ਓਏ ਪਲੀਤ ਨਾਪਾਕ, ਜ਼ਬਾਨ ਨੂੰ ਚੁੱਪ ਕਰ। ਓਏ ਜ਼ਬਾਨ ਨੂੰ ਰੋਕ ਨਾਪਾਕਾ, ਪਲੀਤਾ ਗੱਲ ਸੁਣ ਲੈ। ਇੱਕ ਜ਼ਰਬਲ ਮਿਸਲ ਹੈ ਕਿ ਰੱਬ ਜਿਹੜਾ ਨਾ ਵਸੇ ਤੇ ਮਹੱਲਾ ਤੇ ਵੀ ਨਾ ਵਸੇ, ਤੇ ਮਹੱਲਾ ਤੇ ਵੀ ਨਾ ਵਸੇ, ਤੇ ਵਸੇ ਤੇ ਰੂੜੀਆਂ ਤੇ ਪਿਆ ਵਸੇ। ਇਹ ਰੱਬ ਰੂੜੀ ਤੇ ਵਸੇ ਹੈ। ਰੱਬ ਨੇ ਰੂੜੀ ਦੇ ਉੱਤੇ ਬਾਰਿਸ਼ ਪਾ ਕੇ ਨਾ ਤੇ ਉਹਨੂੰ ਹਰਾ-ਭਰਾ ਕੀਤੇ। ਸਿਰਫ ਇੰਨੀ ਗੱਲ, ਤੂੰ ਰੂੜੀ ਹੈ, ਰੂੜੀ ਗੰਦਗੀ ਦਾ ਇੱਕ ਢੇਰ ਹੈ। ਇਹਦੇ ਤੋਂ ਇਲਾਵਾ ਤੇਰੇ 'ਚ ਕੋਈ ਕੁਆਲਿਟੀ ਤੇ ਨਹੀਂ ਹੈ। ਨਾ ਤੇਰੀ ਅਕਲ ਹੈ, ਨਾ ਤੇਰੀ ਸ਼ਕਲ ਹੈ, ਨਾ ਤੇਰੀ ਤਲੀਮ ਹੈ, ਨਾ ਤੇਰੇ 'ਚ ਕੋਈ ਹੁਨਰ ਹੈ, ਨਾ ਤੇਰੇ 'ਚ ਕੋਈ ਸਿਫਤ ਹੈ। ਕੀ ਹੈ ਤੂੰ? ਗੰਦਗੀ ਹੈ ਨੀਰੀ। ਤੇ ਤੂੰ ਆਪਣੇ ਆਪ ਨੂੰ ਲਾਮਾ ਇਕਬਾਲ ਨਾਲੋਂ ਜ਼ਿਆਦਾ ਸਿਆਣਾ ਸਮਝਦਾ। ਲਾਮਾ ਇਕਬਾਲ ਕਹਿੰਦਾ ਹੈ ਕਿ ਮਿਰਜ਼ਾਈ ਜਿਹੜੇ ਨੇ ਇਸਲਾਮ ਔਰ ਹਿੰਦੁਸਤਾਨ ਦੋਵਾਂ ਦੇ ਦੁਸ਼ਮਣ ਨੇ, ਲੇਕਿਨ ਤੂੰ ਐਡਾ ਪਲੀਤ ਹੈ। ਤੂੰ ਕਹਿੰਦਾ ਹੈ ਕਿ ਮੈਂ ਲਾਮਾ ਇਕਬਾਲ ਨਾਲੋਂ ਜ਼ਿਆਦਾ ਸਿਆਣਾ ਵਾਂ। ਮੇਰੇ ਖਿਆਲ ਤੇ ਇਹ ਬੜੇ ਹਮਦਰਦ ਨੇ ਪਾਕਿਸਤਾਨ ਦੇ ਮੁਹਿੱਬੇ ਵਤਨ ਨੇ। ਤੂੰ ਲਾਮਾ ਇਕਬਾਲ ਨਾਲੋਂ ਜ਼ਿਆਦਾ ਸਿਆਣਾ ਸਮਝਣਾ ਆਪਣੇ ਆਪ ਨੂੰ? ਆਪ ਸਭ ਕਰੋ ਗੱਲ। ਹਿੰਦੁਸਤਾਨ ਦੇ ਖਿਲਾਫ ਫਰਕਾਨ ਫੋਰਸ ਬਣਾਈ ਸੀ ਨਾ ਮਿਰਜ਼ਾ ਮਹਿਮੂਦ ਨੇ। ਹਿੰਦੁਸਤਾਨ ਦੇ ਨਹੀਂ, ਉਹ ਪਾਕਿਸਤਾਨ ਆ ਕੇ ਬਣਾਈ ਸੀ ਇੱਥੇ, ਪਾਕਿਸਤਾਨ ਦੇ ਖਿਲਾਫ। ਆਹ ਪਾਕਿਸਤਾਨ ਦੇ ਖਿਲਾਫ, ਲੇਕਿਨ ਹਿੰਦੁਸਤਾਨ ਨੇ ਵੀ ਉਹਨਾਂ ਦੇ ਖਿਲਾਫ ਗੱਲਾਂ ਕਰਦੇ ਸੀ। ਉਹ ਤੇ ਰਬਵੇ ਚ ਆ ਕੇ ਬਣਾਈ ਸੀ ਨਾ ਫੁਰਕਾਨ ਫੋਰਸ। ਮੁਸਲਿਮ ਸਾਹਿਬ ਮੈਨੂੰ ਇੱਕ ਗੱਲ ਦਾ ਇਜਾਜ਼ਤ ਦਿਓ। ਤੁਸੀਂ ਕਹਿੰਦੇ ਹੋ ਮੈਨੂੰ ਸ਼ੌਕ ਹੈ ਬੇਇੱਜ਼ਤ ਹੋਣੇ ਦਾ, ਤੇ ਅਲਾਮਾ ਸਾਹਿਬ ਹੁਸੈਨੀ ਦੀ ਬਰਾੜ ਤੇ ਜਾ ਕੇ ਉਹਦੇ ਨਾਲ ਫਿਰ ਬੰਬਾਸਟੀ ਨਾਲ ਕਿਉਂ ਬਾਰ-ਬਾਰ ਸ਼ਾਤਮੀਅਤ ਕਰਵਾਉਂਦੇ? ਓਏ ਲਾਂਤੀਆ, ਮੈਂ ਉਹਦੇ ਮਿਰਜ਼ੇ ਨੂੰ ਉੱਥੇ ਵਾੜਨਾ ਰੋਜ਼ ਜਿੱਥੋਂ ਨਿਕਲਿਆ। ਉਹਨੂੰ ਛਿੱਤਰ ਰੋਜ਼ 500 ਦੇ ਸਿਰ 'ਚ ਫੇਰ ਕੇ ਨਾ ਤੇ ਉਹਨੂੰ ਮੈਂ ਘਾਟ ਟੋਰਨਾ। ਤੇ ਮਿਰਜ਼ਾਈ ਉਹਦੀ ਜਾਨ ਨੂੰ ਰੋਂਦੇ ਨੇ ਤੇ ਆਂਦੇ ਨੇ ਕਿ ਸਾਡੇ ਮਿਰਜ਼ੇ ਨੂੰ ਬੇਇੱਜ਼ਤ ਕਰਾਉਂਦਾ, ਰੋਜ਼ ਗਾਲਾਂ ਕਢਾਉਂਦਾ। ਓਏ ਲਾਂਤੀਆ, ਉਹ ਤੂੰ ਆਪਣੇ ਆਪ ਨੂੰ ਮੈਂ ਸਮਝਣਾ। ਉਹ ਗਲਤ ਸੁਣ। ਉਹ ਪਲੀਤਾ, ਉਹ ਪਲੀਤ ਪਦੈਸ਼, ਥੱਲੇ ਬੈ ਕੁੱਤਿਆ, ਥੱਲੇ ਬੈ ਠੂਇਆ। ਮੈਨੂੰ ਇਹ ਦੱਸ ਕਿ ਜੇ ਤੂੰ ਲਾਮਾ ਇਕਬਾਲ ਨਾਲੋਂ ਆਪਣੇ ਆਪ ਨੂੰ ਸਿਆਣਾ ਸਮਝਣਾ, ਇਹ ਜਿੰਨੇ ਮੁਸਲਮਾਨ ਹੈ ਤੇ ਤੇਰੇ ਕੀ ਸ਼ਾਹੀ ਕੋ ਨਹੀਂ ਹਨ, ਇਹਨਾਂ ਸਾਰਿਆਂ ਤੋਂ ਤੂੰ ਆਪਣੇ ਆਪ ਨੂੰ ਸਮਝਦਾ ਯਕੀਨੀ ਤੌਰ ਤੇ। ਇਹ ਸਾਰੇ ਤੇ ਇਸ ਗੱਲ ਤੇ ਮੁਤਮਿਨ ਨੇ ਕਿ ਉੱਥੇ ਹੁਸੈਨੀ ਸਾਹਿਬ ਦੀ ਬਰਾੜ ਤੇ ਮਿਰਜ਼ਾਈਅਤ ਦੀ ਤੇ ਮਿਰਜ਼ੇ ਦੀ ਛਤਰੋਲ ਹੁੰਦੀ ਰੋਜ਼ ਰਾਤ। ਇਹ ਤੇ ਸਾਰੇ ਮੁਤਮਿਨ ਨੇ। ਲੇਕਿਨ ਤੂੰ, ਕਿਉਂਕਿ ਤੂੰ ਤੇ ਆਪਣੇ ਆਪ ਨੂੰ ਬਹੁਤ ਅਕਲਮੰਦ ਸਮਝਣਾ, ਤੇਰੇ ਸਾਹਮਣੇ ਤੇ ਲਾਮਾ ਇਕਬਾਲ ਵੀ ਕੋਈ ਸ਼ੈ ਨਹੀਂ ਹੈ। ਤੂੰ ਤੇ ਐਡਾ ਸਿਆਣਾ ਹੈ। ਇਸ ਕਰਕੇ ਤੇਰੇ ਖਿਆਲ ਦੇ ਵਿੱਚ ਹੁਸੈਨੀ ਸਾਹਿਬ ਦੀ ਬਰਾੜ ਦੇ ਉੱਤੇ ਜਿਹੜੀ ਛਤਰੋਲ ਮਿਰਜ਼ਾਈਆਂ ਦੀ ਹੁੰਦੀ ਏ ਉਹ ਨੁਕਸਾਨਦੇਹ। ਇਹ ਤੇਰੀ ਅਕਲ, ਇਹ ਤੇਰੀ ਸੋਚ।
ਇਸ ਲਾਂਤੀ ਸੋਚ ਵਾਲੀ ਇਸ ਲਪਾਕ ਲਾਸ਼ ਨੂੰ ਜੰਮਣ ਦੀ ਬਜਾਏ ਓਏ ਮਰ ਕਿਉਂ ਨਹੀਂ ਗਏ ਤੇਰੇ ਮਾਂ ਪਿਓ ਪਹਿਲਾਂ ਹੀ ਤੇਰੇ ਹਰ ਦੇ ਪਲੀਤ ਨੂੰ ਜੰਮਣ ਤੋਂ ਪਹਿਲਾਂ? ਸ਼ੱਦਾ ਅਲ ਕੁਫਾਰ ਇੰਨਾ ਗੁਰੂ ਇਸ ਟਾਈਮ ਪੂਰੀ ਮਰਜ਼ਈਅਤ ਦੇ ਉੱਤੇ ਆ ਨਜ਼ੀਰ ਸਾਹਿਬ ਦਾ ਕਿ ਪੱਪੂ ਤੇਰੇ ਜੇ ਉਹਨੂੰ ਕੋਲ ਬਾ ਕੇ ਤੇ ਸਾਹਮਣੇ ਗੱਲਾਂ ਕਰਦੇ ਰਹਿੰਦੇ ਨੇ। ਉਹਨਾਂ ਨੂੰ ਪਤਾ ਹੈ ਕਿ ਇਹਨੇ ਕੱਖ ਨਹੀਂ ਆਣਾ ਤੇ ਲਾਮਾ ਅਮਨ ਨਜ਼ੀਰ ਸਾਹਿਬ ਦੇ ਸਾਹਮਣੇ ਬਹਿ ਕਿਉਂ ਨਹੀਂ ਕਰਦਾ? ਅਸੀਂ ਲਿਖੇਗਾ ਥੱਲੋਂ ਮੈਸੇਜ ਲਿਖੇਗਾ ਕਾਲ ਚੁੱਕੋ ਬੁਜ਼ਦਿਲ ਹੋ ਫਿਰ ਮਿਸਤੀ ਕਰਾਏਗਾ ਆਗੇ। ਓਏ ਉਸ ਹਰਾਮੀ ਦੀ ਮੇਰੇ ਨਾਲ ਗੱਲ ਕਰਾ ਉਹਨੂੰ ਮੇਰੇ ਸਾਹਮਣੇ ਬਾਹਾਂ ਜਿਹੜਾ ਤੈਨੂੰ ਉੱਥੇ ਆਪਣੀ ਬਰਾੜ ਦਿੰਦਾ ਹੈ। ਹਮ ਤਾਂ ਕਹਤੇ ਹੈ ਯਹਾਂ ਹੈ ਕੋਈ ਐਡਾ ਉਹ ਹਰਾਮ ਜ਼ਾਦਾ ਹੈ, ਉਹ ਗੰਦੀ ਜ਼ੁਰੀਅਤ ਮਿਰਜ਼ਾਈ ਲਾਂਤੀ ਜ਼ੁਰੀਅਤ ਦਾ ਬੱਚਾ, ਉਹ ਲਾ ਕੇ ਨਾ ਆਪਣਾ ਉਹ ਫਿਲਟਰ ਤੇ ਬਰਾੜ ਲਾ ਕੇ ਬੈਠੇ ਆ। ਕਿੱਡਾ ਕੋ ਬਹਾਦਰ ਸਪੂਤ ਹੈ ਜਿਹੜਾ ਫਿਲਟਰ ਲਾ ਕੇ ਤੇ ਬਰਾੜ ਤੇ ਮੁਸਲਮਾਨਾਂ ਨੂੰ ਆਵਾਜ਼ਾਂ ਪੇ ਮਾਰਦਾ ਹੈ। ਉਹਦੇ ਨਾਲੋਂ ਵੱਡੇ ਵੱਡੇ ਜਿਹੜੇ ਨੇ ਦੌੜ ਗਏ ਨੇ ਉਹਦੇ ਨੇ ਅਸੀਂ ਇਹਦੇ ਨਾਲ ਗੱਲ ਨਹੀਂ ਕਰਨੀ। ਇਹ ਸਾਡੀ ਮਾਂ ਦੀ ਫਲਾਂਟਿੰਗ ਦੇ ਕੇ ਟੁਰਦਾ ਸ਼ਾਮਾਂ ਨੂੰ ਤੇ ਤੂੰ ਉਹਨੂੰ ਬੜਾ ਭਲਵਾਨ ਸਮਝੇ ਉਹਦੀ ਬਰਾੜ ਤੇ ਜਾ ਕੇ ਤੇ ਮੁਸਲਮਾਨਾਂ ਨੂੰ ਆਵਾਜ਼ਾਂ ਮਾਰਨਾ ਲਾਂਤੀਆ। ਐਸੀ ਗੰਦੀ ਪਦੈਸ਼ ਦੀ ਹੋਈ ਵੇਖੋ ਟਿਕ ਟਾਕ ਪਲੀਤ ਕਰਤੀ ਨਾ ਤਰੋਂ ਚੋਂ ਠੋਇਆਂ ਨੇ। ਤੇ ਆਬਾ ਸਾਹਿਬ ਆਂਦੇ ਨੇ ਠੂਏ ਦਾ ਮੋਨਸ ਕੀ ਹੁੰਦਾ ਤੇ ਜੇ ਤੁਹਾਨੂੰ ਅਸੀਂ ਮੋਨਸ ਦੱਸ ਵੀ ਛੜਿਆ ਤੇ ਆਬਾ ਸਾਹਿਬ ਫਿਰ ਤੁਸੀਂ ਆਖਣਾ ਜਿਹੜਾ ਮੋਨਸ ਤੇ ਮੁਜ਼ੱਕਰ ਦੇ ਵਿਚਕਾਰ ਹੈ ਠੂਏ ਦੇ ਵਿੱਚ ਜਿਹੜਾ ਉਹ ਹੁੰਦਾ ਉਹ ਦੱਸੋ, ਉਹ ਅਸੀਂ ਕਿੱਥੋਂ ਲਿਆਵਾਂਗੇ? ਚਲੋ ਠੂਏ ਦਾ ਤੇ ਮੋਨਸ ਪੁੱਛ ਲੈਨੇ ਆ ਇਹਨੂੰ। ਪੁੱਛ ਯਾਰ ਇੱਕ ਮਿੰਟ ਯੂਸਫ ਭਾਈ। ਠੂਏ ਦਾ ਮੋਨਸ ਤੇ ਮੁਜ਼ੱਕਰ ਹੈ, ਤੁਹਾਨੂੰ ਨਜ਼ਰ ਨਹੀਂ ਆਇਆ ਥੋੜੀ ਦੇਰ ਪਹਿਲੇ? ਇਹ ਜਿਹੜਾ ਕੀ ਕਹਿੰਦੇ ਨੇ ਬੁੱਝਦਾ ਤੇ ਇਸ ਦਾ ਤੇ ਬੁੱਝਦਾ ਕੀ ਕਹਿੰਦੇ ਹੁੰਦੇ ਨੇ ਉਹ ਮਤਲਬ ਉੱਤੇ ਆਉਂਦਾ ਇਹ ਥੱਲੇ ਜਾਣਾ, ਉੱਤੇ ਆਉਂਦਾ ਇਹ ਥੱਲੇ ਜਾਣਾ। ਇਹ ਮਿਡਲਮੈਨ ਨੇ ਵਿਚਾਰੇ। ਗੰਦਗੀ ਲੱਗਦਾ ਚਲਾ ਗਿਆ ਜੀ, ਹੁਣ ਚਲਾ ਗਿਆ ਜੀ। ਇਹ ਥੱਲੇ ਸੁਣ ਰਿਹਾ ਕਿਧਰੇ ਦੂਜੀ ਆਈਡੀ ਤੋਂ ਆਇਆ ਉਹਦੀ ਮਤਲਬ ਇੱਕ ਦੋ ਆਈਡੀਆਂ ਤੇ ਬਲੌਕ ਵੀ ਕਰਦੀਆਂ ਇਹਨਾਂ ਤੇ ਫਿਰ ਵੀ ਉਹ ਦੂਜੀ ਆ ਲੈ ਕੇ ਆ ਜਾਂਦਾ। ਬੜਾ ਪਲੀਤ ਹੈ ਉਹ, ਰੱਜਦਾ ਨਹੀਂ ਆ। ਉਹਨੂੰ ਅਸਰ ਹੀ ਨਹੀਂ ਹੁੰਦਾ ਜੋ ਮਰਜ਼ੀ ਕਹੋ ਉਹਨੂੰ। ਬੰਦੇ ਥੋੜੀ ਜਿਹੀ ਸ਼ਰਮ ਹੋਏ ਉਹਨੂੰ ਕੁਝ ਕਹੋ ਤੇ ਉਹਨੂੰ ਅਹਿਸਾਸ ਹੁੰਦਾ, ਫੀਲ ਹੁੰਦਾ ਯਾਰ ਜਿਵੇਂ ਮਰਜ਼ਾਈ ਉਤੋਂ ਸੈਣੀ ਸਾਹਿਬ ਦੀ ਬਰਾੜ ਅਸਰ ਹੀ ਨਹੀਂ ਹੁੰਦਾ। ਮੈਂ ਕਿਹਾ ਜਿਸ ਤਰ੍ਹਾਂ ਸੈਣੀ ਸਾਹਿਬ ਦੀ ਬਰਾੜ ਤੇ 500 ਗਾਲਾਂ ਮਿਰਜ਼ੇ ਨੂੰ ਪਵਾ ਕੇ ਜਾਂਦਾ ਨਾ ਬੰਬਾਸਟਕ, ਇਸ ਤਰ੍ਹਾਂ ਇਹਨੇ ਵੀ ਆਪਣਾ 500 ਦਾ ਕੋਟਾ ਪੂਰਾ ਮੇਰੇ ਹੱਲ ਕਰਨਾ। ਪੁੱਛ ਲਓ ਕਿੰਨੀਆਂ ਹੋ ਗਈਆਂ ਕਿੰਨੀਆਂ ਰਹਿ ਗਈਆਂ। ਇਹਦਾ ਹੱਲ ਹੈ ਆਂਦੇ ਸਾਰੇ ਲੈਨ ਬਣਾ ਮਲਕ ਤੁਹਾਡਾ ਡਿਨਰ ਪੂਰਾ ਹੋ ਗਿਆ ਜਾਂ ਹਾਲੇ ਭੁੱਖ ਹੈ ਥੋੜੀ? ਤੇ ਦੱਸ ਦੇ। ਸੈਣੀ ਸਾਹਿਬ ਦੀ ਬਰਾੜ ਤੇ ਲੈਨ ਤੋਂ ਰਿਕੁਐਸਟ ਪਾਈ ਜੇ ਲੈਨ ਲੱਗੀ ਹੁੰਦੀ ਹੈ ਸੈਣੀ ਸਾਹਿਬ ਦੀ ਬਰਾੜ ਤੇ। ਇੱਕ ਮਰਜ਼ਈ ਲੈਂਦਾ ਇੱਕ ਦੂਆ ਚੜ ਜਾਂਦਾ, ਉਹਦੇ ਛੇਤਰ ਪੋਲਾ ਹੁੰਦਾ, ਫਿਰ ਉਹ ਜਾਂਦਾ ਤਰੀਏ ਨੂੰ ਆਵਾਜ਼ ਮਾਰਦਾ, ਤਰੀਆ ਆ ਜਾਂਦਾ। ਯਕੀਨ ਜਿਹੜਾ ਕਹਿੰਦਾ ਨਾ ਮੁਸਲਮਾਨ ਇੰਜ ਕਰਦੇ ਨੇ, ਮੁਸਲਮਾਨ ਸ਼ਾਤਮੀਅਤ ਕਰਾਉਂਦੇ ਨੇ, ਗਾਲੀਆਂ ਕਢਾਉਂਦੇ ਨੇ, ਇਹ ਇਸ ਵਾਸਤੇ ਕਰਦਾ, ਇਹ ਛੇੜਦਾ ਹੈ ਮੁਸਲਮਾਨਾਂ ਨੂੰ। ਕਿ ਜੇ ਛੇੜਾਂਗਾ ਨਾ ਤੇ ਮੁਸਲਮਾਨ ਮੈਨੂੰ ਗਾਲਾਂ ਕੱਢਣਗੇ ਤੇ ਮੈਂ ਇੰਜੋਏ ਕਰਾਂਗਾ। ਇਹਦਾ ਮਕਸਦ ਇਹ ਹੁੰਦਾ ਹੈ ਮੁਸਲਮਾਨਾਂ ਨੂੰ ਇੰਜ ਨਾ ਤੰਗ ਕਰਨਾ। ਉਹ ਜੀ ਇੱਕ ਹੋਰ ਦਿਮਾਗ ਦਾ ਦਹੀਂ ਆ ਗਿਆ ਜੀ। ਰਾਤੀ ਮਲਕ ਸਾਹਿਬ ਨੇ ਉੱਥੇ ਮਰਜ਼ਾਈ ਨਸਾਏ ਨੇ ਸੈਣੀ ਸਾਹਿਬ ਦੀ ਬਰਾੜ ਦੇ ਉੱਤੇ। ਮੈਂ ਤੱਕਦਾ ਪਿਆ ਇਹਨਾਂ ਉਹ ਛਿੱਤਰ ਵਾਇਆ ਇਹਨਾਂ ਤੇ, ਮਰਜ਼ਾਈ ਦੌੜ ਗਏ ਨੇ ਬਰਾੜ ਛੱਡ ਕੇ। ਲੇਕਿਨ ਐਸੀ ਕੋਈ ਢੀਠ ਕੌਮ ਝੱਟ ਬਾਅਦ ਫਿਰ ਕੱਪੜੇ ਝਾੜ ਕੇ ਆ ਕੇ ਆਖਣਗੇ ਇਬ ਕੇ ਮਾਰ ਕੇ ਵੇਖ, ਇਬ ਕੇ ਮਾਰ ਕੇ ਵੇਖ। ਆਮਿਰ ਭਾਈ ਬਾਜਵਾ ਸਾਹਿਬ ਆ ਗਏ ਨੇ ਤੇ ਤੁਹਾਡੇ ਵਸੀਲੇ ਦੇ ਨਾਲ ਇੱਕ ਸਵਾਲ ਉਹਨਾਂ ਨੂੰ ਪੁੱਛ ਲਵਾਂ ਇਲਮੀ, ਕਿਉਂਕਿ ਪੁੱਛ ਲਓ ਪਹਿਲਾਂ। ਉਹ ਬਿੱਛੂ ਦੀ ਮੋਨਸ ਤੇ ਮੁਜ਼ੱਕਰ ਟੁੰਡਿਆ ਜੇ? ਉਹ ਬਿੱਛੂ ਦਾ, ਹਾਂਜੀ ਵਿਛੋੜੀਆ ਕਹਿੰਦੇ ਨੇ ਉਹਨੂੰ। ਉਹ ਕਹਿੰਦਾ ਕਿ ਬਿੱਛੂ ਦਾ ਜਿਹੜਾ ਮੋਨਸ ਹੁੰਦਾ ਉਹਨੂੰ ਵਿਛੋੜੀਆ ਕਹਿੰਦੇ। ਲਓ ਜੀ ਆਪਣਾ ਮੁਸਲਮ ਸਾਹਿਬ ਹਰ ਵੇਲੇ ਚੁਗਲੀ ਔਰ ਗੀਬਤ ਨਾ ਕਰਿਆ ਕਰੋ। ਚੁਗਲੀ ਅਸੀਂ ਕਿਸੇ ਦੀ ਨਹੀਂ ਕਰਦੇ ਬਾਜਵਾ ਸਾਹਿਬ। ਆਪਣਾ ਕੀ ਤੁਹਾਡਾ ਨਾਮ? ਬਾਜਵਾ ਸਾਹਿਬ। ਬਾਜਵਾ ਸਾਹਿਬ ਮੈਨੂੰ ਇਹ ਦੱਸਣਾ ਕਿ ਹਦੀਸ ਮੁਬਾਰਕਾ ਕਿਹੜੀ ਕਿਤਾਬ ਦੇ ਵਿੱਚ ਹਲਾਕ ਹੋ ਗਿਆ ਉਹ ਸ਼ਖਸ ਜਿਹਨੇ ਆਪਣੇ ਵਕਤ ਦੇ ਇਮਾਮ ਨੂੰ ਨਾ ਪਛਾਣਿਆ? ਹਦੀਸ ਹੈ ਕਿਹੜੀ ਕਿਤਾਬ ਵਿੱਚ? ਚਲੋ ਤੁਹਾਨੂੰ ਦੱਸ ਦੇਣਾ, ਲੇਕਿਨ ਹਦੀਸ ਹੈ। ਹਲਾਕ ਹੋਣ ਦੇ ਸ਼ਖਸ ਅਲਫਾਜ਼ ਨਹੀਂ ਹਨ ਪਹਿਲੀ ਗੱਲ। ਦੂਜੀ ਗੱਲ ਇਹ ਕਿ ਉਹ ਜਹਾਲੀਅਤ ਦੀ ਮੌਤ ਮਰਿਆ। ਠੀਕ ਹੈ, ਇੱਕ ਗੱਲ ਉਹਦੀ ਸਨਦ ਵੀ ਸਹੀ ਨਹੀਂ ਹੈ ਨਾ। ਇਸ ਦੀ ਸਨਦ ਸਹੀ ਇਹ ਤਾਂ ਤੁਸੀਂ ਕਹਿ ਰਹੇ ਹੋ ਨਾ, ਲੇਕਿਨ ਹਦੀਸ ਹੈ। ਤੁਹਾਡੇ ਨਜ਼ਦੀਕ ਤਾਂ ਸਨਦ ਦੀ ਕੋਈ ਅਹਿਮੀਅਤ ਹੀ ਨਹੀਂ ਨਾ ਹੈ। ਮਿਰਜ਼ਾ ਸਾਹਿਬ ਨੇ ਉਹਨੂੰ ਸਹੀ ਆਖਿਆ। ਗੱਲ ਉਹ ਨਹੀਂ ਹੈ ਹਦੀਸ ਦੀ ਕਿਤਾਬ ਦੇ ਵਿੱਚ
ਆਹੋ ਤੇ ਹਦੀਸ ਦੀਆਂ ਹਦੀਸ ਕਿਤਾਬਾਂ ਦੇ ਮੌਜੂਦ ਵਿੱਚ ਤੇ ਜ਼ਈਫ ਤੇ ਝੂਠੀਆਂ ਮੌਜੂ ਤੇ ਮਨਗੜਤ ਹਦੀਸਾਂ ਨਹੀਂ ਚਲੋ ਹਨ। ਜੋ ਉਹ ਦੇਖੋ, ਇਹ ਤਾਂ ਤੁਸੀਂ ਕਹਿ ਰਹੇ ਹੋ ਨਾ। ਮੈਂ ਕਹਿ ਰਿਹਾ ਕਿ ਪਹਿਲੇ ਮੌਜੂਦ ਨੇ ਉੱਥੇ। ਮੇਰੇ ਤੇ ਤੁਹਾਡੇ ਪੈਦਾ ਹੋਣ ਜਿਨ੍ਹਾਂ ਤੋਂ ਪਹਿਲਾਂ। ਲੋਕਾਂ ਨੇ ਬਾਜਵਾ ਸਾਹਿਬ ਆਇਓ ਤੇ ਗੱਲ ਵਾਰੀ ਨਾ ਕਰੋ ਨਾ ਸ਼ਹਜ਼ਾਦਿਓ। ਮੈਂ ਚਲੋ, ਕਹਿਣਾ ਮੇਰੇ ਪੈਦਾ ਹੋਣ ਤੋਂ ਪਹਿਲੇ ਤੇ ਤੁਹਾਡੇ ਪੈਦਾ ਹੋਣ ਤੋਂ ਪਹਿਲੇ ਕਿਆ ਮੁਹੱਦਿਸੀਨ ਨੇ ਇਹ ਗੱਲਾਂ ਲਿਖੀਆਂ ਨੇ ਜਾਂ ਨਹੀਂ ਲਿਖੀਆਂ ਕਿ ਮੌਜ਼ੂ ਔਰ ਮਨ ਗੜਤ ਹਦੀਸਾਂ ਵੀ ਹੈਨ ਨੇ। ਫਲਾਂ ਬੰਦਾ ਹਦੀਸਾਂ ਵਜ਼ਾ ਕਰਦਾ ਸੀ, ਫਲਾਂ ਬੰਦਾ ਘੜ ਕੇ ਹਦੀਸਾਂ ਬਿਆਨ ਕਰਦਾ ਸੀ। ਇਹ ਗੱਲਾਂ ਸਾਡੀਆਂ ਪੈਦਾਇਸ਼ਾਂ ਤੋਂ ਹਜ਼ਾਰ ਸਾਲ ਪਹਿਲਾਂ ਲਿਖੀਆਂ ਨੇ ਕਿ ਨਹੀਂ ਕਿਤਾਬਾਂ 'ਚ? ਇਹਦਾ ਜਵਾਬ ਦਿਓ ਪਹਿਲਾਂ, ਹੋਰ ਕੋਈ ਗੱਲਬਾਤ ਕਰੇ। ਦੇਖੋ ਉਹ ਗੱਲ ਵੀ ਠੀਕ ਹੈ, ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਬੁਨਿਆਦੀ ਇਹ ਅਸੂਲ। ਗੱਲ ਠੀਕ ਹੈ। ਦੇਖੋ ਮੁਹੱਦਿਸੀਨ ਨੇ ਜ਼ਾਰੀ ਗੱਲ ਹੈ ਬਾਜ਼ ਅਹਾਦੀਸ ਦੇ ਉੱਤੇ ਆਪਣੀ ਤਹਿਕੀਕ ਦੇ ਮੁਤਾਬਕ ਆਪਣਾ ਐਨਾਲਿਸਿਸ ਕੀਤਾ ਹੈ ਕਿ ਮੌਜ਼ੂ ਹੈ, ਜ਼ਈਫ ਹੈ, ਸਾਰਾ ਕੁਝ ਕੀਤਾ। ਲੇਕਿਨ ਮੇਰਾ ਕੁਐਸਚਨ ਇਹ ਵੇ, ਤੁਸੀਂ ਤੇ ਇਸ ਨੂੰ ਕਿੰਜ ਲੈਂਦੇ ਹੋ? ਉਹਨਾਂ ਦੇ ਐਨਾਲਿਸਿਸ ਨੂੰ ਨਹੀਂ ਲੈਂਦੇ? ਤੁਹਾਡਾ ਆਪਣਾ ਐਨਾਲਿਸਿਸ ਕੀ ਹੁੰਦਾ ਹੈ ਹਦੀਸ ਨੂੰ? ਨਹੀਂ, ਮੈਂ ਸਮਝਣਾ ਕਿ ਅਗਰ ਕੋਈ ਹਦੀਸ ਐਸੀ ਮੌਜੂਦ ਹੈ ਜਿਹਦੇ ਵਿੱਚ ਕਿਸੇ ਮੁਹੱਦਿਸ ਨੇ ਇਹ ਆਪਣਾ ਐਨਾਲਿਸਿਸ ਕੀਤਾ ਵੀ ਹੈ ਕਿ ਇਹ ਜ਼ਈਫ ਹੈ, ਮਗਰ ਇਹਦਾ ਮਤਲਬ ਹਰਗਿਜ਼ ਇਹ ਨਹੀਂ ਹੈ ਕਿ ਇਹ ਹਦੀਸ ਕੁਲੀਅਤਨ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ ਨਹੀਂ ਹੋ ਸਕਦੀ। ਅਗਰ ਉਹਨੂੰ ਸਹੀ ਕਿਸ ਤਰ੍ਹਾਂ ਮੰਨਦੇ ਹੋ ਤੁਸੀਂ ਫਿਰ? ਮਤਲਬ ਮੁਹੱਦਿਸੀਨ ਦੇ ਐਨਾਲਿਸਿਸ ਨੂੰ ਤੁਸੀਂ ਨਹੀਂ ਮੰਨਦੇ, ਤੁਸੀਂ ਉਹਨੂੰ ਸਹੀ ਕਿਸ ਤਰ੍ਹਾਂ? ਜੀ ਮੈਂ ਦੱਸਾਂ, ਜਿਹੜੀ ਹਦੀਸ ਦੇ ਬਾਰੇ ਚ ਕਿਸੇ ਮੁਹੱਦਿਸ ਨੇ ਇਹ ਐਨਾਲਿਸਿਸ ਕੀਤਾ ਹੈ ਕਿ ਇਹ ਜ਼ਈਫ ਹੈ ਜਾਂ ਇਹਦੀ ਰਵਾਇਤ ਵਿੱਚ ਫਲਾਣਾ ਰਾਵੀ ਜਿਹੜਾ ਵੇ ਉਹਨਾਂ ਦੇ ਬਾਰੇ ਪਤਾ ਨਹੀਂ ਹੈ ਕਿ ਫਲਾਂ ਨੂੰ ਮਿਲਿਆ ਵੀ ਹੈ ਨਹੀਂ, ਜਾਂ ਫਲਾਂ ਜਿਹੜਾ ਉਹਦੇ ਕੌਲ ਦੇ ਉੱਤੇ ਸ਼ੱਕ ਦੀ ਗੁੰਜਾਇਸ਼ ਕੁਝ ਵੀ ਤਹਿਕੀਮ ਲੱਗੀ ਹੈ, ਜ਼ੋਫ ਦੀ ਤਹਿਕੀਮ ਲੱਗੀ ਹੈ, ਉਹਦੇ ਵਿੱਚ ਇੱਕ ਪੋਸੀਬਿਲਿਟੀ ਦਾ ਉਨਸਰ ਹੈ ਕਿ ਹੋ ਸਕਦਾ ਹੈ ਇਸ ਤਰ੍ਹਾਂ। ਕੀ ਪੋਸੀਬਿਲਿਟੀ ਦਾ ਉਨਸਰ ਹੈ? ਠੀਕ ਹੈ, ਮੇਰੀ ਗੱਲ ਸੁਣੋ ਮੇਰੀ ਗੱਲ। ਅਗਰ ਕਿਸੇ ਹਦੀਸ ਦੇ ਬਾਰੇ ਚ ਸਾਬਤ ਹੋ ਜਾਏ ਕਿ ਇਹ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੀ ਗੱਲ ਨਹੀਂ, ਤੇ ਉਸ ਹਦੀਸ ਨੂੰ ਤੇ ਉਸ ਕਿਤਾਬ 'ਚ ਹੋਣਾ ਹੀ ਨਹੀਂ ਚਾਹੀਦਾ ਜਿਹਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਹੀ ਹਦੀਸ ਮੌਜੂਦ ਨੇ। ਔਰ ਜਿਨ੍ਹਾਂ ਨੇ ਉਹ ਹਦੀਸ ਨੂੰ ਲਿਖਿਆ ਉਹਨਾਂ ਦੇ ਬਾਰੇ 'ਚ ਫਿਰ ਕੀ ਫਤਵਾ ਹੈ? ਕਿਉਂਕਿ ਇਹ ਵੀ ਤਾਂ ਸਹੀ ਹਦੀਸ ਮੌਜੂਦ ਹੈ ਨਾ ਕਿ ਜਿਹਨੇ ਮੇਰੀ ਤਰਫ ਗਲਤ ਗੱਲ ਮਨਸੂਬ ਕੀਤੀ ਉਹ ਜਹੰਨਮ 'ਚ ਆਪਣੀ ਜਗ੍ਹਾ ਦੇਖ ਲੈ। ਠੀਕ ਹੈ ਨਾ? ਇਹਦਾ ਮਤਲਬ ਤੁਸੀਂ ਫਿਰ ਉਹਨਾਂ ਦੇ ਬਾਰੇ 'ਚ ਇਹ ਫਤਵਾ ਤਿਆਰ ਹੋ ਕਿ ਉਹ ਜਹੰਨਮ 'ਚ ਜਾਣਗੇ। ਆ ਗਿਆ ਨਾ ਹੁਣ ਤੁਹਾਡਾ ਸਵਾਲ, ਹੁਣ ਜਵਾਬ ਲੈ ਲਓ ਨਾ, ਮਿਊਟ ਲਾ ਲਓ। ਪਹਿਲੀ ਤਾਂ ਗੱਲ ਹੈ ਵੇ ਕਿ ਇਹ ਤੁਹਾਡੀ ਗੱਲ ਸੁਣ ਕੇ ਲੋਕਾਂ ਨੂੰ ਆਸ਼ਸ਼ ਕਰਨਾ ਚਾਹੀਦਾ। ਜਿਹੜੇ ਸੁਣਨ ਵਾਲੇ ਨੇ ਸਾਰੇ ਆਸ਼ਸ਼ ਕਰ ਉੱਠੋ। ਬਾਜਵਾ ਸਾਹਿਬ ਕਹਿ ਰਹੇ ਨੇ ਕਿ ਅਗਰ ਕਿਸੇ ਕਿਤਾਬ ਦੇ ਵਿੱਚ ਕੋਈ ਰਵਾਇਤ ਜ਼ਈਫ ਹੈ ਤੇ ਉਸ ਕਿਤਾਬ 'ਚ ਕਰਦੀ ਕੀ ਪਈ ਹੈ? ਉਸ ਕਿਤਾਬ 'ਚ ਮੌਜੂਦ ਕਿਉਂ ਹੈ? ਉਹਨਾਂ ਲਿਖੀ ਕਿਉਂ ਇਮਾਮ ਨੇ? ਇਹ ਬਾਜਵਾ ਸਾਹਿਬ ਦੀ ਬਸੀਰਤ ਹੈ, ਇਹ ਇਹਨਾਂ ਦਾ ਮੁਤਾਲਿਆ ਹੈ, ਇਹ ਇਹਨਾਂ ਦੀ ਤਹਿਕੀਕ ਹੈ ਹਦੀਸ ਦੇ ਬਾਰੇ, ਇਹ ਇਹਨਾਂ ਦਾ ਨੌਲੇਜ ਕਿ ਜ਼ਈਫ ਹਦੀਸ ਹੋਣੀ ਨਹੀਂ ਚਾਹੀਦੀ। ਜਦੋਂ ਪਤਾ ਲੱਗ ਜਾਏ ਕਿ ਜ਼ਈਫ ਹੈ ਉਹਨੂੰ ਕਿਤਾਬ 'ਚੋਂ ਕੱਢ ਦੇਣਾ ਚਾਹੀਦਾ। ਅਸਲ ਗੱਲ ਇਹ ਹੈ ਕਿ ਕਿਤਾਬਾਂ ਲਿਖੀਆਂ ਗਈਆਂ ਪਹਿਲੇ ਹਦੀਸ ਦੀਆਂ ਤੇ ਉਹਨਾਂ ਦੇ ਉੱਤੇ ਤਹਿਕੀਕ ਹੋਣੀ ਸ਼ੁਰੂ ਹੋਈ ਬਾਅਦ ਵਿੱਚ। ਮਿਸਾਲ ਦੇ ਤੌਰ ਤੇ ਇਮਾਮ ਮਾਲਕ ਆਏ ਜਾਂ ਇਮਾਮ ਤਬਰੀ ਪਹਿਲਾਂ ਆਏ, ਉਹਨਾਂ ਨੇ ਮੁਆਸ਼ਰੇ ਦੇ ਵਿੱਚ ਜਿਹੜੇ ਤਾਬਈਨ ਤਬਾ ਤਾਬਈਨ ਤੋਂ ਵੀ ਅਗਲੇ ਤੀਸਰੇ ਦਰਜੇ ਦੇ ਲੋਕ ਸਨ, ਉਹਨਾਂ ਕੋਲੋਂ ਕੋਈ ਗੱਲਾਂ ਸੁਣੀਆਂ, ਉਹਨਾਂ ਕੋਲੋਂ ਲੈ ਕੇ ਤੇ ਉਹਨਾਂ ਨੇ ਕਿਤਾਬਾਂ 'ਚ ਇਕੱਠੀਆਂ ਕਰਕੇ ਲਿਖ ਦਿੱਤੀਆਂ। ਉਹਦੇ ਬਾਅਦ ਉਹ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਕਰਕੇ ਤਹਿਕੀਕ ਹਵਾਲੇ ਨਾਲ ਗੱਲ ਸੁਣਾਈ ਸੀ ਨਾ ਕਿ ਬਈ ਮੈਨੂੰ ਬਾਜਵਾ ਸਾਹਿਬ ਸੁਣਾਈ, ਬਾਜਵਾ ਸਾਹਿਬ ਨੂੰ ਅਕਬਰ ਸਾਹਿਬ ਸੁਣਾਈ ਸੀ, ਅਕਬਰ ਸਾਹਿਬ ਨੂੰ ਮਲਕ ਸ਼ਹਿਨਸ਼ਾਹ ਸਾਹਿਬ ਸੁਣਾਈ ਸੀ। ਅਗਰ ਉਹਨਾਂ ਨੇ ਇਸ ਤਰਤੀਬ ਨਾਲ 2-3 ਰੈਫਰੈਂਸ ਦਿੱਤੇ ਸਨ ਨਾ ਤੇ ਇਮਾਮ ਸਾਹਿਬ ਨੇ ਉਹਨਾਂ ਗੱਲਾਂ ਨੂੰ, ਉਸ ਰੈਫਰੈਂਸ ਨੂੰ ਵੀ ਤੇ ਉਸ ਮਤਨ ਨੂੰ ਵੀ ਕਿਤਾਬ ਦੇ ਵਿੱਚ ਦਰਜ ਕਰ ਦਿੱਤਾ ਤੇ ਆਖਿਆ ਵੀ ਇਹਨਾਂ ਬੰਦਿਆਂ ਦੇ ਬਾਰੇ ਤੁਸੀਂ ਖੁਦ ਤਹਿਕੀਕ ਕਰ ਲਿਓ ਕਿ ਇਹ ਬੰਦੇ ਜਿਨ੍ਹਾਂ ਮੈਨੂੰ ਇਹ ਗੱਲ ਦਿੱਤੀ ਹੈ ਕਿਸ ਤਰ੍ਹਾਂ ਦੇ। ਜਦੋਂ ਉਹ ਤਹਿਕੀਕ ਕੀਤੀ ਬਾਅਦ ਵਿੱਚ ਕੁਝ ਹਦੀਸਾਂ ਸਹੀ ਸਨ, ਕੋਈ ਜ਼ਈਫ ਸਨ, ਕੋਈ ਝੂਠੀਆਂ ਸਨ ਗੱਲਾਂ, ਕੋਈ ਸੱਚੀਆਂ ਸਨ। ਜਿਹੜੀਆਂ ਜ਼ਈਫ ਸਨ ਤੁਹਾਡਾ ਇਹ ਕਹਿਣਾ ਹੈ ਕਿ ਜਦੋਂ ਪਤਾ ਲੱਗ ਗਿਆ ਕਿ ਜ਼ਈਫ ਨੇ ਤੇ ਉਹਨਾਂ ਨੂੰ ਕਿਤਾਬ 'ਚੋਂ ਕੱਢ ਦੇਣਾ ਚਾਹੀਦਾ। ਜਿਸ ਤਰ੍ਹਾਂ ਕਿ ਤੁਸੀਂ ਆਪਣੇ ਤਜ਼ਕਰਾ ਦੇ ਵਿੱਚੋਂ 2022 ਦੇ ਐਡੀਸ਼ਨ 'ਚ ਉਹ ਮਿਰਜ਼ਾ ਸਾਹਿਬ ਦਾ ਲਾਮ ਕੱਢ ਛੜਿਆ ਕਿ बहरहाल खुदा ताला ने मेरे पर जाहिर किया है कि जिसको तेरी दावत पहुंची है
और उसने तुझे कबूल नहीं किया तो वो मुसलमान नहीं है। ਇਹ ਮਿਰਜ਼ਾ ਸਾਹਿਬ ਨੇ ਇੱਕ ਇਲਹਾਮਨ ਗੱਲ ਬਿਆਨ ਕੀਤੀ ਸੀ ਕਿ ਮੈਨੂੰ ਖੁਦਾ ਤਾਲਾ ਨੇ ਦੱਸਿਆ ਕਿ ਜਿਹਨੂੰ ਤੇਰੀ ਦਾਵਤ ਪਹੁੰਚੀ ਏ ਉਹਨੇ ਤੈਨੂੰ ਕਬੂਲ ਨਹੀਂ ਕੀਤਾ ਤੇ ਉਹ ਮੁਸਲਮਾਨ ਨਹੀਂ। ਇਹ ਲਿਖੀ ਸੀ ਤਜ਼ਕਰੇ ਦੇ ਵਿੱਚ 1935 ਤੋਂ ਲੈ ਕੇ 2022 ਤੱਕ ਲਿਖੀ ਰਹੀ। 2022 ਵਿੱਚ ਜਦੋਂ ਤਜ਼ਕਰਾ ਛਪਿਆ ਇਹ ਹੁਣ ਤੋਂ 4 ਸਾਲ ਪਹਿਲੇ ਤੁਸੀਂ ਉਹ ਵਿੱਚੋਂ ਕੱਢ ਦਿੱਤੀ ਹੈ। ਕਿਉਂ? ਤੁਸੀਂ ਇਹ ਥੱਲੇ ਲਿਖਿਆ ਹੈ ਕਿ ਇਹ ਤਹਿਕੀਕ ਤੋਂ ਬਾਅਦ ਸਾਬਤ ਹੋਇਆ ਹੈ ਕਿ ਇਹ ਮਿਰਜ਼ਾ ਸਾਹਿਬ ਨੇ ਗੱਲ ਨਹੀਂ ਆਖੀ। ਕਿਉਂ? ਕਿਉਂਕਿ ਇਹਦੀ ਜਿਹੜੀ ਰਵਾਇਤ ਔਰ ਦਰਾਇਤ ਹੈ ਉਹ ਤਸੱਲੀ ਬਖਸ਼ ਨਹੀਂ ਹੈ। ਇਹ ਹੈ ਤੁਹਾਡੀ ਆਪਣੀ ਅਕਲ। ਹਾਲਾਂਕਿ ਜੇ ਤੁਸੀਂ ਗੌਰ ਕਰ ਲੈਂਦੇ ਨਾ ਉਹ ਗੱਲ ਮਿਰਜ਼ਾ ਸਾਹਿਬ ਨੇ ਹਕੀਕਤੁਲ ਵਹੀ ਚ ਆਪਣੇ ਹੱਥੀਂ ਲਿਖੀ ਹੈ। ਸਵਾਲ ਨੰਬਰ 6 ਖੋਲੋ, ਉਹ ਪੜ੍ਹ ਕੇ ਸੁਣਾਓ ਲੋਕਾਂ ਨੂੰ। ਹਕੀਕਤੁਲ ਵਹੀ ਚ ਸਵਾਲ ਨੰਬਰ 6 ਮਿਰਜ਼ਾ ਸਾਹਿਬ ਨੇ ਖੁਦ ਦਰਜ ਕੀਤਾ ਹੈ ਕਿ ਮੈਨੂੰ ਇੱਕ ਸਾਇਲ ਨੇ ਸਵਾਲ ਕੀਤਾ ਹੈ ਕਿ ਕਹਿੰਦਾ ਹੈ ਕਿ ਅੱਜ ਤੋਂ ਪਹਿਲੇ ਜਿਹੜੀਆਂ ਕਿਤਾਬਾਂ ਸਨ ਤੁਹਾਡੀਆਂ ਉਹਨਾਂ 'ਚ ਤੇ ਤੁਸੀਂ ਤਰਿਆਕੁਲ ਕਲੂਬ ਵਗੈਰਾ 'ਚ ਕਹਿੰਦੇ ਸੀ ਕਿ ਜਿਹੜਾ ਤੁਹਾਡੇ ਦਾਅਵੇ ਨੂੰ ਨਾ ਮੰਨੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਤੁਹਾਡੇ ਦਾਅਵੇ ਦੇ ਇਨਕਾਰ ਨਾਲ ਕੋਈ ਬੰਦਾ ਕਾਫਰ ਨਹੀਂ ਹੁੰਦਾ। ਲੇਕਿਨ ਹੁਣ ਤੁਸੀਂ ਡਾਕਟਰ ਅਬਦੁਲ ਹਕੀਮ ਪਟਿਆਲਵੀ ਨੂੰ ਖਤ ਲਿਖ ਕੇ ਤੇ ਤੁਸੀਂ ਆਖਿਆ ਹੈ ਕਿ ਖੁਦਾ ਤਾਲਾ ਨੇ ਤੁਹਾਡੇ ਤੇ ਜ਼ਾਹਿਰ ਕੀਤਾ ਹੈ ਕਿ ਜਿਹੜਾ ਤੁਹਾਡੀ ਦਾਵਤ ਨੂੰ ਕਬੂਲ ਨਹੀਂ ਕਰਦਾ ਉਹ ਮੁਸਲਮਾਨ ਨਹੀਂ। ਇਹਨਾਂ ਦੋਵਾਂ ਗੱਲਾਂ 'ਚ ਤਨਾਕਜ਼ ਹੈ ਇਹ ਉਹਨੇ, ਯਾਨੀ ਇਹ ਮੁਤਜ਼ਾਦ ਗੱਲਾਂ ਨੇ। ਇਹ ਉਹਦੇ ਬਰਖਲਾਫ ਗੱਲ ਤੁਸੀਂ ਕਰ ਦਿੱਤੀ ਜਿਹੜੀ ਤੁਸੀਂ ਅੱਗੇ ਕੀਤੀ ਸੀ। ਇਹਦਾ ਕੀ ਜਵਾਬ? ਮਿਰਜ਼ਾ ਸਾਹਿਬ ਨੇ ਇਹ ਨਹੀਂ ਆਖਿਆ ਕਿ ਮੈਂ ਤੇ ਡਾਕਟਰ ਅਬਦੁਲ ਹਕੀਮ ਪਟਿਆਲਵੀ ਨੂੰ ਖਤ ਲਿਖ ਕੇ ਗੱਲ ਆਖੀ ਨਹੀਂ ਹੈ, ਮੈਂ ਤੇ ਆਖਿਆ ਹੀ ਨਹੀਂ ਹੈ ਕਿ ਜਿਹੜਾ ਮੇਰਾ ਇਨਕਾਰ ਕਰਦਾ ਹੈ, ਮੇਰੀ ਦਾਵਤ ਦਾ ਇਨਕਾਰ ਕਰਦਾ ਮੁਸਲਮਾਨ ਨਹੀਂ। ਪੜ੍ਹ ਲਓ ਸਵਾਲ। ਮਿਰਜ਼ਾ ਸਾਹਿਬ ਨੇ ਉਹਦੀ ਜਸਟੀਫਿਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ, ਮਿਰਜ਼ਾ ਸਾਹਿਬ ਨੇ ਉਹਦੀ ਵਜ਼ਾਹਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਉਹਦਾ ਇਨਕਾਰ ਨਹੀਂ ਕੀਤਾ। ਇਹਦਾ ਕੀ ਮਤਲਬ ਹੈ ਕਿ ਮਿਰਜ਼ਾ ਸਾਹਿਬ ਨੇ ਖਤ 'ਚ ਗੱਲ ਲਿਖੀ ਸੀ, ਡਾਕਟਰ ਅਬਦੁਲ ਹਕੀਮ ਪਟਿਆਲਵੀ ਨੂੰ ਆਖਿਆ ਸੀ। ਅਗਰ ਨਾ ਆਖਿਆ ਹੁੰਦਾ ਤਾਂ ਸਿੱਧਾ ਹੀ ਜਵਾਬ ਸੀ ਕਿ ਮੈਂ ਤੇ ਗੱਲ ਆਖੀ ਨਹੀਂ ਹੈ, ਮੇਰੀ ਤੇ ਉਹੀ ਗੱਲ ਹੈ ਤਰਿਆਕੁਲ ਕਲੂਬ ਵਾਲੀ, ਸਿੰਪਲ ਗੱਲ। ਲੇਕਿਨ ਮਿਰਜ਼ਾ ਸਾਹਿਬ ਨੂੰ ਪਤਾ ਹੈ ਕਿ ਮੈਂ ਖਤ 'ਚ ਗੱਲ ਲਿਖੀ ਹੈ ਡਾਕਟਰ ਅਬਦੁਲ ਹਕੀਮ ਪਟਿਆਲਵੀ, ਔਰ ਉਹ ਡਾਕਟਰ ਅਬਦੁਲ ਹਕੀਮ ਪਟਿਆਲਵੀ ਨੇ ਜ਼ਿਕਰੁਲ ਹਕੀਮ ਦੇ ਨਾਂ ਦਾ ਰਸਾਲਾ ਲਿਖ ਕੇ ਉਹਦੇ 'ਚ ਉਹ ਖਤ ਵੀ ਲਿਖਿਆ ਹੈ। ਉਹਦੇ ਖਤ ਦੇ ਵਿੱਚੋਂ ਹੀ ਇਬਾਰਤਾਂ ਲੈ ਕੇ ਕਲਮਾਤੁਲ ਫਜ਼ਲ 'ਚ ਵੀ ਲਿਖੀਆਂ ਨੇ ਬਸ਼ੀਰ ਅਹਿਮਦ ਐਮਏ ਨੇ, ਲੇਕਿਨ ਤੁਸੀਂ ਉਹ ਵਿੱਚੋਂ ਕੱਢ ਦਿੱਤੀ ਹੈ। ਤੁਸੀਂ ਚਾਹੁੰਦੇ ਹੋ ਕਿ ਮੁਸਲਮਾਨ ਵੀ ਇੰਜ ਕਰਨ ਤੇ ਆਪਣੀਆਂ ਹਦੀਸਾਂ ਦੀਆਂ ਕਿਤਾਬਾਂ 'ਚ ਜਿਹੜੀਆਂ ਝੂਠੀਆਂ ਹਦੀਸਾਂ ਨੇ, ਮੌਜ਼ੂ ਤੇ ਮਨਗੜਤ ਨੇ, ਉਹਨਾਂ ਨੂੰ ਕੱਢ ਦੇਣ ਤੁਹਾਡੇ ਨਕਸ਼ੇ ਕਦਮ ਤੇ ਚੱਲਦੇ ਹੋਏ। ਤੇ ਬਾਜਵਾ ਸਾਹਿਬ ਦੇਖੋ ਮੇਰੀ ਗੱਲ ਸੁਣੋ, ਹੁਣ ਹੋ ਗਈ ਤੁਹਾਡੀ ਗੱਲ। ਦੇਖੋ ਗੱਲ ਤੁਸੀਂ ਚੂੰਕਿ ਇੱਕ ਰਵਿਸ਼ ਅਖਤਿਆਰ ਕੀਤੀ ਹੋਈ ਹੈ ਨਾ ਕਿ ਮੁਖਾਲਫਤ ਦੀ, ਉਹਦੇ ਵਿੱਚ ਤੁਸੀਂ ਉਹ ਮੇਰੀ ਗੱਲ ਨੂੰ ਸਮਝੇ ਨਹੀਂ। ਮੈਂ ਇੱਕ ਤੁਹਾਨੂੰ ਗੱਲ ਕੀਤੀ ਹੈ ਕਿ ਬੁਨਿਆਦੀ ਜਿਹਦਾ ਮੇਰਾ ਮਕਸਦ ਇਹ ਸੀ ਕਹਿਣ ਦਾ ਕਿ ਕਿਸੇ ਸ਼ਖਸ ਦੇ ਬਾਰੇ 'ਚ ਅਗਰ ਇਹ ਸਾਬਤ ਹੋ ਜਾਏ ਕਿ ਉਹਨਾਂ ਨੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ 'ਚ ਕੋਈ ਗਲਤ ਗੱਲ ਮਨਸੂਬ ਕੀਤੀ ਹੈ ਤਾਂ ਉਹਨਾਂ ਦਾ ਮਕਾਮ ਜਿਹੜਾ ਉਹਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ ਪਹਿਲੇ ਨੰਬਰ ਤੇ, ਕਿਉਂਕਿ ਐਸੇ ਬੰਦੇ ਵਾਸਤੇ ਬੜੇ ਸਖਤ ਅਲਫਾਜ਼ ਨੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ। ਇੱਕ ਤਰਫ ਤੁਸੀਂ ਉਹਨਾਂ ਨੂੰ ਇਮਾਮ ਮੰਨਦੇ ਹੋ, ਇੱਕ ਤਰਫ ਤੁਸੀਂ ਉਹਨਾਂ ਨੂੰ ਮੁਹੱਕਕ ਮੁਹੱਦਸ ਮੋਮਨ ਮੰਨਦੇ ਹੋ, ਔਰ ਦੂਸਰੀ ਤਰਫ ਤੁਸੀਂ ਇਹ ਕਹਿੰਦੇ ਹੋ ਕਿ ਬਾਅਦ ਗੱਲਾਂ ਤੇ ਇਹਨਾਂ ਨੇ ਐਸੇ ਤਰ੍ਹਾਂ ਹੀ ਲਿਖ ਛੜੀਆਂ ਨੇ। ਠੀਕ ਹੈ ਨਾ? ਮੈਂ ਤੁਹਾਨੂੰ, ਮੇਰਾ ਕਹਿਣ ਦਾ ਮਕਸਦ ਇਹ ਸੀ ਕਿ ਤੂੰ ਉਹ ਗੱਲਾਂ ਉਹਨਾਂ ਦੀ ਕਿਤਾਬ ਵਿੱਚੋਂ ਕੱਢਣ ਦੀ ਨਾ ਤੁਹਾਡੇ ਅੰਦਰ ਜ਼ਰੂਰਤ ਹੈ, ਨਾ ਤੁਹਾਡੇ ਅੰਦਰ ਐਸੀ ਕੋਈ ਕਾਬਲੀਅਤ ਹੈ, ਨਾ ਤੁਹਾਡਾ ਉਹ ਮਕਾਮ ਹੈ। ਸੋ ਇਸ ਵਾਸਤੇ ਮੈਂ ਤੁਹਾਨੂੰ ਇਸ ਰੰਗ 'ਚ ਗੱਲ ਕੀਤੀ ਹੈ ਕਿ ਉਹਨਾਂ ਨੇ ਜਿਨ੍ਹਾਂ ਨੇ ਇੱਕ ਕਿਤਾਬ ਦੇ ਵਿੱਚ ਇਹ ਹਦੀਸ ਨੂੰ ਦਰਜ ਕੀਤਾ ਵੇ, ਉਹਨਾਂ ਨੇ ਤੇ ਬਾਰਾ ਜ਼ਈਫ ਨਹੀਂ ਸਮਝਿਆ। ਬਾਅਦ ਚੋਂ ਆਉਣ ਵਾਲੇ ਜਿਹੜੇ ਨੇ ਲੋਕ, ਉਹਨਾਂ ਚੋਂ ਕਿਸੇ ਨੇ ਸਮਝਿਆ। ਠੀਕ ਹੈ? ਲੇਕਿਨ ਜਿਨ੍ਹਾਂ ਨੇ ਇਸ ਹਦੀਸ ਨੂੰ ਜਾਂ ਇਹਨਾਂ ਹਦੀਸਾਂ ਨੂੰ ਜਾਂ ਹੋਰ ਵੀ ਕਈ ਹਦੀਸਾਂ ਨੇ ਉਹਨਾਂ ਦੀ ਮਿਸਾਲਾਂ ਮੌਜੂਦ, ਈਵਨ ਕਿ ਬੁਖਾਰੀ ਔਰ ਮੁਸਲਿਮ ਦੇ ਵਿੱਚ ਹੀ ਬਾਅਦ ਹਦੀਸਾਂ ਤੁਹਾਨੂੰ ਐਸੀਆਂ ਮਿਲ ਜਾਣਗੀਆਂ ਜਿਨ੍ਹਾਂ ਦੇ ਬਾਰੇ ਦੇ ਵਿੱਚ ਅਗਰ ਤੁਸੀਂ ਉਹਨਾਂ ਦਾ ਆਪਸ ਵਿੱਚ ਤਕਾਬਲੀ ਜਾਇਜ਼ਾ ਲਓ ਤੇ ਉਹਦੇ ਮੁਖਤਲਿਫ ਮਜ਼ਮੂਨ ਬਿਆਨ ਉਹਦੇ ਮੁਖਤਲਿਫ ਮਜ਼ਮੂਨ ਬਿਆਨ ਹੁੰਦਾ ਹੈ। ਅਗਾ ਨਾ ਜਾਓ ਇੱਥੇ ਜਿਹੜੇ ਨਹੀਂ, ਮੈਂ ਤੁਹਾਨੂੰ ਇਹਦਾ ਨਾ ਬੁਨਿਆਦੀ ਅਸੂਲ ਦੀ ਗੱਲ ਦੱਸਣਾ। ਉਹ ਅਸੂਲ ਮੈਂ ਉਸੇ ਨੂੰ ਚੈੱਕ ਕਰਵਾਉਣਾ ਨਾ ਜਿਹੜਾ ਮੇਰੀ ਗੱਲ ਸੁਣਨਾ, ਇੱਕ ਮਿੰਟ ਮੇਰੀ ਗੱਲ ਸੁਣਨਾ। ਹੁਣ ਤੁਸੀਂ ਇਹਨੂੰ ਹੀ ਕਰੋ, ਫਿਰ ਅਗਾ ਨਵੀਆਂ ਨਾ ਕਰੋ, ਦੋ ਤਰ੍ਹਾਂ ਗੱਲਾਂ ਨਾ ਕਰੋ ਐਸੇ ਗੱਲ ਨੂੰ। ਮੈਂ ਸਭ ਤੁਹਾਨੂੰ ਇਹ ਗੱਲ ਸੁਣਨਾ, ਅਸਲ ਬੁਨਿਆਦੀ ਪਤਾ ਕੀ ਚੀਜ਼ ਹੈ? ਅਸਲ ਬੁਨਿਆਦੀ ਚੀਜ਼ ਇਹ ਵੇ ਕਿ ਉਹੀ ਗੱਲ, ਅਸਲ ਅਸੂਲ ਉਹੀ ਠੀਕ ਹੈਗਾ, ਔਰ ਉਹਦੇ ਵਿੱਚ ਹੀ ਇੱਕ ਲੌਜਿਕ ਵੀ ਹੈ, ਇੱਕ ਹਿਕਮਤ ਵੀ ਹੈ,
ਠੀਕ ਹੈ, ਔਰ ਉਹੀ ਇੱਕ ਕਾਬਿਲ ਠੀਕ ਅਮਲ ਹੋ ਗਿਆ, ਸਮਝੋ ਹੁਣ ਗੱਲ ਕਿ ਮਤ ਹਰ ਕਰਨ ਉਹ ਦਿਓ ਨਾ, ਹਦੀਸ, ਆगे ਗੱਲ ਸੁਣੋ ਇੱਕ, ਹਰ ਉਹ ਹਦੀਸ ਜਿਹੜੀ ਕਿ ਕੁਰਾਨ ਕਰੀਮ ਦੇ ਮੁਤਾਬਕ ਹੈ, ਭਾਵੇਂ ਉਹਦੇ ਬਾਰੇ ਕਿਸੇ ਨੇ ਕਿਹਾ ਹੈ ਕਿ ਉਹ ਜ਼ਈਫ ਹੈ, ਉਹ ਠੀਕ ਹਦੀਸ ਹੈ, ਹਦੀਸ ਕਿਉਂਕਿ ਕੁਰਾਨ ਉਹ ਕਰੀਮ ਨਬੀ ਪਾਕ ਦੀ ਹਦੀਸ, ਠੀਕ ਹੈ ਠੀਕ ਹੈ ਠੀਕ ਹੈ। ਕੁਰਾਨ ਤੁਸੀਂ ਕਰੀਮ ਸੁਣੋ ਨਾ ਇੱਕ ਮਿੰਟ, ਔਰ ਜਿਹੜੀ ਹਦੀਸ ਕੁਰਾਨ ਕਰੀਮ ਦਾ ਮਜ਼ਮੂਨ ਦੇ ਖਿਲਾਫ ਹੈ ਉਹ ਨਹੀਂ ਗੱਲ ਰਸੂਲullah ਠੀਕ ਹੋ ਸੱਲੱਲਾਹੁ ਅਲੈਹਿ ਗਿਆ, ਵਸੱਲਮ ਹੋ ਸਕਦੀ, ਆ ਪਰ ਗਈ ਇਹ ਸਮਝ ਅਸੂਲ ਆ ਗਈ। ਠੀਕ ਹੈ ਠੀਕ ਹੈ, ਜੀ। ਤੁਹਾਡਾ ਅਸੂਲ ਬਾਜਵਾ ਸਾਹਿਬ, ਤੁਸੀਂ ਆਪਣਾ ਅਸੂਲ ਆਪਣੀ ਜੇਬ 'ਚ ਪਾ ਕੇ ਰੱਖੋ, ਉਹਨੂੰ ਸਾਡੇ ਤੇ ਮੁਸਲਤ ਨਾ ਕਰੋ। ਸਾਡਾ ਇਹ ਅਸੂਲ ਨਹੀਂ ਹੈ ਜਿਹੜਾ ਤੁਸੀਂ ਬਿਆਨ ਕਰਦੇ ਹੋ ਨਾ, ਲੇਕਿਨ ਤੁਸੀਂ ਜਿਹੜੀ ਪਹਿਲੇ ਗੱਲ ਕੀਤੀ ਹੈ ਨਾ, ਉਹਦਾ ਹੀ ਫੈਸਲਾ ਕਰ ਲੈਣਾ। ਤੁਸੀਂ ਆਖਿਆ ਕਿ ਅਗਰ ਕੋਈ ਬੰਦਾ ਐਸੀ ਹਦੀਸ ਬਿਆਨ ਕਰੇ ਜਿਹੜੀ ਹਦੀਸ ਰਸੂਲullah ਦੀ ਨਹੀਂ, ਉਹਨੇ ਉਹ ਬਿਆਨ ਕਰ ਦਿੱਤੀ ਹੈ, ਰਸੂਲullah ਦੀ ਤਰਫ ਮਨਸੂਬ ਕਰ ਦਿੱਤੀ ਹੈ, ਤੇ ਉਸ ਬੰਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਜੀ ਬਹੁਤ ਅੱਛਾ, ਇਸ ਗੱਲ ਤੇ ਕਾਇਮ ਹੋ। ਅਗਰ ਕੋਈ ਬੰਦਾ ਐਸੀ ਹਦੀਸ ਪੇਸ਼ ਕਰ ਦੇ ਜਿਹੜੀ ਪਤਾ ਲੱਗ ਜੇ ਕਿ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਨਹੀਂ ਹੈ, ਉਹਦੀ ਜ਼ਾਤ ਉੱਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ, ਨਹੀਂ ਇਸ ਗੱਲ ਤੇ ਸਾਬਤ ਕਿਵੇਂ ਕਾਇਮ ਹੋ। ਕਰੋਗੇ? ਸਾਬਤ ਮੈਂ ਤੁਸੀਂ ਬਿਲਕੁਲ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਤੁਸੀਂ ਸਾਬਤ ਕਿਸ ਤਰ੍ਹਾਂ ਕਰੋਗੇ? ਤੁਸੀਂ ਉਹ ਬਾਅਦ 1400 ਦੀ ਗੱਲ ਹੈ, ਸਾਲ ਬਾਅਦ ਸਾਬਤ ਆਉਣ ਵਾਲੇ ਇੱਕ ਮਿੰਟ ਇਨਸਾਨਾਂ ਸ਼ਾਮਲ ਹੋ ਨਾ, ਤੁਸੀਂ ਇੱਕ ਮਿੰਟ। ਸਾਬਤ ਕਿਵੇਂ ਕਰੋਗੇ? ਅੱਜ ਦੱਸਣਾ ਮੈਂ ਕਿਸ ਤਰ੍ਹਾਂ ਸਾਬਤ ਕਰਾਂਗਾ, ਉਹ ਮੈਂ ਬਾਅਦ ਚ ਦੱਸਾਂਗਾ ਕਿਸ ਤਰ੍ਹਾਂ ਮੈਂ ਸਾਬਤ ਕਰਨਾ। ਇਸ ਗੱਲ ਦੇ ਉੱਤੇ ਕਾਇਮ ਹੋ ਜਿਹੜੀ ਤੁਸੀਂ ਕੀਤੀ। ਮੇਰੀ ਗੱਲ ਸੁਣੋ ਇੱਕ ਮਿੰਟ, ਮੈਂ ਤੁਹਾਨੂੰ ਬਾਜਵਾ ਸਾਹਿਬ ਜਿਹੜੀ ਗੱਲ ਆਮਰ ਕੀਤੀ ਸਾਹਿਬ ਜੇ ਮੇਰੀ ਉਸ ਗੱਲ ਗੱਲ ਸੁਣੋ, ਤੇ ਕਾਇਮ ਮੇਰੀ ਗੱਲ ਹੋ। ਸੁਣੋ। ਜਿਹੜੀ ਗੱਲ ਜਿਸ ਤਰ੍ਹਾਂ ਕੁਰਾਨ ਕਰੀਮ ਦੇ ਵਿੱਚ ਅੱਲਾਹ ਤਾਲਾ ਨੇ ਇੱਕ ਬਾਜਵਾ ਗੱਲ ਸਾਹਿਬ ਜਿਹੜੀ ਉਹ ਯਾਰ ਤੁਸੀਂ ਮੇਰੀ ਗੱਲ ਸੁਣੋ ਨਾ ਕੀਤੀ ਅਮਰ ਹੈ, ਸਾਹਿਬ, ਜਿਹੜਾ ਹੁਣ ਤੁਸੀਂ ਤੁਸੀਂ ਇਹ ਅਸੂਲ ਗੱਲ ਬਿਆਨ ਕੀਤਾ ਹੈ, ਉਸ ਗੱਲ ਤੇ ਕਾਇਮ ਹੋ ਜਾਂ ਦੌੜ ਗਏ ਹੋ? ਹੁਣ ਗੱਲ ਸੁਣੋਗੇ ਨਾ, ਤੁਸੀਂ ਇੱਕ ਹੋਰ ਸਵਾਲ ਕੋਈ ਕਰ ਗੱਲ ਰਹੇ ਆ ਕਰਨੀ ਹੀ ਨਹੀਂ ਹੈ। ਵੀ ਤੁਸੀਂ ਸਵਾਲ ਜਾਂ ਕੀਤਾ ਆਖੋ ਮੈਂ ਨਾ, ਉਹਦੇ ਤੇ ਕਾਇਮ ਆ, ਜਾਂ ਆਖੋ ਮੈਂ ਥੜਕ ਗਿਆ। ਜਿਹੜੀ ਗੱਲ ਮੈਂ ਮੇਰੇ ਬਿਆਨ ਕਰਨ ਦਾ ਮਕਸਦ ਸੀ ਉਹ ਤੁਸੀਂ ਹਜੇ ਵੀ ਨਹੀਂ ਸਮਝੇ। ਮਕਸਦ ਵੀ ਚੈੱਕ ਕਰ ਲੈਣੇ। ਤੁਸੀਂ ਜਿਹੜੀ ਗੱਲ ਬਿਆਨ ਨਹੀਂ, ਕੀਤੀ ਹੁਣ- ਹੈ, ਤੁਸੀਂ ਇਹ ਆਖਿਆ ਬਾਜਵਾ ਸਾਹਿਬ, ਤੁਸੀਂ ਇਹ ਫਰਮਾਇਆ ਹੈ ਕਿ ਜਿਹੜੀ ਹਦੀਸ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੀ ਨਾ ਹੋਵੇ ਔਰ ਕੋਈ ਬੰਦਾ ਬਿਆਨ ਕਰ ਦਵੇ, ਲੇਕਿਨ ਉਹ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਨਾ ਹੋਵੇ, ਤੇ ਉਸ ਬਿਆਨ ਕਰਨ ਵਾਲੇ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਇਸ ਕਿਸ ਗੱਲ ਤਰ੍ਹਾਂ ਤੇ ਸਾਬਿਤ ਕਾਇਮ ਹੋ। ਕਰੋਗੇ ਤੁਸੀਂ? ਯਾਰ ਮੈਂ ਬਾਅਦ ਚ ਕਰਾਂਗਾ ਸਾਬਤ, ਪਹਿਲਾਂ ਨਹੀਂ ਗੱਲ ਬਾਅਦ ਤੇ ਛੱਡੋ, ਦੱਸ ਲਓ। ਤੁਸੀਂ ਇੱਕ ਮਿੰਟ ਮੇਰੀ ਗੱਲ ਉਹ ਪਹਿਲਾਂ ਇਹ ਤਾਂ ਦੱਸੋ ਇਸ ਗੱਲ ਕੁਰਾਨ ਦੇ ਉੱਤੇ ਕਰੀਮ ਦੇ ਕਾਇਮ ਵਿੱਚ ਹੋ। ਇੱਕ ਮਿੰਟ ਮੇਰੀ ਗੱਲ ਸੁਣੋ, ਮੌਲਵੀ ਉਹ ਸਾਹਿਬ ਗੱਲ ਸੁਣੋ, ਬਾਜਵਾ ਇੱਕ ਸਾਹਿਬ ਮਿੰਟ, ਜਿਹੜੀ ਗੱਲ ਇੱਕ ਕੀਤੀ ਮਿੰਟ, ਜੇ ਆਖੋ ਇੱਕ ਮੈਂ ਉਹਦੇ ਮਿੰਟ, ਤੇ ਕਾਇਮ ਆ। ਮੌਲਵੀ ਸਾਹਿਬ ਗੱਲ ਸੁਣੋ, ਗੱਲ ਇਹ ਨਹੀਂ, ਗੱਲ ਨਾ ਮੈਂ ਨਾ ਕਹਿ ਨਾ ਰਿਹਾ ਨਾ ਨਾ ਹਾਂ। ਮੌਲਵੀ ਨਹੀਂ ਆਖਣਾ, ਮੌਲਵੀ ਨਹੀਂ ਆਖਣਾ। ਕੀ ਆਖਾਂ? ਬਾਜਵਾ ਅੱਛਾ, ਸਾਹਿਬ ਤੁਹਾਨੂੰ ਅਗਲੇ ਦਿਨ ਮੈਂ ਅਮਰ ਦੱਸਿਆ, ਸਾਹਿਬ ਮੇਰਾ ਗੱਲ ਨਾਮ ਲੈ ਲਿਖਿਆ ਇੱਕ ਸੀ। ਮਿੰਟ, ਹਾਂ। ਅਮਰ ਸਾਹਿਬ ਗੱਲ ਲੈ ਮੇਰੀ ਗੱਲ ਸੁਣੋ, ਮੈਂ ਜਿਹੜੀ ਗੱਲ ਪਿਆ ਪੁੱਛਣਾ ਮੈਨੂੰ ਉਹਦਾ ਜਵਾਬ ਚਾਹੀਦਾ ਸਿਰਫ। ਹੁਣ ਜਵਾਬ ਤੇ ਮੈਂ ਦੇਣ ਦੀ ਕੋਸ਼ਿਸ਼ ਕਰ ਰਿਹਾ। ਦਿਓ। ਮੈਂ ਇਹ ਗੱਲ ਕਰ ਰਿਹਾ ਹਾਂ ਕਿ ਇਹ ਤੁਹਾਡਾ ਔਰ ਮੇਰਾ ਡੋਮੇਨ ਹੀ ਨਹੀਂ ਕਿ ਇਹਨਾਂ ਚੀਜ਼ਾਂ ਦਾ ਫੈਸਲਾ ਕਰੀਏ। ਉਹ ਬਾਅਦ ਦੀ ਗੱਲ ਹੈ, ਡੋਮੇਨ ਹੈ ਕਿ ਨਹੀਂ ਹੈ। ਬਾਅਦ ਜਾਂ ਤੁਸੀਂ ਇੱਕ ਗੱਲ ਬਾਅਦ ਜਾਂ ਪਹਿਲ ਦੀ ਗੱਲ ਮੇਰੀ ਗੱਲ ਸੁਣੋ ਨਾ, ਮੇਰੀ ਗੱਲ ਸੁਣੋ। ਇੱਕ ਚੀਜ਼ ਸਾਡਾ ਜੇ ਡੋਮੇਨ ਹੀ ਤੁਹਾਡਾ ਨਹੀਂ। ਡੋਮੇਨ ਨਹੀਂ ਸੀ, ਬਾਜਵਾ ਸਾਹਿਬ ਇੱਥੇ ਰੁਕੋ ਨਾ, ਜੇ ਤੁਹਾਡਾ ਡੋਮੇਨ ਨਹੀਂ ਸੀ, ਤੁਸੀਂ ਇਹ ਗੱਲ ਕਿਉਂ ਕੀਤੀ ਕਿ ਜਿਹੜਾ ਬੰਦਾ ਐਸੀ ਹਦੀਸ ਰਸੂਲullah ਦੀ ਤਰਫ ਮਨਸੂਬ ਕਰਦਾ ਹੈ ਜਿਹੜੀ ਕਿ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਨਹੀਂ ਹੈ, ਤੇ ਉਸ ਬੰਦੇ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ, ਇਹ ਤੁਸੀਂ ਗੱਲ ਕਿਉਂ ਕੀਤੀ? ਤੁਹਾਡਾ ਡੋਮੇਨ ਹੀ ਨਹੀਂ ਹੈ। ਹੁਣ ਮੈਂ ਤੁਹਾਨੂੰ ਤੁਹਾਡੀ ਗੱਲ ਦਾ ਜਵਾਬ ਦੇ ਦੇਣਾ, ਲੇਕਿਨ ਹੁਣ ਤੁਸੀਂ ਸੁਣੋ ਤਾਂ ਸਹੀ, ਠੀਕ ਹੈ ਨਾ? ਮੈਂ ਸਿਰਫ ਇਹ ਗੱਲ ਕੀਤੀ ਹੈ ਕਿ ਇਹ ਗੱਲ ਤੇ ਬਤੌਰ ਕਸੌਟੀ ਦੇ ਤੌਰ ਤੇ ਇਸਤੇਮਾਲ ਕੀਤੀ ਜਾ ਸਕਦੀ ਹੈ ਕਿ ਅਗਰ ਕੋਈ ਹਦੀਸ ਕੁਰਾਨ ਕਰੀਮ ਦੇ ਮੁਤਾਬਕ ਨਹੀਂ ਤੇ ਕੁਲੀਅਤਨ ਉਹਦੇ ਬਾਰੇ ਚ ਇਹ ਮੇਰਾ ਸਵਾਲ ਨਹੀਂ ਬਾਜਵਾ ਸਾਹਿਬ, ਮੈਂ ਤੁਹਾਨੂੰ ਕੋਈ ਹੋਰ ਗੱਲ ਨਹੀਂ ਕਰਨ ਦੇਣੀ ਬਾਜਵਾ ਸਾਹਿਬ। ਤੁਸੀਂ ਉਹਨਾਂ ਬਾਜਵਾ ਸਾਹਿਬ ਮੈਂ ਤੁਹਾਨੂੰ ਹੋਰ ਕੋਈ ਗੱਲ ਕਰਨ ਹੀ ਨਹੀਂ ਦੇਣੀ ਹੈ। ਜਾਂ ਤੁਸੀਂ ਆਖੋ ਮੈਂ ਦੌੜ ਗਿਆ ਗੱਲ ਕਰਕੇ, ਜਾਂ ਆਖੋ ਮੈਂ ਉਸ ਗੱਲ ਦੇ ਉੱਤੇ ਤੁਸੀਂ ਮੇਰੀ ਕਾਇਮ ਗੱਲ ਹਾਂ। ਦੇ ਮਕਸਦ ਨੂੰ ਸਮਝੇ ਹੀ ਨਹੀਂ। ਮੈਂ ਮਕਸਦ ਵੀ ਨਹੀਂ ਵੇਖਣਾ ਤੁਹਾਡਾ, ਮੈਂ ਤੁਹਾਡੀ ਗੱਲ ਪੁੱਛਣਾ ਪਿਆ। ਜਿਹੜੀ ਗੱਲ ਕੀਤੀ ਜੋ ਉਹਦੇ ਤੇ ਖਲੋਤੇ ਹੋ ਕਿ ਥੜਕ ਗਏ ਹੋ? ਜਿਹੜੀ ਗੱਲ ਮੈਂ ਕੀਤੀ ਏ ਉਹ ਗੱਲ ਤੇ ਮੈਂ ਖਲੋਤਾ ਵਾਂ, ਲੇਕਿਨ ਮੇਰੀ ਕਰੋ ਗੱਲ ਭਲਾ, ਕਰਨ ਦਾ ਜਿਹੜਾ ਆਬਜੈਕਟਿਵ ਹੈ ਤੁਸੀਂ ਉਹਨੂੰ ਸਮਝੇ ਹੀ ਨਹੀਂ। ਜੇ ਖਲੋਤੇ ਹੋ ਤੇ ਇੱਕ ਵਾਰੀ ਗੱਲ ਦੁਬਾਰਾ ਦੁਹਰਾ ਦਿਓ। ਮੈਂ ਦਰਾਨਾ ਮੈਂ ਤੁਹਾਨੂੰ ਇਹ ਗੱਲ ਕਰ ਰਿਹਾ ਵਾਂ ਕਿ ਜਿਹੜੀ ਗੱਲ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੀ ਤਰਫ ਮਨਸੂਬ ਹੈ, ਉਹਨੂੰ ਸਾਬਤ ਕਰਨ ਵਾਸਤੇ ਕਿ ਵਾਕਈ ਉਹਨਾਂ ਇਹ ਗੱਲ ਫਰਮਾਈ ਹੈ ਜਾਂ ਨਹੀਂ ਫਰਮਾਈ, ਉਹਦੇ ਵਿੱਚ ਉਹਦੇ ਹਵਾਲੇ ਨਾਲ ਸਾਡੇ ਕੋਲ ਇੱਕ ਹੀ ਪੈਮਾਨਾ ਮੌਜੂਦ ਹੈ। ਇਹ ਗੱਲ ਕੀਤੀ ਸੱਚ ਅੱਗੇ। ਹੁਣ ਮੇਰੀ ਗੱਲ ਸੁਣੋ ਨਾ ਪੂਰੀ। ਬਾਜਵਾ ਸਾਹਿਬ ਜਿਹੜੀ ਤੁਸੀਂ ਅੱਗੇ ਗੱਲ ਕੀਤੀ ਏ ਉਹ ਗੱਲ ਦੁਹਰਾਓ ਜੇ ਤੁਸੀਂ ਉਹਦੇ ਤੇ ਕਾਇਮ ਹੋ ਤੇ। ਹਾਂ ਮੈਂ ਜਿਹੜੀਆਂ ਸਾਰੀਆਂ ਗੱਲਾਂ ਕੀਤੀਆਂ ਨਾ ਮੈਂ ਦੁਹਰਾਉਣ ਦਿਆਂ। ਮੈਂ ਇੱਕੋ ਹੀ ਗੱਲ ਪੁੱਛੀ ਹੈ, ਮੈਂ ਸਾਰੀਆਂ ਤੇ ਕੀਤੀਆਂ ਨਹੀਂ ਹਨ।
ਆਲੇ ਵਾਲਾ ਉਹ ਤੁਹਾਡਾ ਉਹ ਹਿਸਾਬ ਹੈ। ਤੁਸੀਂ ਇੱਕ ਤੇ ਗੱਲ ਬੰਦੇ- ਕੀਤੀ ਹੈ ਵੀ ਬਾਜਵਾ ਆਲੇ ਵਾਲਾ ਸਾਹਿਬ, ਮੈਂ ਉਹਨੂੰ ਖਾਤੀ ਤੁਹਾਨੂੰ 3 ਵਾਰੀ ਪੜ੍ਹਨਾ ਆਉਂਦਾ ਮੇਰੀ ਬਸ, ਗੱਲ- ਹੋਰ ਕੁਝ ਮੈਂ 3 ਵਾਰੀ ਤੁਹਾਨੂੰ ਪੁੱਛਿਆ ਹੈ ਕਿ ਜਿਹੜੀ ਗੱਲ ਤੁਸੀਂ ਕੀਤੀ ਹੈ ਉਹਦੇ ਤੇ ਕਾਇਮ ਹੋ। ਜਿਹੜਾ ਆਲੇ ਵਾਲਾ ਖਾਤੇ ਉਹੀ ਪੜ੍ਹਨਾ ਹੈ। ਜਿਹੜੀ ਇੱਕ ਗੱਲ ਕੀਤੀ ਬਸ ਉਹ ਪਹਿਲਾਂ ਉਹਦਾ ਫੈਸਲਾ ਮੈਂ ਕਰਨਾ। ਹੋਰ ਵੀ ਗੱਲਾਂ ਕੀਤੀਆਂ ਨੇ। ਇੱਕ ਗੱਲ ਜਿਹੜੀ ਤੁਸੀਂ ਕੀਤੀ ਹੈ ਪਹਿਲਾਂ ਉਹਦਾ ਫੈਸਲਾ ਕਰਨਾ ਹੈ ਮੈਂ ਕਿ ਕਿਆ ਤੁਸੀਂ ਗੱਲ ਦੇ ਉੱਤੇ ਕਾਇਮ ਹੋ ਜਾਂ ਦੌੜ ਗਏ ਹੋ। ਕਨੈਕਟਡ ਬਾਜਵਾ ਸਾਹਿਬ ਆਖੋ ਮੈਂ ਦੌੜ ਗਿਆ ਗੱਲ ਤੋਂ। ਦੌੜਨ ਦੀ ਗੱਲ ਹੈ ਹੀ ਨਹੀਂ। ਜੇ ਦੌੜੇ ਨਹੀਂ ਤੇ ਆਖੋ ਮੈਂ ਇਸ ਗੱਲ ਤੇ ਕਾਇਮ ਹਾਂ ਤੇ ਇਹ ਮੇਰੀ ਗੱਲ ਹੈ। ਮੇਰੀ ਗੱਲ ਕਰਨ ਦਾ ਜਿਹੜਾ ਮਕਸਦ ਹੈ ਉਹ ਮਕਸਦ ਨਹੀਂ ਮੈਨੂੰ ਚਾਹੀਦਾ, ਮੈਨੂੰ ਮਕਸਦ ਨਹੀਂ ਤੁਹਾਡਾ ਚਾਹੀਦਾ। ਤੇ ਫਿਰ ਕੀ ਚਾਹੀਦਾ ਹੈ? ਮੈਨੂੰ ਉਹ ਤੁਹਾਡੀ ਗੱਲ ਚਾਹੀਦੀ ਬਸ। ਮੈਂ ਗੱਲ ਹੀ ਤੇ ਦੱਸਣ ਡਿਆ। ਜਿਹੜੀ ਗੱਲ ਦੱਸਣ ਦੇ ਉਹ ਗੱਲ ਹੈ ਨਹੀਂ ਜਿਹੜੀ ਤੁਸੀਂ ਅੱਗੇ ਕੀਤੀ ਹੈ। ਗੱਲ ਇੱਕ ਨਹੀਂ, ਉਹ ਗੱਲਾਂ ਦੋ ਨੇ। ਇੱਕ ਹੀ ਗੱਲ ਹੈ, ਇੱਕੋ ਹੀ ਗੱਲ ਹੈ, ਦੋ ਨਹੀਂ ਹਨ ਗੱਲਾਂ। ਨਹੀਂ ਉਹ ਗੱਲਾਂ ਦੋ ਨੇ। ਨੰਬਰ 1 ਇੱਕ ਹੀ ਗੱਲ ਹੈ ਬਾਜਵਾ ਸਾਹਿਬ, ਇੱਕ ਹੀ ਗੱਲ। ਹੁਣ ਗੱਲ ਮੈਂ ਕਰਨੀ ਹੈ ਮੇਰੀ, ਮੈਂ ਆਪਣੀ ਗੱਲ ਮੈਂ ਬਤਾ ਦੇਣੀ ਹੈ। ਮੈਂ ਤੁਹਾਡੀ ਗੱਲ ਸੁਣੀ ਹੈ ਗੌਰ ਨਾਲ ਤੇ ਮੈਂ ਪੱਲੇ ਬੰਨ ਲਈਏ ਕਿ ਬਾਜਵਾ ਸਾਹਿਬ ਫਰਮਾ ਰਹੇ ਨੇ ਕਿ ਅਗਰ ਕੋਈ ਬੰਦਾ ਰਸੂਲੁल्लाह सल्लल्लाहु अलैहि वसल्लम ਦੀ ਤਰਫ ਕੋਈ ਹਦੀਸ ਮਨਸੂਬ ਕਰੇ, ਆਖੇ ਰਸੂਲੁल्लाह ਦਾ ਕੌਲ ਹੈ ਤੇ ਉਹ ਰਸੂਲੁल्लाह सल्लल्लाहु अलैहि वसल्लम ਦਾ ਕੌਲ ਨਾ ਹੋਵੇ, ਆਪ ਦੀ ਗੱਲ ਨਾ ਹੋਵੇ, ਆਪ ਦੀ ਹਦੀਸ ਨਾ ਹੋਵੇ, ਉਸ ਬੰਦੇ ਦੇ ਉੱਤੇ ਸਵਾਲੀਆ ਨਿਸ਼ਾਨ ਉੱਠ ਜਾਂਦਾ ਹੈ। ਇਹ ਤੁਹਾਡੇ ਲਫ਼ਜ਼ ਰਿਕਾਰਡ ਹੋਏ। ਹਾਂ ਲੇਕਿਨ ਉਹਦਾ ਫੈਸਲਾ ਸੁਣ ਲਓ ਅਗਰ ਉਹ ਵਾਕਈ ਤੁਸੀਂ ਬਾਅਦ ਸਾਬਤ ਕਰਾਂਗੇ ਕਰ ਸਕੋ, ਫੈਸਲਾ, ਉਹ ਬਾਅਦ ਚ ਅਗਲੀਆਂ ਗੱਲਾਂ ਬਾਅਦ ਚ ਅਗਰ ਵਾਕਈ ਸਾਬਤ ਕਰ ਸਕੋ। ਬਾਜਵਾ ਸਾਹਿਬ ਜੇ ਇਸ ਗੱਲ ਤੇ ਕਾਇਮ ਹੋ, ਹੁਣ ਤੁਸੀਂ ਗੱਲ ਅੱਗੂ ਕਰਨੀ ਚਾਹੁੰਦੇ ਹੋ ਜਾਂ ਨਹੀਂ? ਅਗਲੀ ਕਰਨੇ ਆ ਨਾ। ਨਹੀਂ ਇੱਕ ਜੇ ਮਿੰਟ, ਇਸ ਗੱਲ ਤੇ ਕਾਇਮ ਹੋ ਤੇ ਉਧਰਾਓ, ਆਪਣੀ ਜ਼ੁਬਾਨ ਨਾ ਦਰਾਓ। ਮੇਰੀ ਗੱਲ ਸੁਣੋ, ਗੱਲ ਇਹ ਨਹੀਂ ਹੈਗੀ ਅਮਰ ਸਾਹਿਬ, ਗੱਲ ਇਹ ਨਹੀਂ ਹੁੰਦੀ ਹੈਗੀ ਕਿ ਮੈਂ ਇੱਕ ਬੰਦੇ ਦੀ ਗੱਲ ਨੂੰ ਲੈ ਕੇ ਮੈਂ ਟਵਿਸਟ ਕਰਕੇ ਉਹਨੂੰ ਆਪਣਾ ਮਜ਼ਮੂਨ ਲਗਾ ਕੇ, ਮੈਂ ਬਿਲਕੁਲ ਨਹੀਂ ਟਵਿਸਟ ਕਰਨ ਲੱਗਾ। ਤੇ ਫਿਰ ਤੁਸੀਂ ਗੱਲ ਕਰਨ ਨਹੀਂ ਦੇ ਰਹੇ। ਨਹੀਂ ਤੇ ਫਿਰ ਗੱਲ ਕਰਨ ਕਿਉਂ ਨਹੀਂ ਦੇ ਰਹੇ? ਮੇਰੀ ਗੱਲ ਸੁਣੋ ਨਾ। ਨਹੀਂ ਅਗਰ ਐਸੀ ਗੱਲ ਹੋਵੇ ਤਾਂ ਗੱਲ ਕਰਨ ਦਿਓ। ਮੈਂ ਹੋਰ ਕੋਈ ਗੱਲ ਕਰਨ ਨਹੀਂ ਦੇਣੀ ਨਾ, ਮੈਂ ਇਹੋ ਹੀ ਗੱਲ ਕਰਨੀ। ਤੇ ਫਿਰ ਠੀਕ ਹੈ, ਕਰਦੇ ਰਹੋ ਆਪ ਹੀ ਗੱਲ। ਬਾਜਵਾ ਸਾਹਿਬ ਤੁਸੀਂ ਆਪਣੀ ਗੱਲ ਤੇ ਕਾਇਮ ਹੋ ਕਿ ਦੌੜ ਗਏ ਹੋ? ਦੌੜ ਗਏ ਉਹ ਇੰਜ ਦੌੜਦੇ ਜੇ ਬੰਦੇ, ਦੌੜਦੇ ਵੇਖੇ ਜੇ ਬੰਦੇ? ਤਾੜੀ ਮਾਰੋ ਸਾਰੇ, ਮਾਈਕ ਖੋਲ ਕੇ ਤਾੜੀ ਮਾਰੋ, ਇੰਜ ਦੌੜਦੇ ਜੇ ਮਰਦਾਈ। ਸੁਭਾਨ ਅੱਲਾਹ। ਇੰਜ ਦੌੜਦੇ ਜੇ, ਇੰਜ ਦੜਾਈ ਦੇ ਜੇ ਮਰਦਾਈ। ਇਹ ਝੂਠੇ ਨੇ, ਬੇਈਮਾਨ ਨੇ, ਬਦਦਿਆਨਤ ਨੇ। ਇਹ ਗੱਲ ਕਰਦੇ ਨੇ, ਗੱਲ ਜਿਸ ਵੇਲੇ ਗੱਲ ਚ ਪੈਂਦੀ ਹੈ ਨਾ ਉੱਥੇ ਦੌੜ ਲਾ ਜਾਂਦੇ ਨੇ। ਆਖੋ ਸੋ ਗੱਲ ਦੁਬਾਰਾ ਆਖੇ। ਮਿਰਜ਼ਾ ਕਾਦੀਆਨੀ ਨੇ ਸ਼ੇਖ ਬਟਾਲਵੀ ਰਹਿਮਹੁੱਲਾ ਨਾਲ ਮਨਾਜ਼ਰਾ ਕਰਦਿਆਂ ਲੁਧਿਆਣੇ ਦੇ ਵਿੱਚ ਮਿਰਜ਼ਾ ਕਾਦੀਆਨੀ ਨੇ ਸ਼ਰਅ ਸੁੰਨਾ ਦੀ ਹਦੀਸ ਬਿਆਨ ਕੀਤੀ ਹੈ ਜਿਹੜੀ ਜ਼ਈਫ ਹੈ। ਜ਼ਈਫ ਤੋਂ ਵੀ ਜਿੱਦਨ ਸ਼ਦੀਦ ਜ਼ਈਫ ਹੈ। ਮੈਂ ਹੁਣੇ ਸਬੂਤ ਦੇਣਾ ਵਾ। ਮੈਂ ਵੇਖਣਾ ਸਵਾਲੀਆ ਨਿਸ਼ਾਨ ਠਾਂਦਾ ਮਿਰਜ਼ਾ ਕਾਦੀਆਨੀ ਤੇ ਕਿ ਨਹੀਂ ਹੈ। ਹੁਣ ਉਹ ਫਸ ਗਿਆ, ਉਹਨੂੰ ਪਤਾ ਲੱਗ ਗਿਆ ਇਹ ਮੇਰੇ ਗੱਲ ਮੂੰਹ ਚੋਂ ਗਲਤ ਨਿਕਲ ਗਈ ਹੈ। ਜ਼ਈਫ ਹਦੀਸਾਂ ਤੇ ਮਿਰਜ਼ਾ ਕਾਦੀਆਨੀ ਨੇ ਵੀ ਬਿਆਨ ਕੀਤੀਆਂ ਨੇ, ਸਾਡੇ ਕਈ ਮੌਲਵੀਆਂ ਨੇ ਵੀ ਬਿਆਨ ਕੀਤੀਆਂ, ਬਿਲਕੁਲ ਅਸੀਂ ਮੰਨਦੇ ਹਾਂ। ਸਾਡੇ ਕਈ ਮੌਲਵੀਆਂ ਨੇ ਵੀ ਬਿਆਨ ਕੀਤੇ ਨੇ, ਸਿਰਫ ਮਿਰਜ਼ਾ ਕਾਦੀਆਨੀ ਨੇ ਬਿਆਨ ਕੀਤੇ। ਲੋਕਾਂ ਦੇ ਇਲਮ ਚ ਨਾ ਹੋਣਾ ਗੱਲ ਵੱਖਰੀ ਹੈ। ਉਹ ਲਾ ਇਲਮੀ ਦੀ ਵਜ੍ਹਾ ਤੋਂ ਕੋਈ ਜ਼ਈਫ ਹਦੀਸ ਬਿਆਨ ਕਰ ਜਾਣ। ਤੇ ਮੈਂ ਖੁਦ 1-2 ਵਾਰੀ ਇੱਕ ਜ਼ਈਫ ਹਦੀਸ ਬਿਆਨ ਕੀਤੀ, ਬਾਅਦ ਚ ਮੈਨੂੰ ਪਤਾ ਲੱਗਾ ਜ਼ਈਫ, ਮੈਂ ਉਹਨੂੰ ਬਿਆਨ ਕਰਨਾ ਛੋੜਤਾ। ਬੰਦਾ ਕਰ ਜਾਂਦਾ ਲਾ ਇਲਮੀ ਦੇ ਵਿੱਚ, ਜਿਹੜੀ ਪੜ੍ਹੀ ਹੈ ਜਾਂ ਸੁਣੀ ਹੈ ਗੱਲ, ਉਹਨੂੰ ਬਿਆਨ ਕਰ ਦਿੰਦਾ। ਬਾਅਦ ਚ ਅਗਰ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਗੱਲ ਗਲਤ ਸੀ, ਇਹ ਨਬੀ ਪਾਕ ਦੀ ਗੱਲ ਨਹੀਂ, ਤਾਂ ਉਹਨੂੰ ਛੋੜ ਦੇਣਾ ਚਾਹੀਦਾ, ਉਹਦੇ ਤੋਬਾ ਕਰ ਲੈਣੀ ਚਾਹੀਦੀ। ਸਾਡੇ ਮੌਲਵੀਆਂ ਨੇ ਵੀ ਐਸੀਆਂ ਗਲਤੀਆਂ ਕੀਤੀਆਂ ਨੇ, ਹੁਣ ਮਿਰਜ਼ਾ ਸਾਹਿਬ ਨੇ ਵੀ ਕੀਤੀਆਂ ਨੇ। ਤੇ ਇਹ ਪਿਆਂਦੇ ਨੇ ਕਿ ਜਿਹੜਾ ਬੰਦਾ ਜ਼ਈਫ ਹਦੀਸ ਬਿਆਨ ਕਰੇ ਤੇ ਉਹਦੇ ਤੇ ਸਵਾਲੀਆ ਨਿਸ਼ਾਨ ਉੱਠ ਜਾਂਦਾ ਹੈ। ਤੇ ਮੈਂ ਹੁਣੇ ਮਿਰਜ਼ਾ ਸਾਹਿਬ ਦੀਆਂ ਬਿਆਨ ਕਰਦਾ ਜ਼ਈਫ ਤੇ ਦਰਕਨਾਰ ਉਹ ਹਦੀਸ ਹੀ ਨਹੀਂ ਹੈ। ਮਿਰਜ਼ਾ ਸਾਹਿਬ ਨੇ ਹਦੀਸ ਬਿਆਨ ਕੀਤੀ ਹੈ ਕਿ ਬੁਖਾਰੀ ਚ ਹਦੀਸ ਆਉਂਦੀ, ਟਰੂ ਮੁਸਲਿਮ ਸਾਹਿਬ ਅੱਖ ਪੱਟੋ। मिर्जा साहब आंदे ने कि बुखारी च हदीस आंदी है, आसमान से आवाज आएगी हाजा खलीफतुल्लाहुल महदी, इमाम महदी के लिए आसमान से आवाज आएगी। की आवाज आएगी? हाजा ये है खलीफतुल्लाहुल महदी, अल्लाह दा खलीफा महदी। आसमान से आवाज आएगी। बुखारी च हदीस ही कोई नहीं, बुखारी च के दुनिया की किसी किताब च हदीस नहीं है। चलो जे कोई हदीस मौजूद होवे ना, ओनू बयान बंदा कर दे ला इलमी दी वजह तो, ते बंदा कहंदा कि है ते सही है ना हदीस। जिस तरह वो चंद ते सूरज ग्रहण नू ग्रहण लगन वाली हदीस है, वो हदीस ते मौजूद है ना, भावें वो ज़ईफ है
ਮੌਜ਼ੂ ਏ ਮਨ ਗੜਤੇ ਮੁਨਕਤੇ ਵੇ ਜੋ ਵੀ ਹਦੀਸ ਤੇ ਹੈ ਨਾ ਕਿਰੇ ਕਿਤਾਬ 'ਚ ਲਿਖੀ। ਇਹ ਤੇ ਹਦੀਸ ਹੀ ਕੋ ਨਹੀਂ ਹੈ। ਸਮਾਨ ਸੇ ਆਵਾਜ਼ ਆਏਗੀ ਹਾਜ਼ਾ ਖਲੀਫਤੁल्लाह ਅਲ-महदी। ਤੇ ਮਿਰਜ਼ਾ ਸਾਹਿਬ ਤੇ ਇਹ ਕਸਮ ਕੀਤੇ ਨੇ, ਇਸ ਗੱਲੇ ਦੌੜਿਆ ਮਿਰਜ਼ਾ ਜੀ। ਗੱਲ ਪੈ ਗਈ ਸੀ ਗੱਲ, ਤੇ ਗੱਲ ਪਾ ਕੇ ਟੋਲ ਵਜਾਣਾ ਉਹ ਮੁਸ਼ਕਲ ਸੀ ਉਹਦੇ ਵਾਸਤੇ। ਹਾਂ ਦੌੜਿਆ। ਔਰ ਪਤਾ ਲੱਗ ਗਿਆ ਸੀ ਸਾਨੂੰ ਵੀ, ਥੱਲੇ ਪਤਾ ਲੱਗ ਗਿਆ ਸੀ ਗੱਲ ਕਰਕੇ, ਤੇ ਆਪਣੀ ਗੱਲ ਥੱਲੇ ਬੜਾ ਡਾਢਾ ਫਸ ਗਿਆ ਸੀ। ਹਾਂ ਔਰ ਕੋਸ਼ਿਸ਼ ਕਰ ਰਿਹਾ ਸੀ ਜਾਨ ਛਡਾਉਣ ਦੀ ਆਪਣੀ, ਕਿ ਕਿਸੇ ਤਰੀਕੇ ਗੱਲ ਟਵਿਸਟ ਕਰਕੇ ਮੌਜੂ ਤਬਦੀਲ ਕਰ ਦਿੱਤਾ ਜਾਏ। ਗੱਲ ਲੋਕ ਜਾਣ ਤੇ ਨਹੀਂ ਨਾ ਛਡਾਣ ਦਿੰਦੇ। ਫਿਰ ਨਜਰ ਸਾਹਿਬ ਜਿੰਨਾ ਕੋਡੀ ਖੇਡੀ ਏ, ਮੇਰਾ ਇੱਕ ਯਾਰ ਸੀ ਤਜਮਲ ਉਹਦਾ ਨਾਂ ਸੀ। ਅੱਛਾ ਉਹ ਕੋਡੀ ਖੇਡਦਾ ਸੀ ਤੇ ਲੋਕੀ ਜਾਫੀ ਜਿਹੜਾ ਨਾ ਉਹ ਜੱਫੀ ਜੁਫੀ ਮਾਰਦੇ ਨੇ, ਉਹ ਬੀਣੀ ਫੜਦਾ ਸੀ ਬੰਦੇ ਦੀ। ਐਸੀ ਬੀਣੀ ਫੜਦਾ ਸੀ, ਐਸੀ ਬੰਦੇ ਦੀ ਬੀਣੀ ਫੜਦਾ ਸੀ, ਅੱਲਾ ਦੀ ਮੈਂ ਕਸਮ ਖਾ ਕਹਿਣਾ ਵੀ ਜਿਹੜੀ ਹੈ ਆਖਿਆ ਜੀ ਆਦਰੇ ਹਾਜ਼ਾ ਖਲੀਫਤੁल्लाह ਅਲ-महदी। ਉਹ ਜਿਸ ਤਰ੍ਹਾਂ ਪੁਲਿਸ ਦੀ ਹੱਥ ਕੜੀ ਨਹੀਂ ਲੱਗ ਜੇ ਤੇ ਹੱਥ ਜਿਹੜਾ ਉਹ ਬਾਂਹ ਜਿਹੜੀ ਮਰੋੜਨ ਵੀ ਨਹੀਂ ਹੁੰਦੀ, ਫੇਰਨ ਵੀ ਨਹੀਂ ਹੁੰਦੀ, ਇੰਜ ਉਹਦੀ ਕੜੀ ਯਾਰ ਉਹ ਲਾਂਦਾ ਸੀ ਬੰਦੇ ਨੂੰ, ਦੋਹਾਂ ਹੱਥਾਂ ਨਾਲ ਫੜ ਕੇ ਨਾ ਉਂਗਲਾਂ ਦੋਏ ਵਿੱਚ ਪਾ ਕੇ, ਜਿਸ ਤਰ੍ਹਾਂ ਪੰਜੇ ਉਂਗਲਾਂ ਦੇ ਵਿੱਚ ਦੂਜੇ ਹੱਥ ਦੀਆਂ ਪਾ ਕੇ ਐਸੀ ਉਹ ਕੜਿੱਕ ਲਾਂਦਾ ਸੀ। ਤੇ ਆਂਦਾ ਸੀ ਚੱਲ ਹੁਣ ਜ਼ੋਰ ਮਾਰ ਲੈ ਤੇ ਨਿਕਲ ਕੇ ਵਹਾ ਬਣਾ। ਜੱਫੀ ਮਾਰਨ ਦੀ ਕਿਹੜੀ ਲੋੜ, ਪਤਲਾ ਜਿਹਾ ਸੀ ਤੇ ਉਹ ਕਿਸੇ ਦੀ ਬੀਣੀ ਫੜ ਸਕਦਾ ਸੀ ਤੇ ਆਂਦਾ ਚੱਲ ਹੁਣ ਇਹ ਲੈ ਕੇ ਵਹਾ। ਬਿਲਕੁਲ ਬਿਲਕੁਲ, ਬੜੇ ਲੋਕ ਇਸ ਤਰ੍ਹਾਂ ਕਰਦੇ ਨੇ। ਸਾਡੇ ਵੀ ਇੱਥੇ ਇੱਕ ਸਕੂਲ ਦੇ ਟਾਈਮ ਤੇ ਲੜਕਾ ਸੀ, ਉਹ ਵੀ ਬਿਲਕੁਲ ਪਤਲਾ ਜਿਹਾ ਸੀ, ਲੇਕਿਨ ਅਗਰ ਉਹ ਕਿਸੇ ਦੀ ਬਾਂਹ ਫੜ ਲੈ ਨਾ ਕਬੱਡੀ, ਉਸ ਤੋਂ ਛੁਡਾ ਕੋਈ ਨਹੀਂ ਸਕਦਾ। ਹੁੰਦੇ ਨੇ ਇਹ ਜਿਹੜੇ ਦੁਬਲੇ ਪਤਲੇ ਬੰਦੇ ਹੁੰਦੇ ਨੇ ਨਾ, ਦੀ ਹੱਥ ਦੀ ਗ੍ਰਿਫਤ ਬੜੀ ਪੱਕੀ ਹੁੰਦੀ, ਗ੍ਰਿਪ ਬੜੀ ਪੱਕੀ ਹੁੰਦੀ। ਹਾਂਜੀ ਇਹ ਹੁਣ ਜੋ ਚੂੜੀ ਟੈਟ ਹੋ ਰਹੀ ਸੀ ਨਾ, ਤਾਂ ਮਰਜ਼ਈ ਘਬਰਾ ਰਿਹਾ ਸੀ ਕਿ ਅੱਲਾ ਕਿਤੇ ਫਸ ਗਿਆ, ਯਾਰ ਚੁਣਾਵ ਨਿਕਲ ਜਾ। ਨਹੀਂ, ਜਿਹੜੀ ਕੜਿੱਕੀ ਮਿਰਜ਼ਾ ਮਹਿਮੂਦ ਮਾਰਦਾ ਹੁੰਦਾ ਸੀ ਨਾ, ਉਹ ਕਿਸੇ ਨੇ ਮਾਰੀ ਨਹੀਂ। ਹਾਂ ਉਹ ਤਾਂ ਬੋਲੀ ਹੁੰਦੀ ਸੀ। ਇਹ ਹੁਣ ਅਸਲ ਦੇ ਵਿੱਚ ਕਾਬੂ ਆ ਗਿਆ ਸੀ। ਤੇ ਇਹ ਚੂੜੀ ਟੈਟ ਵੀ ਹੁੰਦੀ ਸੀ, ਉਹ ਜਿਹੜੀ ਹੱਥ ਕੜੀ ਲਾ ਕੇ ਨਾ, ਯੂਸਫੀ ਭਾਈ ਇੱਕ ਪਿੱਛੇ ਗੋਲ ਚਾਬੀ ਵੀ ਹੁੰਦੀ ਸੀ ਨਾ ਫੇਰਨ ਵਾਲੀ, ਉਹਨੂੰ ਜਿਉਂ ਫੇਰੀਏ ਤੇ ਉਹਦੀ ਟੈਟ ਹੁੰਦੀ ਹੈ ਹੱਥ ਕੜੀ, ਚੂੜੀ ਟੈਟ ਹੁੰਦੀ ਹੈ ਉਸਦੀ ਆਸ-ਪਾਸ। ਹਾਂ ਉਹ ਚਾਬੀ ਫੇਰੀਏ ਤੇ ਉਹ ਕੜੀ ਜਿਹੜੀ ਨਾ ਘੁੱਟਦੀ ਹੈ ਹੱਥ ਨੂੰ, ਬਾਜ਼ੂ ਨੂੰ। ਬੰਦਾ ਵਿੱਚ ਚੀਕ ਮਾਰਦਾ, ਬਸ ਮੈਂ ਫਸ ਗਿਆ ਬੜੇ। ਅੱਛਾ ਆਮਿਰ ਭਾਈ, ਮੈਨੂੰ ਬੀਣੀ ਦਾ ਤਾਂ ਨਹੀਂ ਪਤਾ ਕੀ ਹੁੰਦੀ ਹੈ, ਲੇਕਿਨ ਉਹ ਜਿਹੜੀ ਆਰਮ ਰੈਸਲਿੰਗ ਨਹੀਂ ਹੁੰਦੀ, ਜਿਹਦੇ ਤੁਸੀਂ ਇੱਕ ਬੰਦੇ ਦੇ ਹੱਥ 'ਚ ਹੱਥ ਪਾ ਕੇ ਤੇ ਥੱਲੇ ਲਾਉਂਦੇ ਹੋ ਨਾ, ਮੈਂ ਆਮਿਰ ਭਾਈ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨਾ ਉਹ ਚੈਂਪੀਅਨ, ਹੁਣ ਤੇ ਨਹੀਂ, ਹੁਣ ਤਾਂ ਮੈਂ ਛੱਡ ਦਿੱਤੀ ਹੈ, ਲੇਕਿਨ ਜਦੋਂ ਮੈਂ 18 19 20 21 ਮਤਲਬ 26 27 ਸਾਲ ਦੀ ਉਮਰ ਤੱਕ ਜਿਮ ਵੀ ਜਾਂਦਾ ਸੀ ਨਾ, ਮੈਨੂੰ ਕੋਈ ਵੀ ਬੰਦਾ ਉਹਦੇ 'ਚ ਨਹੀਂ ਹਰਾ ਸਕਦਾ। ਕੀ ਕਰਦੇ ਸੀ? ਆਰਮ ਰੈਸਲਿੰਗ ਉਹਨੂੰ ਕੰਡ ਲਾਣੀ ਦੂਜੇ ਦੀ? ਨਹੀਂ ਹਾਂਜੀ, ਬਾਜ਼ੂ ਨਾਲ ਬਾਜ਼ੂ ਨਹੀਂ ਕਰਦੇ, ਹੱਥ ਪੰਜਾਬ ਪਾ ਕੇ ਜ਼ੋਰ ਅਜ਼ਮਾਈ ਜਿਹੜੀ ਹੁੰਦੀ, ਉਹ ਤੇ ਬੀਣੀ ਉਹਦੀ ਹੁੰਦੀ ਹੈ ਮੇਰੇ ਖਿਆਲ, ਬੀਣੀ ਫੜਨਾ ਇਸ ਤਰ੍ਹਾਂ। ਨਹੀਂ ਬੀਣੀ ਫੜਨਾ, ਬਾਜ਼ੂ ਨਾਲ ਨਾ। ਉਹਨੂੰ ਉਰਦੂ ਵਿੱਚ ਕੀ ਕਹੀਦਾ ਸ਼ਹਿਨਸ਼ਾਹ ਭਾਈ ਆਰਮ ਰੈਸਲਿੰਗ ਨੂੰ? ਉਸ ਉਰਦੂ ਵਿੱਚ ਸਿੱਧੂ ਜੱਟ ਨੂੰ 14 ਤੋਂ 17 ਸਾਲ ਦੀ ਉਮਰ 'ਚ ਵੀ ਕੋਈ ਨਹੀਂ ਸੀ ਹਰਾ ਸਕਦਾ। ਅੱਛਾ, ਤੇ ਆਮਿਰ ਭਾਈ ਸ਼ੇਖ ਸਾਹਿਬ ਨੇ ਕੋਈ ਤੁਹਾਡਾ ਸ਼ੁਕਰੀਆ ਅਦਾ ਕੀਤਾ? ਸ਼ੇਖ ਸਾਹਿਬ ਨੇ ਤੁਸੀਂ 4 ਇਹਨਾਂ ਨੂੰ ਵੀਡੀਓ ਭੇਜੀ ਹੈ ਜਿਸ ਵਿੱਚ 4 ਮਿਰਜ਼ਾਈ ਕਹਿ ਰਹੇ ਨੇ ਕਿ ਮਿਰਜ਼ਾ ਸਾਹਿਬ ਨੇ ਦਾਅਵਾ ਨਬੂਵਤ ਕੀਤਾ। ਉਹ ਰਾਤੀ ਪ੍ਰੋਗਰਾਮ ਵੜ ਗਿਆ ਸਾਰਾ, ਉਹ ਮੈਂ ਕਰਨਾ ਚਾਹੀਦਾ ਸੀ ਕਿ ਉਹ ਤੁਹਾਡੀ ਗੱਲ ਦਾ ਜਵਾਬ ਦੇਣੇ, ਸਿੱਧੂ ਨੂੰ ਗੱਲ ਕਮਲ ਕਰ ਲੈ। ਜੀ ਆਮਿਰ ਭਾਈ, ਬਸ ਮੇਰੀ यही ਗੱਲ ਹੈ ਕਿ ਉਹ ਭਾਈ ਨੇ ਤਾਂ ਲਿਖ ਦਿੱਤਾ ਪੰਜਾ ਲੜਾਣਾ ਨਾ, ਮੈਂ ਆਮਿਰ ਭਾਈ ਆਪਣੇ ਬਹੁਤ ਜ਼ਿਆਦਾ ਉਹਦੇ 'ਚ ਨਾ, ਮਤਲਬ ਤੁਸੀਂ ਇਹ ਸਮਝ ਲਓ ਕਿ ਪ੍ਰੋ ਰਿਹਾ ਵਾਂ, ਕੋਈ ਵੀ ਬੰਦਾ ਨਾ ਮੈਨੂੰ ਉਹਦੇ 'ਚ ਨਹੀਂ ਸੀ ਹਰਾ ਸਕਦਾ। ਬੀਣੀ ਦਾ ਮੈਨੂੰ ਨਹੀਂ ਪਤਾ ਤੁਸੀਂ ਬੀਣੀ ਕਿਹਨੂੰ ਕਹਿੰਦੇ ਨੇ? ਪੰਜਾ ਲੜਾਣਾ ਵੀ ਹੁੰਦਾ ਉਹ ਮੇਰਾ, ਜੋ ਟੇਬਲ ਤੇ ਰੱਖ ਕੇ ਬਾਜ਼ੂ ਨਾਲ ਬਾਜ਼ੂ ਤੇ ਉਹ ਹੱਥ ਦਬਾਉਂਦੇ ਨੇ ਦੂਜਾ, ਹੈ ਨਾ? ਜੀ ਟੇਬਲ ਤੇ ਹੱਥ ਉਹਦੀ ਲਾਣੀ ਹੁੰਦੀ, ਲੜਾਉਂਦਾ ਹੁੰਦਾ ਸੀ ਗਾਗਾ ਟੋਨੀ ਨਾਲ ਲੜਾਇਆ ਉਹਨੇ। ਅੱਛਾ ਉਹ ਪ੍ਰੋਗਰਾਮ ਮਲਕ ਸਾਹਿਬ ਪ੍ਰੋਗਰਾਮ ਰਾਤ ਦਾ ਵੜ ਗਿਆ ਹੈ। ਉਹ ਜਿਹੜੀ ਗੱਲ ਤੁਸੀਂ ਕਰਨ ਲੱਗੇ ਹੋ ਨਾ ਕਿ 4 ਮਰਜ਼ਈਆਂ ਨੇ ਉੱਥੇ ਆਖਿਆ ਕਿ ਮਿਰਜ਼ਾ ਸਾਹਿਬ ਨਬੂਵਤ ਦਾ ਦਾਅਵਾ ਨਹੀਂ ਕੀਤਾ, ਰਾਤੀ ਉਹਨਾਂ ਭੇ ਕੇ ਛਿੱਤਰ ਉਹਨਾਂ ਦੇ ਸਿਰ 'ਚ ਮਾਰੇ ਨੇ। ਵੱਡਾ ਛਿੱਤਰ ਸੀ, 11 ਨੰਬਰ 10 ਨੰਬਰ 9 ਨੰਬਰ 8 ਨੰਬਰ।
ਉਹ ਜਿਹੜਾ ਆਮਦ ਹੈ ਨਾ, ਆਮਦ ਭੱਟੀ ਮੇਰੇ ਖਿਆਲ ਉਹਦਾ ਨਾਂ ਹੈ, ਉਹਨੇ ਆਖਿਆ ਮੈਂ ਤੇ ਇਹਨਾਂ ਖਬੀਸਾਂ ਦੀ ਗੱਲ ਸੁਣ ਕੇ ਆਪ ਕਨਫਿਊਜ਼ ਹੋ ਗਿਆ, ਇਹਨਾਂ ਕੀ ਚਵਲ ਇਹਨਾਂ ਚੋਂ ਨੇ ਕੀ ਚਵਲ ਮਾਰੀ ਹੈ, ਮੇਰਾ ਤੇ ਆਪਣਾ ਇਮਾਨ ਲੜਖੜਾ ਗਿਆ, ਇਹਨਾਂ ਕੀ ਬਗੈਰਤੀ ਕੀਤੀ ਹੈ। ਇਹ ਕੀ ਪੇ ਕਹਿੰਦੇ ਨੇ, ਇਹ ਪੇ ਕਹਿੰਦੇ ਮਿਰਜ਼ਾ ਸਾਹਿਬ ਨਬੂਵਤ ਦਾ ਦਾਵਾ ਕੀਤਾ ਹੀ ਕੋਈ ਨਹੀਂ, ਇੱਥੇ ਹੋਰ ਤੇ ਉੱਥੇ ਹੋਰ, ਸਾਨੂੰ ਬਰਾਡਾਂ ਦੇ ਗੱਲਾਂ ਹੋਰ ਦੱਸ ਦਿਓ ਤੇ ਘਰਾਂ 'ਚ ਹੋਰ ਦੱਸ ਦਿਓ, ਸਾਡੇ ਨਾਲ ਕਰੂ ਕੀ ਉਹ ਤੇ ਰਾਤੇ ਦਾ ਪ੍ਰੋਗਰਾਮ ਵੜ ਗਿਆ। ਸੁਣਾਓ ਸੁਣਾਓ। ਇਹ ਕਿਸ ਵੇਲੇ ਦਾ ਵਾਕਿਆ ਹੈ? लेकिन हफीज शेख साहब ਨੂੰ ਕਮ ਸੇ ਕਮ ਆਮਿਰ ਭਾਈ ਦਾ ਆ ਕੇ ਇੱਕ ਵਾਰੀ ਤੇ ਸ਼ੁਕਰੀਆ ਅਦਾ ਕਰੀਏ। ਚਲੋ ਜੈਸਾ ਵੀ ਹੈ ਰਿਕਾਰਡਿੰਗ ਤੇ ਹੋ ਗਈ ਆਮਿਰ ਭਾਈ, ਠੀਕ ਹੈ ਜੀ, ਆਪਕਾ ਸ਼ੁਕਰੀਆ, ਤੁਹਾਡਾ ਇਤਨਾ ਵੱਡਾ ਕੰਮ ਕੀਤਾ ਅਗਲਿਆਂ ਨੇ, ਹੋਰ ਤੁਹਾਨੂੰ ਕੀ ਚਾਹੀਦਾ, ਤੁਸੀਂ ਆਪ ਹਫੀਜ਼ ਸ਼ੇਖ ਸਾਹਿਬ ਤਬਲੀਗ ਕਰਦੇ ਨਹੀਂ ਹੋ। ਉਹ ਹਫੀਜ਼ ਸ਼ੇਖ ਸਾਹਿਬ ਨੂੰ ਪਤਾ ਹੈ ਨਾ, ਮਰਜ਼ਾਈਆਂ ਦਾ ਕੋਈ ਮਤਲਬ ਥੋ ਨਹੀਂ ਹੈ, ਸ਼ਾਮਾਂ ਨੂੰ ਇਹਨਾਂ ਮੁੱਕਰ ਜਾਣਾ ਹੈ, ਕਿਹੜੇ ਬੰਦੇ ਲਾਓ ਜਰਾ ਕੇ ਸੋਨੀ ਸਾਹਿਬ ਮਾਈਂਡ ਨਹੀਂ ਕਰਦੇ।
ਹਾਂਜੀ 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 ਹਾਂਜੀ, ਬਸ ਉਹ ਮਰਜ਼ਾਈ ਹੁਣ ਹਲਕੇ ਹੋਏ ਨੇ, ਉਹ ਸਾਰਿਆਂ ਦੇ ਹੀ ਇੰਜ ਦੀ ਸਾਰਿਆਂ ਨਾਲ ਜ਼ੁਬਾਨ ਪੇ। ਸੋਨੀ ਸਾਹਿਬ ਨੂੰ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ। ਮਰਜ਼ਾਈ ਜਿਹੜੇ ਨੇ ਹਲਕੇ ਹੋ ਗਏ ਨੇ, ਤੇ ਉਹ ਸਾਰਿਆਂ ਦੇ ਬਾਰੇ ਇੰਜ ਦੀ ਜ਼ੁਬਾਨ ਇਸਤੇਮਾਲ ਕਰਦੇ ਨੇ। ਕੋਈ ਨਵਾਂ ਵਾਕਿਆ ਨਹੀਂ ਹੈ। ਕਿਸੇ ਦੀ ਮਾਂ ਭੈਣ ਧੀ ਦੀ ਇੱਜ਼ਤ ਇਹਨਾਂ ਤੋਂ ਮਹਿਫੂਜ਼ ਨਹੀਂ ਹੈ। ਇਸ ਵਕਤ ਉਹਨਾਂ ਨੇ ਸੱਪ ਹੀ ਖਾ ਲਏ ਆ ਮਰਜ਼ਾਈਆਂ ਨੇ। ਤੇ ਸੋਨੀ ਸਾਹਿਬ ਘਬਰਾਉਣਾ ਨਹੀਂ ਹੈ, ਬਸ ਡਰਨਾ ਹੈ ਤੇ ਇਹਨਾਂ ਸੱਪਾਂ ਤੋਂ ਡਰਨਾ ਹੈ, ਤੇ ਉਹਨਾਂ ਜਾਨਵਰ ਨੁਮਾ ਇਨਸਾਨਾਂ ਤੋਂ ਡਰਨਾ ਹੈ ਜਿਹੜੇ ਇਹਨਾਂ ਸੱਪਾਂ ਨੂੰ ਜਾ ਕੇ ਜੱਫੀਆਂ ਮਾਰ ਕੇ ਆਉਂਦੇ ਨੇ, ਆਹਾ ਹਾ ਸਾਡਾ ਮੁਸਲਮਾਨ ਭਾਈ ਆ ਗਿਆ, ਭਾਈ ਆ ਗਿਆ। ਇਹਨਾਂ ਤੋਂ ਬਾਅਦ ਡਰੋ। ਮਰਜ਼ਾਈ ਜਿਹੜੇ ਨੇ ਉਹ ਤੇ ਬਿਲਕੁਲ ਆਪਣੀ ਮੌਤ ਹੁਣ ਆਪ ਹੀ ਮਰਨ ਵਾਲੇ ਹੋਏ ਨੇ, ਕਿਉਂਕਿ ਸੱਪ ਖਾ ਲਏ। ਜਿਹੜਾ ਕੁੱਤਾ ਜਦੋਂ ਸੱਪ ਖਾ ਲਏ ਤੇ ਫਿਰ ਉਹਨੂੰ ਡੰਡਾ ਮਾਰਨ ਦੀ ਲੋੜ ਨਹੀਂ ਹੁੰਦੀ, ਵੱਟਾ ਮਾਰਨ ਦੀ ਲੋੜ ਨਹੀਂ ਹੁੰਦੀ, ਉਹਨੇ ਮਰਨਾ ਹੀ ਮਰਨਾ। ਅੱਜ ਮਲੇ ਭਲਕੇ ਮਰੇ, ਉਹਨੇ ਨਹੀਂ ਜ਼ਿੰਦਾ ਰਹਿਣਾ, ਕਿਉਂਕਿ ਉਹ ਹਲਕਾ ਹੋ ਗਿਆ ਨਾ, ਮਰ ਜਾਣਾ। ਤੇ ਘਬਰਾਉਣਾ ਨਹੀਂ ਸੋਨੀ ਸਾਹਿਬ। ਇਹਨਾਂ ਤੋਂ ਦੁਆ ਮੰਗੋ ਵੀ ਅੱਲਾਹ ਤਾਲਾ ਇਹਨਾਂ ਤੋਂ ਜਾਨ ਛਡਾਏ, ਇਹਨਾਂ ਸੱਪਾਂ ਤੋਂ, ਤੇ ਉਹਦੇ ਬਾਅਦ ਇਹਨਾਂ ਜਾਨਵਰ ਨੁਮਾ ਇਨਸਾਨਾਂ ਤੋਂ ਜਿਹੜੇ ਬੇਸ਼ਰਮ ਸਿਰਫ ਆਪਣਾ ਜ਼ਬਾਨ ਦੇ ਚਸਕੇ ਵਾਸਤੇ, ਸਵਾਦ ਵਾਸਤੇ ਉਹ ਆ ਕੇ ਨਾ ਤੇ ਆਉਂਦੇ ਨੇ ਤਾਂ ਫਿਰ ਮੁਸਲਮਾਨਾਂ ਦੀ ਮਾਂ ਦੇ ਫਲਾਣ ਢਿੰਗਵੇ ਦਿੰਦੇ ਨੇ, ਦੇਣ ਦਿਓ, ਤੁਸੀਂ ਆਪਣਾ ਜ਼ਬਾਨ ਦਾ ਚਸਕਾ ਪੂਰਾ ਕਰੋ। ਆਓ ਜੀ ਪੱਪੂ ਭਾਈ ਜੀ, ਇੱਥੇ ਗੱਲ ਕਰੋ, ਇੱਥੇ ਬਵੋ, ਇਸ ਕੁਰਸੀ ਤੇ ਬਵੋ, ਇਸ ਸੋਫੇ ਤੇ ਬਵੋ। ਤੁਸੀਂ ਤੇ ਭਾਈ ਹੋ ਸਾਡੇ ਮੁਸਲਮਾਨ, ਬਹੁਤ ਅੱਛੇ ਭਾਈ ਨੇ ਪੱਪੂ ਭਾਈ, ਬਹੁਤ ਅੱਛਾ ਭਾਈ ਹੈ ਫਲਾਣਾ ਭਾਈ, ਇਹ ਬਲੋਚੀ ਭਾਈ, ਤੇ ਇਹ ਸੱਪ ਸੁੱਪ ਤੇ ਸਪਣੀਆਂ ਸੁਪਣੀਆਂ, ਇਹਨਾਂ ਤੋਂ ਅੱਲਾ ਦੀ ਪਨਾਹ ਮੰਗੋ, ਬਾਕੀ ਸਭ ਠੀਕ। ਅੱਛਾ, ਉਹ ਹੁਣ ਗੱਲ ਕਰੀਏ ਦੂਜੀ ਜਿਹੜੀ ਵੀਡੀਓ, ਉਹ ਵੀਡੀਓ ਤਾਂ ਕਾਫੀ ਲੰਬੀ ਹੈ ਮੇਰੇ ਹਾਲੇ ਅਬੂ ਬਕਰ ਭਾਈ। ਅੱਛਾ ਠੀਕ ਹੈ, ਠੀਕ ਹੈ। ਅਬੂ ਬਕਰ ਭਾਈ, ਕੱਲ ਵਾਰੀ ਸਨੀ ਸਾਹਿਬ ਦੀ ਬ੍ਰੌਡ ਦੀ ਰਿਕਾਰਡਿੰਗ ਹੈ ਵੇ ਤੁਹਾਡੇ ਕੋਲ? ਅੱਛਾ, ਮਿਹਰਬਾਨੀ, ਉਹ ਜ਼ਰਾ ਲਿੰਕ ਤੇ ਪਲੀਜ਼ ਸੈਂਡ ਕਰਨਾ ਮੈਨੂੰ। ਜਜ਼ਾਕ ਤੇ ਤੁਸੀਂ ਕਿੰਨੇ ਕੁ ਮੋਬਾਈਲ ਰੱਖੇ ਨੇ ਐਟ ਅ ਟਾਈਮ? ਤੁਸੀਂ 3-4 ਬਲਾਡਾਂ ਦੀ ਰਿਕਾਰਡਿੰਗ ਕੀਤੀ। ਉਹ ਕੰਮ ਕਰਦੇ ਨੇ ਨਾ, ਕੰਮ ਕਰਨ ਆਉਂਦੇ ਨੇ, ਤੇ ਅੱਲਾ ਤੇ ਉਹਨਾਂ ਦਾ ਇਮਾਨ ਹੈ ਕਿ ਅਸੀਂ ਇਹ ਗੱਲਾਂ ਰਿਕਾਰਡ ਕਰਕੇ ਤੇ ਅਪਲੋਡ ਕਰ ਦਿਆਂਗੇ, ਤੇ ਸਾਡੇ ਵਾਸਤੇ ਸਦਕਾ ਜਾਰੀਆ ਬਣਨਗੀਆਂ, ਸਾਡੇ ਵਾਸਤੇ ਜ਼ਰੀਆ ਨਜਾਤ ਬਣਨਗੀਆਂ। ਛੜਾ ਉਹ ਚਸਕਾ ਨਹੀਂ ਨਾ ਲਾਣ ਆਉਂਦੇ ਗੱਲਾਂ ਦਾ। ਰਾਤੀ ਮੈਂ ਵੀ ਕਰਨ ਲੱਗਾ ਸਾਂ, ਲੇਕਿਨ ਮੇਰੇ ਕੋਲ ਹੋਈ ਨਹੀਂ। ਮੈਨੂੰ ਨਾ 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 ਕਰੀ, ਕਿਆਮਤ ਆ ਜਾਣੀ। ਜ਼ਰੂਰ ਆਪਣੇ ਸਿਰ ਤੇ ਤੋਪਾ ਦਾ ਰੁੱਖ ਆਪਣੇ ਸਿਰ ਤੇ ਕਰਾਣਾ ਹੈ। ਜ਼ਰੂਰ ਨਾ ਕਰੀ, ਅੱਲਾ ਦੀ ਕਸਮ ਹੈ, ਜਿਸ ਦਿਨ ਤੂੰ ਰਿਕਾਰਡਿੰਗ ਕਰਕੇ ਅਪਲੋਡ ਕੀਤੀ ਕਿਆਮਤ ਆ ਜਾਣੀ ਉਸ ਤੇ। ਇਹ ਕਾਲ ਨਾ ਕਰੀ ਮੇਰਾ ਭਰਾ। ਇਹਨਾਂ ਦਾ ਮੈਂ ਪਹਿਲੇ ਨਹੀਂ ਕੱਢੀ ਕਸਮੇ ਖੁਦਾ ਦੀ, ਮੈਂ ਪਹਿਲੇ ਉਸਨੂੰ ਕੁਝ ਵੀ ਨਹੀਂ ਕਿਹਾ। ਉਸਨੇ ਡਾਇਰੈਕਟ ਮੈਨੂੰ ਮਾਂ ਬਾਪ ਦੀ ਗਾਲ ਕੱਢੀ ਹੈ। ਔਰ ਮੈਂ ਕਿਹਾ ਸਨੀ ਸਾਹਿਬ ਨੂੰ, ਮੈਂ ਕਿਹਾ ਦੇਖ ਲਓ ਸਨੀ ਸਾਹਿਬ, ਪਹਿਲੇ ਇਸਨੇ ਮੈਨੂੰ ਗਾਲ ਕੱਢੀ, ਹੁਣ ਮੈਂ ਆਪਣਾ ਬਦਲਾ ਲਵਾਂ। ਰਾਜਾ ਸਾਹਿਬ, ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਕੀੜਾ ਵੜ ਗਿਆ ਨਾ, ਇਹ ਅਸੀਂ ਜਾਂ ਮਾਰ ਛੱਡਣਾ ਤੇ ਜਾਂ ਕੱਢ ਛੱਡਣਾ, ਇਹ ਰਹਿਣ ਨਹੀਂ ਦੇਣਾ ਇਨਸ਼ਾਅੱਲਾ। ਅੱਧਿਆਂ ਦਾ ਤੇ ਅੱਧਿਆਂ ਨਾਲ ਬਹੁਤਿਆਂ ਦਾ ਤੇ ਨਿਕਲ ਗਿਆ, ਉਹ ਤੇ ਸਾਡੇ ਸਾਏ ਤੋਂ ਵੀ ਹੁਣ ਡਰਦੇ ਨੇ। ਇਹ ਜਿਹੜੇ 2-4 ਬੰਦੇ ਤੁਹਾਡੇ ਦਿਮਾਗ 'ਚ ਕੀੜਾ ਨਹੀਂ ਨਾ ਪੇ ਨਿਕਲਦਾ, ਇਹ ਕੀੜਾ ਮਰ ਜਾਣਾ ਹੈ, ਤੇ ਜਾਂ ਅਸੀਂ ਨੂੰ ਅੰਦਰ ਮਾਰ ਕੇ ਅੰਦਰੋਂ ਕੱਢ ਛੱਡਣਾ ਹੈ। ਇਹ ਕੀੜਾ ਤੁਹਾਡੇ ਅੰਦਰ ਰਹਿਣ ਨਹੀਂ ਦੇਣਾ। ਤੁਸੀਂ ਗਾਲਾਂ ਕੱਢ ਨਹੀਂ ਸਕਦੇ, ਤੁਸੀਂ ਸਾਡੀਆਂ ਗਾਲਾਂ ਦਾ ਜਵਾਬ ਦੇ ਵੀ ਨਹੀਂ ਸਕਦੇ। ਜਵਾਬ 'ਚ ਅਸੀਂ ਤਾਂ ਪਹਿਲ ਕਰਦੇ ਨਹੀਂ ਨਾ, ਅੱਗੋਂ ਤੁਹਾਡੀਆਂ ਸੁਣ ਕੇ ਅਸੀਂ ਜਿਹੜਾ ਤੁਹਾਨੂੰ ਤੋਨਾ ਲਾਉਂਦੇ ਹਾਂ ਨਾ, ਤੇ ਤੁਸੀਂ ਨਹੀਂ ਬਰਦਾਸ਼ਤ ਕਰ ਸਕਣ ਲੱਗੇ। ਤੁਹਾਡੇ ਮਰਜ਼ੀ ਨਹੀਂ ਬਰਦਾਸ਼ਤ। ਸਾਨੂੰ ਆਪਣੇ ਜ਼ਾਤੀ ਕਿਰਦਾਰ ਦਾ ਕੋਈ ਨਹੀਂ, ਅੱਲਾ ਦੀ ਕਸਮ ਹੈ ਰਾਜਾ ਸਾਹਿਬ, ਮੈਨੂੰ ਕੋਈ ਜ਼ਰੂਰਤ ਨਹੀਂ ਹੈ ਕਿ ਮੈਨੂੰ ਲੋਕੀ ਆਖਣ ਕਿ ਬੜਾ ਹੀ ਬਾਖਲਾਕ ਗੁਫ਼ਤਗੂ ਕਰਦਾ ਸੀ ਤੇ ਬੜਾ ਆਲਮੇ ਦੀਨ ਸੀ। ਇਹਦੇ ਨਾਲ ਜ਼ਿਆਦਾ ਮੈਨੂੰ ਆਪਣੇ ਨਬੀ ਦੀ ਇੱਜ਼ਤ, ਆਪਣੇ ਨਬੀ ਦੇ ਘਰਾਣੇ ਦੀ ਇੱਜ਼ਤ ਅਜ਼ੀਜ਼ ਹੈ। ਜਿਹੜਾ ਕੁੱਤਾ ਉਹਨਾਂ 'ਤੇ ਭੌਂਕੇਗਾ ਨਾ, ਉਹਨੂੰ ਮੈਂ ਉੱਥੇ ਹੀ ਇਨਸ਼ਾਅੱਲਾ ਜਵਾਬ ਦਿਆਂਗਾ ਕਿ ਸਾਰੇ ਮਰਜ਼ਈਆਂ ਦੇ ਥੱਲਿਓਂ ਵੀ ਧੂੰਆਂ ਨਿਕਲੇਗਾ ਤੇ ਉੱਤੋਂ ਵੀ ਧੂੰਆਂ ਨਿਕਲੇਗਾ। ਦਿਮਾਗ ਦੇ ਉੱਤੋਂ ਵੀ ਭਾਪ ਨਿਕਲਦੀ ਨਜ਼ਰ ਆਵੇਗੀ, ਤੇ ਪਿੱਛੋਂ ਵੀ ਪਰ ਪਰ ਦੀ ਆਵਾਜ਼ ਆਵੇਗੀ। ਐਸਾ ਮੈਂ ਇਹਨਾਂ ਨੂੰ ਇੰਜੈਕਸ਼ਨ ਦਿਆਂਗਾ ਮਰਜ਼ਈਆਂ ਨੂੰ, ਇਹ ਫਿਕਰ ਨਾ ਕਰੋ। ਤੁਸੀਂ ਜਿਹੜਾ ਸਮਝਦੇ ਹੋ ਨਾ ਕੋਈ ਇਹ ਜ਼ਿਆਦਾ ਗਾਲੀਬਾਜ਼ ਹੈ, ਤੇ ਇਹਨੂੰ ਅੱਗੇ ਕਰੋ। ਜਿਵੇਂ ਜੱਜਾ ਪਿਆਂਦਾ ਸੀ,
ਕਿ ਬੰਬਾਸਟਿਕ ਅੱਜ ਕੱਲ੍ਹ ਬੜੀ ਗਾਲਾਂ ਕੱਢਦਾ ਪਿਆ ਨਬੀ ਪਾਕ ਨੂੰ, ਇਹਨੂੰ ਆਖੋ ਕੱਢੇ ਗਾਲਾਂ। ਇਹਨੂੰ ਮੈਂ ਐਸਾ ਤੁੰਨਾਂਗਾ ਇਨਸ਼ਾਅੱਲਾ, ਤੇ ਮਿਰਜ਼ੇ ਦੀ ਮੈਂ ਉਹ ਗੰਦਗੀ ਬਿਆਨ ਕਰਾਂਗਾ ਨਾ ਕਿ ਤੁਹਾਡੇ ਮਰਜ਼ਈਆਂ ਕੋਈ ਸੁਣਨ ਨਹੀਂ ਹੋਣ ਲੱਗੀਆਂ ਬਰਾਡਾਂ। ਮੈਂ ਲਿਖ ਕੇ ਦੇਣਾ, ਤੁਸੀਂ ਮਿਰਜ਼ਾਈ ਉਹਨਾਂ ਬਰਾਡਾਂ ਨੂੰ ਸੁਣ ਵੀ ਨਹੀਂ ਸਕਣ ਲੱਗੇ। ਐਸਾ ਗੰਦਾ ਮੈਂ ਜਵਾਬ ਇਹਨੂੰ ਦਿਆਂਗਾ ਅੱਗੋਂ। ਜਿਹੜਾ ਨਬੀ ਪਾਕ ਦੇ ਭੌਂਕਣ ਵਾਲਾ ਕੁੱਤਾ ਹੈ ਨਾ, ਉਹਦੀ ਫਿਰ ਕੋਈ ਇੱਜ਼ਤ ਨਹੀਂ ਹੈ, ਉਹਦਾ ਕੋਈ ਇਹਤਰਾਮ ਨਹੀਂ, ਨਾ ਉਹਦਾ, ਨਾ ਉਹਦੇ ਪਿਓ ਦਾ, ਨਾ ਉਹਦੇ ਪੀਰ ਦਾ, ਨਾ ਉਹਦੇ ਮੁਰਸ਼ਦ ਦਾ, ਨਾ ਉਹਦੇ ਗੁਰੂ ਦਾ, ਨਾ ਉਹਦੇ ਖਸਮ ਦਾ, ਉਹਦਾ ਕੋਈ ਇਹਤਰਾਮ, ਨਾ ਉਹਦੀ ਔਰਤ ਦਾ, ਨਾ ਉਹਦੇ ਬੱਚੇ ਦਾ। ਉਹਨਾਂ ਨੂੰ ਅਸੀਂ ਹਰਾਮ ਜ਼ਿਆਦਾ ਸਮਝਦੇ ਹਾਂ। ਮੈਂ ਗਲਤ ਗੱਲ ਕਰਨ ਲੱਗਿਆ ਰਾਜਾ ਸਾਹਿਬ, ਮੈਂ ਤਾਂ ਇੱਕ ਜਰਨਲ ਗੱਲ ਕਰਨ ਲੱਗਿਆ ਨਾ ਕਿ ਜਿਹੜਾ ਬੰਦਾ ਨਬੀ ਪਾਕ ਤੇ ਭੌਂਕੇ, ਉਹਦਾ ਕਿਸੇ ਕਿਸਮ ਦਾ ਤਰਾਮ ਮੇਰੇ ਜ਼ਿਹਨ 'ਚ ਤੇ ਕੋਈ ਨਹੀਂ ਰਹਿ ਗਿਆ। ਉਹਦੀ ਨਾ ਬੀਵੀ ਦਾ, ਨਾ ਉਹਦੀ ਮਾਂ ਦਾ, ਨਾ ਉਹ ਜਿਹਨੂੰ ਉਮੁਲ ਮੋਮਿਨੀਨ ਕਹਿੰਦਾ, ਨਾ ਉਹਦਾ, ਨਾ ਉਹਦੇ ਆਪਣੇ ਖਲੀਫਾ ਦਾ, ਨਾ ਉਹਦੇ ਆਪਣੇ ਪਿਓ ਦਾ, ਨਾ ਉਹਦੇ ਮੇਰੀ ਨਜ਼ਰ 'ਚ ਕੁੱਤਾ ਹੈ, ਕੁੱਤਾ। ਤੇ ਕੁੱਤੇ ਨੂੰ ਫਿਰ ਸੋਟੀ ਮਾਰ ਕੇ ਦੜਾਣਾ, ਇਹ ਫਿਰ ਮੇਰਾ ਮਿਸ਼ਨ ਹੈ। ਇਸ ਗੱਲੇ ਉਹ ਤੁਹਾਡੇ ਜ਼ਿਹਨ 'ਚ ਐਵੇਂ ਕੀੜਾ ਵੜ ਗਿਆ ਕਿ ਇਹ ਦੂਜੇ 3-4 ਦੌੜ ਗਏ ਨੇ, ਇਹ ਨਹੀਂ ਦੌੜਨ ਲੱਗਾ। ਇਹ ਵੀ ਦੌੜੇਗਾ ਇਨਸ਼ਾਅੱਲਾ, ਇਹ ਵੀ ਟਿਕ ਟਾਕ ਤੇ ਦੌੜੇਗਾ। ਜੇ ਰਹਿ ਗਿਆ ਤੇ ਫਿਰ ਅਸੀਂ ਨਹੀਂ ਰਹਿਣ ਲੱਗੇ, ਜੇ ਇਹ ਰਹਿ ਗਿਆ ਤਾਂ ਅਸੀਂ ਨਹੀਂ ਰਹਿਣ ਲੱਗੇ। ਚਲੋ ਇੰਝ ਕਰ ਲਓ, ਲੇਕਿਨ ਇਹ ਨਹੀਂ ਹੋ ਸਕਦਾ। ਕੁੱਤਾ ਜਿਹੜਾ ਨਾ, ਕੁੱਤਾ ਉਹ ਕਦੀ ਰੱਜਦਾ ਨਹੀਂ, ਰੱਜਿਆ ਹੋਵੇ ਤਾਂ ਵੀ ਉਹਦੀ ਜ਼ਬਾਨ ਲਟਕ ਰਹੀ ਹੁੰਦੀ ਹੈ, ਭੁੱਖਾ ਹੋਵੇ ਤਾਂ ਵੀ ਉਹਦੀ ਜ਼ਬਾਨ ਲਟਕ ਰਹੀ ਹੁੰਦੀ ਹੈ। ਇਸੇ ਵਾਸਤੇ ਉਹ ਇਲਾਮ ਹੈ ਨਾ ਮੇਰੇ ਦਾ, ਉਹ ਕੁੱਤਾ ਹੈ, ਕੁੱਤੇ ਕੇ ਆਦਤ ਪਰ ਮਰੇਗਾ। ਬਲਮ ਬਿਨ ਬਾਵਰਾ ਵੀ ਕੁੱਤਾ ਬਣ ਗਿਆ ਸੀ ਨਾ ਮੂਸਾ ਅਲੈਹਿਸਲਾਮ ਦੇ ਅਗੇਂਸਟ। ਅਮਰ ਭਾਈ ਤੁਸੀਂ ਗੱਲ ਕੀਤੀ ਹੈ ਕਿ ਮੈਂ ਕੁਛ ਵੀ ਨਹੀਂ ਹੈ, ਮੈਨੂੰ ਜੋ ਮਰਜ਼ੀ ਕਹੋ। ਕਿੱਧਰ ਗਈ ਸੁਣਾਓ ਜੀ। ਸੁਣਨਾ ਪਿਆ ਜਵਾਬ। ਜਿਸੇ ਨੂੰ ਠੋਕਣਾ ਮਿਰਜ਼ੇ ਨੂੰ ਤੇ ਫਿਰ ਇਹਨਾਂ ਚੀਕਾਂ ਮਾਰਦੀਆਂ ਆਪਣੀਆਂ ਬਰਾਡਾਂ ਤੇ ਜਾ ਕੇ, ਉਹ ਸਾਡੇ ਮਸੀਹ ਮੌਤ ਦੀ ਤੋਹੀਨ ਹੋ ਗਈ। ਅੱਛਾ, ਚਲਾ ਦੋ, ਚਲਾਣੀ ਹੈ ਤੇ ਆਮਰ ਨਜ਼ੀਰ ਦੇ ਪੁੱਤਰ ਤੁਹਾਨੂੰ ਸਾਰਿਆਂ ਮਰਜ਼ਾਈਆਂ ਨੂੰ ਖਾਬ 'ਚ ਵੀ ਨਜ਼ਰ ਆਵੇ ਕਰੇਗਾ ਇਨਸ਼ਾਅੱਲਾ। ਮੈਂ ਤੁਹਾਨੂੰ ਐਸਾ ਡੰਡਾ ਦੇਣਾ ਨਾ ਤੁਹਾਡੇ ਸਾਰੇ ਮਰਜ਼ੋਟਿਆਂ ਨੂੰ ਕਿ ਤੁਹਾਨੂੰ ਖਾਬ 'ਚ ਵੀ ਆਮਰ ਨਜ਼ੀਰ ਹੀ ਨਜ਼ਰ ਆਵੇ ਕਰੇਗਾ, ਤੁਹਾਡੀ ਐਸੀ ਦੀ ਤੈਸੀ ਮਰਜ਼ਾਈਆਂ ਦੀ। ਤੁਸੀਂ ਭੌਂਕਣਾ ਸ਼ੁਰੂ ਕੀਤਾ। ਮਨਸ਼ਾ ਬੰਬ ਤੇ ਵਿਚਾਰਾ ਤਰਲੇ ਕਰਦਾ ਹੁੰਦਾ, ਉਹਨੇ ਹੁਣ ਉੱਤੇ ਆ ਕੇ ਸਾਡਾ 30 5 ਕਰ ਦੇਣਾ, ਨਾ ਕਰੋ ਉਹਦੇ ਨਾਲ, ਨਾ ਕਰੋ। ਅੱਛਾ ਨਹੀਂ ਤੇ ਉਹ ਕੱਲ ਜਦੋਂ ਤੁਸੀਂ ਤੁਹਾਡੇ ਨਾਲ ਬੰਬੂ ਰਾਣੇ ਤੁਹਾਡੇ ਨਾਲ ਗੁਫ਼ਤਗੂ ਕੀਤੀ ਨਾ ਹੁਸੈਨੀ ਸਾਹਿਬ ਦੀ ਬਰਾੜ ਤੇ, ਨਹੀਂ ਹੁਸੈਨੀ ਬਰਾੜ ਤੇ ਉਹ ਉਸ ਤੋਂ ਬਾਅਦ ਇਹ ਹੁਸੈਨੀ ਸਾਹਿਬ ਦੀ ਬਰਾੜ ਆਨ ਹੋਈ ਹੈ ਤੇ ਉੱਥੇ ਗਏ ਨੇ ਬੰਬ ਸਾਹਿਬ, ਤੇ ਉੱਥੇ ਇਹਨਾਂ ਦੇ ਇੱਕ ਫਿਲਾਸਫਰ ਨੇ जनाब नासिर साहब, उन्होंने कहा कि माशाल्लाह जी आप बहुत अच्छी गुफ्तगू करते हैं। मैं आपसे एक छोटी सी मुख्तसर सी बात करना चाहता हूँ नाना साहब, अगर आपका बुरा ना लगे। आपको आप बहुत अच्छी बड़ी खूबसूरत और पैरों में बैठ कर जो तरले 3 आप मुनाजरे मांग रहे थे ना, इससे हमारी जमात का, हमारे खुलफा का सर बहुत फ़ख्र से बुलंद हुआ है। आपने बहुत अच्छा काम किया। उनके पाँव में गिर के जो आप उनकी मिन्नतें तरले और उनके सामने बिछ रहे थे ना, इससे हमारा बहुत वकार बुलंद हुआ है।
और इसको जारी रखें। और इसी तरह जो मुसलमानों के नबी को जो गालियाँ देते हैं उनके पास भी जाएं, उनके साथ भी थोड़ा सा इस तरह का गुफ्तगू करें, उनके साथ बीच के कहें। तो आपको जो मैंने बात की शायद इससे मेरा आपका कोई फ़ायदा हुआ हो। जज़ाकल्लाह। ਉਹਨੇ ਇੱਕੋ ਸਾਹ ਦੇ ਵਿੱਚ ਤੇ ਐਸੀ ਇਹਦੀ ਮੰਜੀ ਕਿਹੜੀ ਕੀਤੀ ਜੋ ਬਾਅਦ ਚ ਕਹਿੰਦੇ ਇਹਦਾ ਇਹ ਮਕਸਦ ਨਹੀਂ ਥਾ ਹੈ। ਨਾਸਰ ਕਿਹੜਾ ਸੀ? ਇਹ ਨਾਸਰ ਸੁਹੇਲ ਨਹੀਂ, ਸੁਹੇਲ ਨਾਸਰ ਹੈ ਕਿ ਸੁਹੇਲ ਨਾਸਰ ਸੁਹੇਲ ਹੈ, ਪਤਾ ਨਹੀਂ ਕੀ ਹੈ। ਉਹੀ ਹੈ ਨਾ ਜਰਮਨੀ ਵਾਲਾ। ਹਾਂ ਉਹੀ ਉਹਨਾਂ ਦੇ ਉਹ ਬਿਲਾਲ ਸਾਹਿਬ ਨੇ ਬੇਵਕੂਫੀ ਕੀਤੀ ਹੈ। ਉਹ ਦਫਾ ਉਹਨੂੰ ਨਹੀਂ ਚਲਾਉਣਾ ਚਾਹੀਦਾ। ਲੋੜ ਇਹਨੂੰ ਖੁਸਰਿਆਂ ਨੂੰ ਮੱਥੇ ਲਾਉਣ ਦੀ, ਬੇਵਕੂਫੀ ਜਿਹੜਾ ਉਹਨੂੰ ਮੱਥੇ ਲਾਏ ਤੇ ਉਹਦੇ ਨਾਲ ਬਹਿਸ ਬਸ ਸਕਦਾ। ਹੁਣ ਇਹ ਗੱਲ ਕਿੱਡੀ ਮਤਲਬ ਸੋਹਣੀ ਤੁਸੀਂ ਦੱਸੀ ਆ ਬਈ, ਬਿਲਾਲ ਦੀ ਖੁਸਰੇ ਨਾਲ ਵੀ ਮਨਾਜ਼ਰਾ ਹੋਇਆ ਹੈ। ਹੁਣ ਆਪੇ ਹਿਸਾਬ ਲਾ ਲਓ ਇਹ ਜੁਮਲਾ ਕਿੱਡਾ ਸੋਹਣਾ ਹੈ ਤੇ ਜਿਹੜਾ ਮਨਾਜ਼ਰਾ ਉਹ ਕਿੱਡਾ ਸੋਹਣਾ ਹੋਇਆ ਨਾ। ਤੇ ਅੱਛਾ ਮੈਨੂੰ ਇਹ ਨਾ ਮੈਂ ਤੁਹਾਨੂੰ ਪੁੱਛਣਾ, ਉਹ ਹੁਸੈਨੀ ਅੱਛਾ ਕਿਸੇ ਦਾ ਛੋਟਾ ਜ਼ਰਾ ਚੱਲਦਾ ਹੋ ਥੋੜਾ ਜਿਹਾ। ਡੱਕਿਓ ਜ਼ਰਾ, ਡੱਕਿਓ ਮੈਂ ਕਿਹਾ। ਅੱਛਾ ਹਾਂ ਮੈਨੂੰ ਸਮਝ ਆ ਗਈ ਇਸ ਫਿਕਰੇ ਤੋਂ ਹੀ ਕਿ ਇਸ ਤੋਂ ਪਹਿਲੇ ਕੁੱਟਕਾਈ ਹੋ ਚੁੱਕੀ ਹੈ। ਲੇਕਿਨ ਤੁਸੀਂ ਇਹ ਅੰਦਾਜ਼ਾ ਲਾਓ ਕਿ ਹੁਸੈਨੀ ਸਾਹਿਬ ਪਿਸ਼ਾਬ ਦਾ ਭਿੱਜਿਆ ਛਿੱਤਰ ਪੇ ਮਾਰਦੇ ਨੇ, ਲੇਕਿਨ ਇਹਨਾਂ 'ਚ ਗੈਰਤ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਐਸੇ ਬੇਗੈਰਤ ਨੇ, ਤਰੇਵੇ ਚਾਰੇ ਉਹਨਾਂ ਨੂੰ ਪੈ ਗਏ ਨੇ ਤੇ ਆਪਸ 'ਚ ਉਹਨਾਂ ਦੇ ਫਿਰ ਉਹ ਯਾਰ ਮੈਨੂੰ ਗੱਲ ਤੇ ਕਰਨ ਦਿਓ ਯਾਰ, ਮੈਨੂੰ ਗੱਲ ਮੈਂ ਸਿਆਣਾ, ਮੈਂ ਯਾਰ ਮੈਂ ਨਹੀਂ ਤੇਰੇ ਨਾਲ ਸਿਆਣਾ, ਉਹ ਆਂਦਾ ਮੈਂ ਸਿਆਣਾ, ਉਹ ਆਂਦਾ ਮੈਂ ਸਿਆਣਾ। ਐਸੀ ਕੋਈ ਬਗੈਰਤ ਕੌਮ ਇਕੱਠੀ ਹੋ ਗਈ।